أشهد أن لا إله إلا الله وحده لا شريك له وأشهد أن محمدا عبده ورسوله أما بعد فأعوذ بالله من الشيطان الرجيم بسم الله الرحمن الرحيم ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਨਸ਼ਾਅੱਲਾ ਪੰਜਾਬੀ ਚ ਕਰਾਂਗੇ। ਤਮਾਮ ਉਹ ਦੋਸਤ ਜਿਹੜਾ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਔਰ ਦੇਖਣ ਡਏ ਨੇ, ਉਹਨਾਂ ਸਾਰਿਆਂ ਦੀ ਖਿਦਮਤ 'ਚ ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ। ਤੇ ਤਮਾਮ ਸਾਡੇ ਆਮਦੀ ਭੈਣ ਭਰਾ ਜਿਹੜੇ ਪ੍ਰੋਗਰਾਮ ਸੁਣਦੇ ਨੇ ਪਏ, ਉਹਨਾਂ ਵਾਸਤੇ ਹਦਾਇਤ ਦੀ ਦੁਆ, ਅੱਲਾ ਕਰੇ ਕਿ ਉਹਨਾਂ ਨੂੰ ਕੋਈ ਹਦਾਇਤ ਮਿਲ ਜਾਏ। ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹਦੇ 'ਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਮਦੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂ ਕਿ ਜੇ ਤੁਸੀਂ ਇਹ ਆਮਦੀਅਤ ਨੂੰ ਮੰਨ ਨਹੀਂ ਲਿਆ ਏ ਤੇ ਜਿਵੇਂ ਉਹ ਅਸੀਂ ਆਨੇ ਆ ਕਿ ਕੰਬਲ ਨੂੰ ਮੈਂ ਛੱਡਣਾ ਤੇ ਕੰਬਲ ਮੈਨੂੰ ਨਹੀਂ ਛੱਡਦਾ, ਤੇ ਮੈਨੂੰ ਲੱਗਦਾ ਹੈ ਕਿ ਬੇਸ਼ੁਮਾਰ ਵਿਚਾਰੇ ਕਾਦੀਆਨੀ ਨੇ ਜਿਹੜੇ ਕੰਬਲ ਇਸ ਨੂੰ ਹੁਣ ਛੱਡਣਾ ਚਾਹੁੰਦੇ ਨੇ, ਲੇਕਿਨ ਕੰਬਲ ਹੁਣ ਇਹਨਾਂ ਨੂੰ ਨਹੀਂ ਛੱਡਦਾ ਪਿਆ। ਇਹਦੇ ਤੇ ਗੱਲ ਕਰਨੇ ਆ, ਲੇਕਿਨ ਅੱਜ ਮੈਂ ਖਾਸ ਤੌਰ ਤੇ ਆਮਦੀ ਭੈਣ ਭਰਾਵਾਂ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਇਸ ਚੀਜ਼ ਤੇ ਗੌਰ ਕਰੋ ਕਿ ਤੁਹਾਨੂੰ ਇਸ ਕਲਟ ਤੋਂ ਬਚਾਉਣ ਵਾਸਤੇ ਕੋਈ ਖਾਸ ਕਿਸੇ ਮੁਲਕ ਨੇ ਜਾਂ ਕਿਸੇ ਹਕੂਮਤ ਨੇ ਜਾਂ ਕਿਸੇ ਗਰੁੱਪ ਨੇ ਜਾਂ ਕਿਸੇ ਫੌਜ ਨੇ ਨਹੀਂ ਆਉਣਾ, ਤੁਹਾਨੂੰ ਖੁਦ ਹੀ ਕੋਸ਼ਿਸ਼ ਕਰਨੀ ਪੈਣੀ ਹੈ। ਉਹਦੀਆਂ ਮੈਂ ਤੁਹਾਨੂੰ 2-4 ਮਿਸਾਲਾਂ ਦੇਣਾ ਜੇ ਤੁਹਾਡੀ ਸਮਝ 'ਚ ਆ ਜਾਣ। ਮਿਸਾਲ ਦੇ ਤੌਰ ਤੇ ਅਗਰ ਲਾਹੌਰ ਦੇ ਇੱਕ ਏਰੀਏ 'ਚੋਂ ਕਿਸੇ ਮਹੱਲੇ 'ਚੋਂ ਕੋਈ 10-12 ਮਲੰਗ ਉਹ ਬਹਾਵਲਪੁਰ ਇੱਕ ਪੀਰ ਨੂੰ ਮੰਨ ਲੈਣ ਤੇ ਵੈਗਨ ਤੇ ਉਹ ਚੜ ਜਾਣ, ਬੱਚੇ ਆਪਣੇ ਨਾਲ ਲੈ ਲੈਣ, ਨਾਲ ਆਪਣੀਆਂ ਬੀਬੀਆਂ ਲੱਦ ਲੈਣ, ਨਾਲ ਕੋਈ ਭੰਡਾਰੇ ਦੀਆਂ ਬੱਕਰੀਆਂ ਲੱਦ ਲੈਣ, ਤੇ ਮੈਨੂੰ ਇਹ ਗੱਲ ਦੱਸੋ ਕਿ ਕਿਆ ਸਾਰਾ ਲਾਹੌਰ ਜਿਹੜਾ ਉਹ ਮੋਟਰਵੇ ਤੇ ਲੰਮੇ ਪੈ ਜਾਂਦਾ ਅੱਗੇ ਉਸ ਵੈਗਨ ਦੇ ਕਿ ਹਾਏ ਉਹ ਮਰ ਗਏ, ਓਏ ਮਲੰਗਾਂ ਦੀ ਗੱਡੀ ਕਿੱਧਰ ਜਾਣ ਡਈ ਹੈ ਵੈਗਨ? ਨਾ, ਲੋਕੀ ਵਹਿੰਦੇ ਨੇ ਤੇ ਲੋਕੀ ਹੱਸ ਕੇ ਲੰਘ ਜਾਂਦੇ ਨੇ। ਲੋਕੀ ਆਖਦੇ ਨੇ ਚਲੋ ਮਲੰਗ ਨੇ 4 ਕਿੱਧਰ ਨੂੰ ਜਾਣ ਡੇ ਨੇ, ਨਾ ਇੱਕ ਪੀਰ ਮੰਨਿਆ ਬਹਾਵਲਪੁਰ ਉਧਰ ਨੂੰ ਜਾਂਦੇ ਨੇ ਪਏ। ਕੋਈ ਬੰਦਾ, ਕੋਈ ਪੂਰਾ ਲਾਹੌਰ ਜਾਂ MPA ਜਾਂ MNA ਜਾਂ DC ਸਾਹਿਬ ਜਾਂ ਦੂਜੇ ਤੀਜੇ ਕੋਈ ਉਸ ਵੈਗਨ ਦੇ ਅੱਗੇ ਲੰਮਾ ਨਹੀਂ ਪੈਂਦਾ, ਨਾ ਉਹਨਾਂ ਮਲੰਗਾਂ ਦੇ ਹੱਥ ਜੋੜਦਾ ਕਿ ਤੁਹਾਡੀ ਮਿਹਰਬਾਨੀ ਉਸ ਪੀਰ ਕੋ ਨਾ ਜਾਓ। ਇਵੇਂ ਦੇ ਪੀਰ ਗਲੀ ਗਲੀ ਟੁਰੇ ਫਿਰਦੇ ਨੇ, ਬੇਸ਼ੁਮਾਰ ਪੀਰ। ਔਰ ਉਸ ਜਿਹੜੇ ਮੁਕਾਮੀ ਲੋਕ ਨੇ ਉਹ ਕਦੋਂ ਵਿੱਚ ਆਉਂਦੇ ਨੇ ਮਲੰਗਾਂ ਦੇ ਮਾਮਲੇ 'ਚ? ਕਦੋਂ ਆਉਂਦੇ ਨੇ ਮਲੰਗਾਂ ਦੇ ਮਾਮਲੇ 'ਚ? ਉਹ ਮੁਕਾਮੀ DC ਸਾਹਿਬ ਜਾਂ SP ਸਾਹਿਬ ਜਾਂ ਦੂਸਰੇ ਤੀਸਰੇ ਉਦੋਂ ਆਉਂਦੇ ਨੇ, ਜਾਂ ਤੇ ਉਸ ਵੈਗਨ ਦੇ ਵਿੱਚ ਉਹ ਜਿਹੜੇ ਮਲੰਗ ਮਲੰਗਣੀਆਂ ਜਾਣਦੇ ਨੇ ਉਹਨਾਂ 'ਚ ਕੋਈ ਮਲੰਗ ਮਲੰਗਣੀ ਦੇ ਨਾਲ ਸ਼ਰਾਰਤ ਕਰਦੇ, ਜਾਂ ਕੋਈ ਮਲੰਗ ਜਿਵੇਂ ਉਹ ਸ਼ਿੰਡੀ ਸ਼ਾਹ ਨਸੀਰ ਸ਼ਾਹ ਦਾ MTA ਦਾ ਚੇਅਰਮੈਨ, ਜਾਂ ਕੋਈ ਮਲੰਗ ਨਸ਼ਾ ਨੁਸ਼ਾ ਪੀਂਦਾ ਹੋਏ ਵੈਗਨ 'ਚ ਤੇ ਪੁਲਿਸ ਵਾਲੇ ਡੱਕਣ ਤੋਂ ਫੜ ਕੇ 4 ਜੁੱਤੀਆਂ ਮਾਰਦੇ ਉਹਦੇ ਸਿਰ 'ਚ, ਤੇ ਜਾਂ ਪੀਰ ਉਹਨਾਂ ਦੇ ਘਰ ਆਇਆ ਹੋਏ ਜਾਂ ਉਹ ਪੀਰ ਦੇ ਘਰ ਮਲੰਗ ਗਏ ਹੋਣ ਤੇ ਉੱਥੇ ਪਤਾ ਲੱਗੇ ਕਿ ਪੀਰ ਜਿਹੜਾ ਸੀ ਉਹਨਾਂ ਦੇ ਘਰ ਆਣ ਕੇ ਉਹਨੇ ਜਨਾਬ ਜਾਦੂ ਟੂਣੇ ਦੇ ਨਾਂ ਤੇ ਅੱਗ ਲਾ ਦਿੱਤੀ, ਤੇ ਬਾਅਦ 'ਚ ਪਤਾ ਲੱਗਾ ਵੀ ਜਾਦੂ ਟੂਣਾ ਨਹੀਂ ਸੀ, ਉਹ ਪੀਰ ਨੇ ਕੋਈ ਕੈਮੀਕਲ ਪਾ ਕੇ ਨਾ ਤੇ ਉਹਨਾਂ ਮਲੰਗਾਂ ਨੂੰ ਬੇਵਕੂਫ ਬਣਾਇਆ। ਜਾਂ ਇਹ ਪਤਾ ਲੱਗੇ ਭਈ ਜਿਹੜੇ ਮਲੰਗ ਨੇ ਉਹ ਜਨਾਬ ਪੀਰ ਸਾਹਿਬ ਆਏ ਸਨ ਤੇ ਪੀਰ ਸਾਹਿਬ ਜਿਹੜੇ ਨੇ ਉਹ ਰਾਤੀ ਰੋਟੀ ਛੋਟੀ ਖਾ ਕੇ ਤੇ ਉਹ
ਨਾਲੇ ਰੋਟੀ ਖਾ ਗਏ ਨੇ, ਤੇ ਅੱਧੀ ਕੁ ਰਾਤ ਨੂੰ ਪਤਾ ਲੱਗਿਆ ਵੀ ਪੀਰ ਸਾਹਿਬ ਜਿਹੜੇ ਨੇ ਉਹ ਮਲੰਗ ਦੀ ਘਰਵਾਲੀ ਨਾਲ ਸੁੱਤਾ ਸੀ। ਉਦੋਂ ਵੀ ਪੁਲਿਸ ਨਹੀਂ ਆਉਂਦੀ, ਉਦੋਂ ਆਉਂਦੀ ਹੈ ਜਾਂ ਤੇ ਮਲੰਗਣੀ ਰੌਲਾ ਪਾ ਦੇ ਜਾਂ ਮਲੰਗ ਰੌਲਾ ਪਾ ਦੇ। ਫਿਰ ਮਹੱਲੇ ਦੇ ਬੰਦੇ ਆਉਂਦੇ ਨੇ, ਉਹ ਬੰਦੇ 4 ਆਣ ਕੇ ਤੇ ਉਹਨਾਂ ਨੂੰ 4 ਦਿਨ ਸਮਝਾਉਂਦੇ ਨੇ, ਕਿ ਸਮਝਾਉਂਦੇ ਕੋਈ ਨਹੀਂ, ਅਗਰ ਤੇ ਉਹ ਮਾਮਲਾ ਕੋਈ ਇਸ ਤਰ੍ਹਾਂ ਦਾ ਹੋਏ, ਜਿਸ ਤਰ੍ਹਾਂ ਦਾ ਮਾਮਲਾ ਹੋਏ ਉਵੇਂ ਦੇ ਅਫਸਰ ਵਗੈਰਾ ਉੱਥੇ ਆ ਜਾਂਦੇ ਨੇ। ਜੇ ਕੋਈ ਬੇਹਯਾਈ ਦਾ ਹੋਏ, ਕੋਈ ਡਾਕਟਰ ਆ ਜਾਂਦਾ, ਉਹਨੂੰ ਕੋਈ ਕਿਸੇ ਦਾ ਚੈੱਕਅਪ ਕਰਾਉਣਾ ਹੋਏ, ਤੇ ਜੇ ਕੋਈ ਮੇਰਾ ਮਤਲਬ ਕੋਈ ਜ਼ਨਾਹ ਦਾ ਹੋਏ, ਕੋਈ ਫਰਾਡ ਦਾ ਹੋਏ, ਉਹ 4 ਦਿਨ ਡਿਪੈਂਡ ਕਰਦਾ ਕਿ ਕਿਵੇਂ ਦਾ ਜੁਰਮ ਹੋਇਆ, ਉਸ ਹਿਸਾਬ ਨਾਲ DSP ਸਾਹਿਬ ਆ ਗਏ ਜਾਂ SP ਸਾਹਿਬ ਆ ਗਏ, ਉਹ ਆਣ ਕੇ ਜੋ ਕਾਨੂੰਨੀ ਕਾਰਵਾਈ ਉਹ ਕਰਦੇ ਨੇ, ਉਦੋਂ ਬਾਅਦ ਉਹ ਛੱਡ ਕੇ ਟੁੱਟ ਜਾਂਦੇ ਨੇ। ਮੈਂ ਨਹੀਂ ਵੇਖਿਆ ਕਿ ਉਹਨਾਂ ਮਲੰਗਾਂ ਦੇ ਘਰ ਫਿਰ DSP ਸਾਹਿਬ ਖਲੋ ਕੇ ਤਕਰੀਰ ਕਰਨ ਕਿ ਇਸ ਪੀਰ ਨੂੰ ਛੱਡ ਛੱਡੋ ਜਿਹੜਾ ਤੁਹਾਡੀ ਕੁੜੀ ਨਾਲ ਫੜਿਆ ਗਿਆ ਨਾ। ਅਗਰ ਇਸ ਤਰ੍ਹਾਂ ਦਾ ਕੋਈ ਕੇਸ ਹੈ ਤੇ ਜੋ ਉਹ ਜ਼ਨਾਹ ਦੀ ਸਜ਼ਾ ਬਣਦੀ ਹੈ ਉਹਦੇ ਮੁਤਾਬਕ ਪੁਲਿਸ ਕਾਰਵਾਈ ਕਰਦੀ ਹੈ, ਅਦਾਲਤ ਕਾਰਵਾਈ ਕਰਦੀ ਹੈ। ਅਗਰ ਉਹ ਪੀਰ ਆਪਣੀ ਸਜ਼ਾ ਭੁਗਤ ਕੇ ਜਾਂ ਵੈਸੇ ਹੀ ਛੁੱਟ ਕੇ ਬਰੀ ਬੁਰੀ ਹੋ ਕੇ ਆ ਜੇ, ਉਹ ਫਿਰ ਵੀ ਉਹਨਾਂ ਮਲੰਗਾਂ ਦੇ ਘਰ ਵੜਿਆ ਹੋਏ ਪੁਲਿਸ ਪਿੱਛੇ ਨਹੀਂ ਆਉਂਦੀ ਜਿੰਨਾ ਚਿਰ ਮਲੰਗ ਆਪ ਨਾ ਜਾਣ। ਜਾਂ ਕੋਈ ਮੀਡੀਆ ਦਾ ਬੰਦਾ ਫੇਰਾ ਫੁਰਾ ਮਾਰਦਾ ਵੇਖੇ, ਉਹ ਵੇਖੇ ਕਿ ਇੱਥੇ ਜਨਾਬ ਪੀਰ ਸਾਹਿਬ ਨੇ ਮਲੰਗਣੀ ਨੂੰ ਉਲਟਾ ਟੰਗਿਆ ਤੇ ਉਹਨੂੰ ਡੰਡੇ ਮਾਰਨ ਡਿਆ ਜਾਂ ਉਹਦੇ ਵਾਲ ਖਿੱਚਣ ਡਿਆ, ਤੇ ਉਹ ਮੀਡੀਆ ਦਾ ਬੰਦਾ ਆਣ ਕੇ ਆਂਦਾ ਕਿ ਯਾਰ ਤੁਹਾਂ ਕੀ ਤਮਾਸ਼ਾ ਲਾਇਆ, ਤੇ ਉਹ ਰਿਪੋਰਟ ਬਾਹਰ ਨਿਕਲ ਜਾਂਦੀ। ਮੈਂ ਚੂੰਕਿ ਕਾਦੀਆਨੀ ਗਰੁੱਪ ਦਾ ਹਿੱਸਾ ਰਿਹਾ, ਮੈਂ ਇਹ ਸਮਝਣਾ ਕਿ ਇਹਨਾਂ ਆਮ ਦੀ ਭੈਣ ਭਰਾਵਾਂ ਨੂੰ ਪੀਰ ਤੇ ਨਾ ਮੰਨ ਲਿਆ, ਮਿਰਜ਼ੇ ਦੀ ਹਸੀਅਤ ਇੱਕ ਪੀਰ ਤੋਂ ਵੱਧ ਨਹੀਂ। ਪੀਰ ਕਹਿਣਾ ਵੀ ਇਹਨੂੰ ਗੁਨਾਹ ਹੈ, ਕਿਉਂਕਿ ਇਹਦੀਆਂ ਪੀਰਾਂ ਵਾਲੀਆਂ ਹਰਕਤਾਂ ਨਹੀਂ। ਕੋਈ ਦੁਨੀਆ ਦਾ ਪੀਰ ਇੰਜ ਨਹੀਂ ਕਰਦਾ ਜਿਵੇਂ ਮਿਰਜ਼ੇ ਕਰਨ ਡਿਆ ਨੇ, ਜੋ ਉਹਨਾਂ ਕੀਤਾ, ਜੋ ਸਾਹਮਣੇ ਆਇਆ। ਲੇਕਿਨ ਮਿਰਜ਼ੇ ਕਾਦੀਆਨੀ ਦੇ ਕਲਟ ਦਾ ਔਰ ਇਹਨਾਂ ਮਲੰਗ ਮਲੰਗਣੀਆਂ ਦਾ, ਜਿਹੜੇ ਗੁਜਰਾਂਵਾਲਾ ਸਿਆਲਕੋਟ ਹਾਫਸਾਬਾਦ ਦੇ 4 ਬਦਨਸੀਬ ਮਲੰਗ ਮਲੰਗਣੀਆਂ ਫਸੇ ਨੇ ਇਸ ਕਲਟ 'ਚ, ਮੇਰੀ ਜੋ ਅੰਡਰਸਟੈਂਡਿੰਗ ਹੈ, ਕਿਸੇ ਹਕੂਮਤ ਨੇ ਸਾਨੂੰ ਦੱਸਿਆ ਜਾਂਦਾ ਸੀ ਜਦੋਂ ਮੈਂ ਇਸ ਕਲਟ 'ਚ ਹਾਂ ਕਿ ਪੂਰੀ ਉਮਤ ਮੁਸਲਮਾਨ ਜ਼ੋਰ ਲਾ ਲੇ। ਉਹ ਮਿਰਜ਼ਾ ਤਾਹਰ ਸਿੰਘਾਂ ਦਾ ਇੱਕ ਬਦਕਾਰ ਜਿਹੜਾ ਬੈਤਾਂ ਦਾ ਝੂਠ ਬੋਲਦਾ ਸੀ, ਉਹ ਬਦਕਾਰ ਨੂੰ ਝੂਠ ਬੋਲਣ ਦੀ ਬੜੀ ਆਦਤ ਸੀ। ਉਹ ਆਂਦਾ ਹੁੰਦਾ ਸੀ ਹਕੂਮਤਾਂ ਜ਼ੋਰ ਲਾ ਲੈਣ, ਫਲਾਣਾ ਜ਼ੋਰ ਲਾ ਲੇ, ਆਮਦੀਅਤ ਦਾ ਕੋਈ ਬਾਲ ਬੀਕਾ ਨਹੀਂ ਕਰ ਸਕਦਾ। ਜਦੋਂ ਮੈਂ ਮਲੰਗ ਸਾਂ ਮੈਂ ਸੋਚਦਾ ਹਾਂ ਵਾਕਈ ਹਕੂਮਤਾਂ ਗੋਡੇ ਮੁੱਦੇ ਮਾਰੇ ਨੇ ਹਕੂਮਤਾਂ ਨੇ, ਤੇ ਸਾਰੇ ਜਨਾਬ ਗੋਰੇ ਕਾਲੇ ਤੇ ਮੁਸਲਮਾਨ ਹਕੂਮਤਾਂ ਇਸ ਜਮਾਤ ਦੇ ਪਿੱਛੇ ਲੱਗੀਆਂ ਨੇ ਤੇ ਜਮਾਤ ਨਹੀਂ ਮੁੱਕਦੀ ਪਈ। ਮੈਂ ਵੀ ਇਹ ਸੋਚਦਾ ਸੀ, ਲੇਕਿਨ ਅੱਜ ਪਤਾ ਲੱਗਾ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਲਾਹੌਰੋਂ 4 ਮਲੰਗ ਵੈਗਨ ਤੇ ਚੜੇ ਹੋਣ ਤੇ ਉਹ ਆਖਣ ਵੀ ਪੂਰਾ ਲਾਹੌਰ ਜ਼ੋਰ ਲਾ ਲੈ। ਲਾਹੌਰ ਨੂੰ ਜ਼ੋਰ ਲਾਉਣ ਦੀ ਲੋੜ ਹੀ ਕੋਈ ਨਹੀਂ। ਲਾਹੌਰ ਦੇ ਬੰਦੇ ਜ਼ਿਆਦਾ ਤੋਂ ਜ਼ਿਆਦਾ ਇੰਨਾ ਕੰਮ ਕਰਦੇ ਨੇ ਕਿ ਕੋਈ ਵੇਖਣਗੇ ਮਲੰਗ ਜਾਂਦੀ ਹੈ ਤੇ ਵੈਗਨ ਨੱਚਦੇ ਜਾਂਦੇ ਨੇ। ਜਿਵੇਂ ਇਧਰੋਂ ਗੁਜਰਾਂਵਾਲਾ ਸਿਆਲਕੋਟ ਹਾਫਸਾਬਾਦ ਦੇ ਜਿਹੜੇ ਮਲੰਗ ਮਲੰਗਣੀਆਂ ਨੇ ਉਹ ਕਾਦੀਆਂ ਮੇਲੇ ਜਾਂਦੇ ਨੇ, ਜਿਹੜਾ ਉਹ ਕਾਦੀਆਨੀਆਂ ਦਾ ਇਹ ਸਰਕਸ ਲੱਗਦਾ ਮਿਰਜ਼ਿਆਂ ਦਾ। ਉਹਨਾਂ ਤੋਂ ਇਲਾਵਾ ਉੱਥੇ ਇੰਡੀਆ ਪੂਰੇ ਜਦੋਂ ਕੋਈ ਇਹਨਾਂ ਨੂੰ ਮਿਰਜ਼ਿਆਂ ਨੂੰ ਮੂੰਹ ਨਹੀਂ ਲਾਉਂਦਾ। ਇਸ ਤਰ੍ਹਾਂ ਹੀ ਹਰ ਪੀਰ ਸੀ। ਤੁਸੀਂ ਇਹਦੇ ਤੇ ਗੌਰ ਕਰ ਲਓ ਕਿ ਜਿਹੜੇ ਪਹਿਲੇ ਪੀਰ ਸਨ ਉਹਨਾਂ ਦੇ ਵੀ ਕਿਸੇ ਪੀਰ ਦਾ, ਜਿਵੇਂ ਹੁਣ ਸਾਡੇ ਇੱਕ ਆਪਣੇ ਏਰੀਆ ਦਾ ਇੱਕ ਪੀਰ ਸੀ, ਤੇ ਉਹਦਾ ਪੀਰ ਸੀ ਉਹਨੂੰ ਸਾਡੇ ਇਲਾਕੇ 'ਚ ਤਾਂ ਮੰਨਦਾ ਕੋਈ ਨਹੀਂ ਸੀ। ਉਹਨੂੰ ਅਕਾੜਿਓ ਕੋਈ 200-300 ਮਲੰਗ ਸੀ ਜਿਹੜਾ ਮੰਨਦਾ ਸੀ, ਰਾਹ 'ਚ ਕੋਈ ਦੁਨੀਆ 'ਚ ਨਹੀਂ ਮੰਨਦਾ। ਉਹ ਅਕਾੜਿਓ ਜਾ ਕੇ ਉਹਨੇ 4 ਮਲੰਗ ਲੱਭੇ ਸਨ। ਐਵੇਂ ਮਿਰਜ਼ੇ ਨੇ ਗੁਜਰਾਂਵਾਲਾ ਸਿਆਲਕੋਟ ਪੂਰਾ ਇੰਡੀਆ 1 ਅਰਬ ਤੋਂ ਜ਼ਿਆਦਾ ਆਬਾਦੀ ਹੈ, ਕੋਈ ਬੰਦਾ ਨਹੀਂ ਮੰਨਦਾ। ਉਹ ਹੀ 4 ਕਾਦੀਆਂ 'ਚ ਬੈਠੇ ਨੇ ਜਿਹੜੇ ਪਾਕਿਸਤਾਨ ਨੂੰ ਗਏ ਨੇ। ਸਾਰੇ ਮਲੰਗ ਨੇ ਗੁਜਰਾਂਵਾਲਾ ਸਿਆਲਕੋਟ ਹਾਫਸਾਬਾਦ ਦੇ। ਤੇ ਇਹ ਮਲੰਗ ਜਿਹੜੇ ਨੇ ਇਹ ਜਨਾਬ ਜਦੋਂ ਜਾਂਦੇ ਨੇ ਉੱਥੇ ਧਮਾਲਾਂ ਪਾਉਂਦੇ ਨੇ ਤੇ ਉਹ 4 ਦਿਨ ਉੱਥੇ ਮੇਲਾ ਲੱਗ ਜਾਂਦਾ ਮਿਰਜ਼ੇ ਦਾ। ਉੱਥੋਂ ਇਹ ਮੇਲਾ ਵੇਖ ਕੇ ਵਾਪਸ ਆ ਜਾਂਦੇ ਨੇ। ਜਿਸ ਤਰ੍ਹਾਂ ਹੀ ਉਹ ਜਿਹੜਾ 200-250 ਮਲੰਗ ਸੀ ਜਿਹੜਾ ਸਾਡੇ ਇਲਾਕੇ ਦੇ ਪੀਰ ਦਾ ਸੀ, ਉਹ ਜਦੋਂ ਆਉਂਦੇ ਸਨ ਬੱਸਾਂ ਤੇ ਚੜ੍ਹ ਕੇ, ਤੇ ਮੈਂ ਨਹੀਂ ਅੱਜ ਤੱਕ ਵੇਖਿਆ ਹੋਇਆ ਕਾੜੇ ਦੀ ਸਾਰੀ ਦੁਨੀਆ ਸੜਕ ਤੇ ਲੰਮੇ ਪਈ ਹੋਏ ਕਿ ਹਾਏ ਮਰ ਗਏ ਹੋਏ ਮਲੰਗ ਨਾ ਜਾਣ।
ਕੋਈ ਬੰਦਾ ਨਹੀਂ ਪੁੱਛਦਾ। ਕਾਦੀਆਨੀ ਮਲੰਗ ਮਲੰਗਣੀਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਦੁਨੀਆ ਗੋਡੇ ਮੂਧੇ ਮਾਰ ਕੇ ਇਸ ਜਮਾਤ ਨੂੰ ਮਕਾਨ ਡਈ ਹੈ ਤੇ ਜਮਾਤ ਮੁੱਕਦੀ ਨਹੀਂ। ਝੂਠ। ਜਾਓ ਜਾ ਕੇ ਪੁੱਛੋ ਸਾਊਦੀ ਅਰਬ ਦੇ ਬਾਦਸ਼ਾਹ ਨੂੰ ਭਈ ਮਸਰੂਰ ਸਾਹਿਬ ਕੌਣ ਹੈ, ਉਹਨੂੰ ਪਤਾ ਹੀ ਨਹੀਂ। ਈਰਾਨ ਦੇ ਜਿਹੜੇ ਬਾਦਸ਼ਾਹ ਵਜ਼ੀਰ ਨੇ ਉਹਨਾਂ ਨੂੰ ਪੁੱਛੋ ਜੀ ਜਨਾਬ ਸ਼ਿੰਡੀ ਸ਼ਾਹ ਕੌਣ ਹੈ, ਉਹਨੂੰ ਪਤਾ ਹੀ ਨਹੀਂ। ਉਧਰੋਂ ਮਲੇਸ਼ੀਆ ਦਾ ਜਿਹੜਾ ਬਾਦਸ਼ਾਹ ਉਹਨੂੰ ਜਾ ਕੇ ਪੁੱਛੋ ਵੀ ਜਨਾਬ ਉਹਦਾ ਮਿਰਜ਼ਾ ਲਕਮਾਨ ਆਪਣੀ ਕੁੜੀ ਨਾਲ ਜ਼ਨਾ ਕਰਦਾ ਫੜ ਕੀਤਾ ਹੈ ਮਿਰਜ਼ਿਆਂ ਦਾ, ਉਹ ਕੌਣ ਹੈ, ਉਹਨੂੰ ਪਤਾ ਹੀ ਨਹੀਂ। ਇਧਰ ਆਣ ਕੇ ਟਰੂਡੋ ਨੂੰ ਪੁੱਛ ਲਓ ਕਿ ਟਰੂਡੋ ਸਾਹਿਬ ਤੁਹਾਨੂੰ ਪਤਾ ਵੀ ਮੇਰਾ ਮਤਲਬ ਲਕਮਾਨ ਨੇ ਆ ਕੰਮ ਕੀਤਾ ਵਾ, ਕਿ ਮੈਨੂੰ ਤਾਂ ਸ਼ਾਇਦ ਨਹੀਂ ਪਤਾ। ਇਹਦਾ ਮਤਲਬ ਇਹ ਆ ਕੋਈ ਹਕੂਮਤ, ਕੋਈ ਫੌਜ, ਕੋਈ ਇਲਾਕਾ ਇਹਨਾਂ ਮਲੰਗਾਂ ਨੂੰ ਨਾ ਖਤਮ ਕਰਨ ਦੇ ਚਾਰੇ 'ਚ ਤੇ ਨਾ ਕੋਈ ਇਹਨਾਂ ਦੇ ਮਗਰ ਚੜਿਆ। ਇਹ ਚਾਰ ਆਪਣੇ ਅੰਦਰ ਹੀ ਸੋਚਦੇ ਨੇ ਕਿ ਹਕੂਮਤਾਂ ਪਿੱਛੇ ਲੱਗੀਆਂ ਨੇ। ਰਹਿ ਗਈ ਗੱਲ ਕਿ ਇਹ ਜਿਹੜੇ ਚਾਰ ਲੋਕ ਨੇ ਇਹਨਾਂ ਦੇ ਲੋਕ ਹੀ ਜਿੱਥੇ ਵੀ ਜਾਂਦੇ ਨੇ ਇਹਨਾਂ ਨੂੰ ਕੋਈ ਮੂੰਹ ਕਿਉਂ ਨਹੀਂ ਲਾਉਂਦਾ। ਉਹ ਮੈਂ ਮੇਰੇ ਜ਼ਿਹਨ 'ਚ ਗੱਲ ਆਈ ਸੀ, ਉਹ ਵੀ ਮੈਂ ਤੁਹਾਡੇ ਨਾਲ ਕਰਾਂਗਾ ਸ਼ੇਅਰ। ਕੈਨੇਡਾ ਦੇ ਅੰਦਰ ਇਹਨਾਂ ਦੀ ਹਸੀਅਤ ਵੇਖ ਲਓ। ਇੱਥੇ ਕੋਈ ਚਾਰ ਮਲੰਗ ਨੇ 2-3 ਸ਼ਹਿਰਾਂ 'ਚ ਮੇਨ। ਇਸ ਤੋਂ ਇਲਾਵਾ ਇਹਨਾਂ ਦੀ ਕੋਈ ਹਸੀਅਤ ਨਹੀਂ। ਅਸਾਂ ਮਸਜਿਦਾਂ ਬਣਾਤੀਆਂ। ਸਵਾਲ ਇਹ ਪੈਦਾ ਹੁੰਦਾ ਜਿਹੜੇ ਬਾਕੀ ਮੁਸਲਮਾਨ ਨੇ ਉਹ ਸਾਰੇ ਸੜਕਾਂ ਤੇ ਨਮਾਜ਼ ਪੜ੍ਹਦੇ ਨੇ। ਕੁਰਾਨ ਦਾ ਜਮਾਤ ਨੇ ਤਰਜਮਾ ਕਰ ਦਿੱਤਾ ਆਮ ਦੀਆਂ ਕਲਟ ਨੇ 100 ਜ਼ਬਾਨਾਂ 'ਚ। ਦੁਨੀਆ ਜਿੱਥੇ ਜਿੱਥੇ ਮੁਸਲਮਾਨ ਜਿਹੜੇ ਵਸਦੇ ਨੇ ਉਹ ਕੁਰਾਨ ਨਹੀਂ ਪੜ੍ਹਦੇ। ਕਿਆ ਉਹ ਸਾਰੇ ਕੁਰਾਨ ਉਹਨਾਂ ਦੀ ਆਪਣੀ ਜ਼ਬਾਨ 'ਚ ਤਰਜਮਾ ਕੋਈ ਨਹੀਂ ਹੋਇਆ? ਤੁਸੀਂ ਤੇ ਚਾਰ ਬੰਦੇ ਹੋ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ, ਕਿੱਥੇ ਕਿੱਥੇ ਤੁਸੀਂ ਕੁਰਾਨ ਪਹੁੰਚਾਇਆ? ਕਿਤੇ ਵੀ ਨਹੀਂ। ਤੁਹਾਡੇ ਕੋਲ ਕੁਰਾਨ ਇੱਥੇ ਕੈਨੇਡਾ 'ਚ ਸਵਾਏ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਮਲੰਗ ਮਲੰਗੀਆਂ ਤੋਂ ਇਲਾਵਾ ਕੋਈ ਕਾਲੇ ਗੋਰੇ ਨੀਲੇ ਪੀਲੇ ਨੇ ਤੇ ਤੁਹਾਨੂੰ ਮੰਨਿਆ ਹੀ ਨਹੀਂ। ਕਿਸੇ ਸਰਦਾਰ ਹਿੰਦੂ ਨੇ ਵੀ ਨਹੀਂ ਮੰਨਿਆ। ਤੁਸੀਂ ਤਰਜਮਾ ਕਰਾ ਕੇ ਕੁਰਾਨ ਦਿੱਤਾ ਕਿਹਨੂੰ ਵੇ ਜਿਹਨੇ ਮੰਨ ਲਿਆ? ਉਹ ਚਾਰ ਬੰਦੇ। ਪਰ ਐਨੀਵੇ ਕੋਈ ਬੰਦਾ ਦੁਨੀਆ ਦਾ ਤੁਹਾਨੂੰ ਮਕਾਨ ਮਕੂਨ ਦੇ ਚੱਕਰ 'ਚ ਨਹੀਂ। ਜਦੋਂ ਤੁਹਾਨੂੰ ਕੋਈ ਮੂੰਹ ਨਹੀਂ ਲਾਉਂਦਾ ਉਹਦੇ ਬਾਰੇ 'ਚ ਅਸੀਂ ਗੱਲ ਕਰਦੇ ਹਾਂ ਕਿ ਪਹਿਲਾਂ ਤੁਸੀਂ ਆਪਣੀ ਹਸੀਅਤ ਵੇਖ ਲਓ ਕਿ ਤੁਹਾਡੀ ਹਸੀਅਤ ਕਿੰਨੀ ਹੈ। ਯੂਕੇ 'ਚ ਵੇਖ ਲਓ। ਯੂਕੇ 'ਚ ਤੁਹਾਨੂੰ ਰੋ ਪਿੱਟ ਕੇ ਇੱਕੋ ਮੈਂਬਰ ਆਫ ਪਾਰਲੀਮੈਂਟ ਭੇਜਿਆ ਹਜ਼ਰਤ ਇਮਰਾਨ ਅਹਿਮਦ ਖਾਨ। ਉਹ ਨਾਲ ਪਰਸੋਂ ਪਿਛਲੇ ਵੀਕ ਉਹ ਪਾਰਲੀਮੈਂਟ ਨੇ ਮੋਹਰ ਲਾ ਦਿੱਤੀ ਹੈ ਪਰ ਲੌਂਡੇਬਾਜ਼ ਉਹਨੇ ਕੋਰਟ ਨੇ ਅਦਾਲਤ ਨੇ ਮੋਹਰ ਲਾ ਕੇ ਦੇ ਦਿੱਤੀ ਹੈ ਕਿ ਕਾਦੀਆਨੀਆਂ ਨੇ ਆ ਜਿਹੜਾ ਤੋਹਫਾ ਭੇਜਿਆ ਲੌਂਡੇਬਾਜ਼ ਤੇ ਨਿੱਕੇ ਨਿੱਕੇ ਮੁੰਡਿਆਂ ਨਾਲ ਬਦਕਾਰੀ ਕਰਦਾ ਰਿਹਾ। ਆਹ ਤੁਹਾਡੀ ਹਸੀਅਤ ਹੈ। ਅੱਗੇ ਚੱਲਨੇ ਆ। ਅੱਗੇ ਮੈਂ ਵੇਖਣਾ ਕਿ ਤੁਹਾਨੂੰ ਲੋਕੀ ਮੂੰਹ ਕਿਉਂ ਨਹੀਂ ਏਡਾ ਲਾਉਂਦੇ। ਜਿੱਥੇ ਤੁਸੀਂ ਜਾਂਦੇ ਰੋਲੀ ਪੈ ਜਾਂਦੀ ਹੈ ਥੋੜੇ ਜਿਹੇ ਨੇ ਲੇਕਿਨ ਰੋਲੀ ਕਿਉਂ ਪੈਂਦੀ ਹੈ? ਇਹ ਤਾਂ ਮੈਂ ਗੌਰ ਪਿਆ ਕਰਦਾ ਸਾਂ। ਮੈਂ ਤੁਹਾਨੂੰ ਲਿੰਕ ਵੀ ਦੇਣਾ, ਕੋਈ ਭੈਣ ਭਰਾ ਜਿਨ੍ਹਾਂ ਨੇ ਆਉਣਾ ਆ ਜਾਓ, ਆਣ ਕੇ ਮੈਨੂੰ ਦੱਸੋ ਜੇ ਕੋਈ ਗੱਲ ਗਲਤ ਹੈ ਤੇ ਅਸੀਂ ਮਦਦ ਕਰ ਲਾਂਗੇ ਇੱਥੇ ਲਾਈਵ, ਕੋਈ ਐਸੀ ਗੱਲ ਨਹੀਂ। ਲੇਕਿਨ ਜੋ ਮੇਰੇ ਜ਼ਿਹਨ 'ਚ ਆਈ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਗੱਲ ਇਹ ਅਸਲ ਕਿ ਜਿੱਥੇ ਵੀ ਇਹ ਕਾਦੀਆਨੀ ਮਲੰਗ ਮਲੰਗਣੀਆਂ ਜਿੱਥੇ ਜਾਂਦੇ ਨੇ, ਜਿਹੜਾ ਕੋਈ ਮੁਸਲਮਾਨ ਇਹਨਾਂ ਦੇ ਕੋਲ ਬਹਿੰਦਾ ਹੈ, ਇਹਨਾਂ ਦੀਆਂ ਕਿਤਾਬਾਂ ਕਤੂਬਾਂ ਵਹਿੰਦਾ ਤੇ ਰੌਲੀ ਪਾ ਦਿੰਦਾ। ਉਹ ਕਹਿੰਦਾ ਵੀ ਮੇਰਾ ਮਤਲਬ ਮੇਰੀ ਤੋਬਾ। ਮੈਂ ਕਿਹਾ ਵਜ੍ਹਾ ਕੀ ਹੈ? ਸਭ ਤੋਂ ਪਹਿਲਾਂ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। ਮਿਸਾਲ ਇਹ ਵੇ ਕਿ ਪਿੰਡ ਦੇ ਵਿੱਚ ਲੋਕਾਂ ਨੇ ਮੱਝਾਂ ਗਾਈਆਂ ਬੜੀਆਂ ਰੱਖੀਆਂ ਹੁੰਦੀਆਂ ਨੇ। ਅਗਰ ਕੋਈ ਜੱਟ ਬੰਦਾ 5-10 ਲੱਖ ਦੀਆਂ ਜਾਂ 20 ਲੱਖ ਦੀਆਂ ਹੋਰ ਵੀ ਮੱਝਾਂ ਲੈ ਆਵੇ ਤੇ ਬੜੀ ਗੱਲ ਹੈ, ਕੋਈ ਬੜਾ ਵੀ ਕੋਈ ਵੇਖਣ ਜਾਏਗਾ ਤਾਂ ਉਹਦਾ ਚਾਚਾ ਜਾਂ ਬਾਬਾ ਜਾਂ 2 ਬੰਦੇ ਹੋਰ ਵੇਖਣ ਚਲੇ ਜਾਣਗੇ। ਠੀਕ ਹੈ ਜੀ। ਮੈਂ ਨਹੀਂ ਵੇਖਿਆ ਕਿ ਕੋਈ ਬੰਦਾ 5 ਮੱਝਾਂ ਹੋਰ ਲਿਆਏ ਤੇ ਪੂਰਾ ਹੀ ਪਿੰਡ ਇਕੱਠਾ ਹੋ ਜਾਏ ਨਾ। ਜੇ ਕੋਈ ਬੰਦਾ 50 ਮੱਝਾਂ ਵੀ ਹੋਰ ਲੈ ਆਵੇ ਤੇ ਬੜੀ ਗੱਲ ਹੈ, ਕੋਈ 4 ਬੰਦੇ ਮਹੱਲੇ ਦੇ ਇਕੱਠੇ ਹੋ ਜਾਣਗੇ ਕਿ ਲਓ ਵੀ ਉਹਨੇ ਵਾਵਾ ਮੱਝਾਂ ਆਉਂਦੀਆਂ ਨੇ, ਗਾਈਆਂ ਆਉਂਦੀਆਂ ਨੇ, ਚਲੋ ਵੇਖਨੇ ਆ। ਹੁਣ ਜੇ ਇੱਕ ਬੰਦਾ ਸੂਰ ਨੂੰ ਰੱਸਾ ਪਾ ਕੇ ਲੈ ਆਵੇ ਸਾਰਾ ਪਿੰਡ ਇਕੱਠਾ ਹੋ ਜਾਂਦਾ।
ਆਈਆਂ ਨੇ ਸਿਆਣੇ ਵੱਡੇ ਛੋਟੇ ਜਨਾਬ ਰੌਲੀ ਪੈ ਜਾਂਦੀ ਹੈ ਪਿੰਡ 'ਚ ਫਲਾਣੇ ਬੰਦੇ ਨੇ ਸੂਰ ਆਂਦਾ, ਉਹਨੇ ਸੂਰ ਨੂੰ ਰੱਸਾ ਪਾ ਕੇ ਤੇ ਵੇਲੀ ਬੰਨਿਆ ਹੈ। ਉਸ ਤੋਂ ਬਾਅਦ ਜੇ ਉਹ ਬੰਦਾ ਇਹ ਕਹਿਣਾ ਸ਼ੁਰੂ ਕਰ ਦੇ ਕਿ ਇਹ ਜਿਹੜਾ ਸੂਰ ਨਹੀਂ ਇਹ ਮੱਝ ਹੈ, ਫਿਰ ਹੋਰ ਵੀ ਦੁਨੀਆ ਇਕੱਠੀ ਹੋ ਜਾਂਦੀ ਹੈ, ਬਲਕਿ ਦੂਰ ਦੂਰ ਹੋ ਸਕਦਾ ਅਖਬਾਰਾਂ 'ਚ ਵੀ ਆ ਜੇ ਕਿ ਫਲਾਣੇ ਪਿੰਡ ਦਾ ਬੰਦਾ ਜਿਹੜਾ ਉਹ ਜਨਾਬ ਸੂਰ ਨੂੰ ਮੱਝ ਬਣਾ ਕੇ ਬੈਠਾ ਜੇ। ਕਾਦੀਆਨੀਆਂ ਦਾ ਮੈਂ ਤੇ ਨਹੀਂ ਆਂਦਾ, ਮੈਂ ਤੁਹਾਡੇ ਸਾਹਮਣੇ ਇੱਕ ਹਕਾਇਕ ਤੁਹਾਡੇ ਰੱਖ ਦੇਣਾ, ਤੁਹਾਡੇ ਮਿਰਜ਼ਾ ਸਾਹਿਬ ਦੇ, ਤੁਸੀਂ ਇੱਥੇ ਗੌਰ ਕਰ ਲਓ। ਤੁਸੀਂ ਆਂਦੇ ਹੋ ਆਪਣੇ ਆਪ ਨੂੰ ਇਸਲਾਮ, ਅਗਰ ਤੁਹਾਡਾ ਇਸਲਾਮ ਵਾਲਾ ਅਕੀਦਾ ਹੁੰਦਾ ਜਾਂ ਤੁਹਾਡੀਆਂ ਇਸਲਾਮ ਵਾਲੀਆਂ ਹਰਕਤਾਂ ਹੁੰਦੀਆਂ, ਤੁਹਾਨੂੰ ਕਿਸੇ ਨਹੀਂ ਪੁੱਛਣਾ। ਤੁਸਾਂ ਇੰਝ ਹੀ ਇੱਕ ਜਿਵੇਂ ਸੂਰ ਲਿਆ ਬੰਨਿਆ ਪਿੰਡ 'ਚ ਰੱਸਾ ਪਾ ਕੇ, ਜਿਹੜਾ ਜਿਹੜਾ ਤੁਹਾਡੀ ਕਿਤਾਬ ਵੇਂਦਾ ਉਹ ਆਂਦਾ ਇਹ ਕਿਤਾਬ ਮੁਸਲਮਾਨਾਂ ਵਾਲੀ ਨਹੀਂ, ਜਿਹੜਾ ਜਿਹੜਾ ਤੁਹਾਡੀਆਂ ਹਰਕਤਾਂ ਵੇਂਦਾ ਹੈ, ਜਦੋਂ ਮੈਂ ਆਨਾ ਕਿ ਤੁਹਾਡੀਆਂ, ਉਹਦੇ ਤੋਂ ਮੁਰਾਦ ਆਮਦੀਆ ਕਲਟ ਦੇ ਉਹ ਬਦਕਾਰ ਨੇ ਜਿਨ੍ਹਾਂ ਨੂੰ ਪਤਾ ਹੈ ਕਲਟ ਕੀ ਹੈ। ਆਮ ਕਾਦੀਆਨੀ ਵਿਚਾਰਿਆਂ ਨੂੰ ਨਹੀਂ ਪਤਾ, ਨਾ ਮੈਂ ਉਹਨੂੰ ਆਨਾ। ਆਮ ਕਾਦੀਆਨੀ ਜਿਹੜਾ ਭੈਣ ਭਰਾ ਹੈ ਉਹਨੂੰ ਤਾਂ ਪਤਾ ਹੀ ਨਹੀਂ, ਉਹ ਜਿਹੜੇ ਚੰਦਾ ਦੇ ਛੱਡਦੇ ਨੇ ਤੇ ਜਨਾਬ ਅਖਰਾਜ ਦੀਆਂ ਜੁੱਤੀਆਂ ਕੋਈ ਚਾਰ ਚੁੱਲ ਜੇ ਪੋਲੇ ਪੈ ਗਏ ਤੋਂ ਖਾ ਲਈਆਂ, ਤੇ ਦਾਲ ਖਾ ਲਈ ਉੱਥੋਂ ਜਾ ਕੇ, ਉਹਦਾ ਹੀਰਾ ਮੰਡੀ ਏ ਰਵੇ ਵਾਲੀ, ਉੱਥੋਂ ਦਾਲ ਖਾ ਲਈ ਤੇ ਜਾ ਕੇ ਕੰਨਾਂ ਚੁੰਮ ਕੇ ਆ ਗਏ। ਆਮ ਕਾਦੀਆਨੀ ਤੋਂ ਨਹੀਂ ਮੰਨਦਾ, ਉਹ ਕਾਦੀਆਨੀ ਜਿਨ੍ਹਾਂ ਨੂੰ ਪਤਾ ਹੈ ਉਸ ਕਲਟ ਦੇ ਉਹ ਖਾਸ ਆਗੂ। ਸੂਰ ਵਾਲੀਆਂ ਹਰਕਤਾਂ ਨੇ ਤੇ ਸੂਰ ਵਾਲਾ ਕਲਾਮ ਹੈ ਤੁਹਾਡਾ, ਵੇਖ ਲੈਨੇ ਆ। ਮਿਰਜ਼ਾ ਕਾਦੀਆਨੀ ਤੁਹਾਨੂੰ ਹਵਾਲਾ ਦੇ ਦਿਆਂਗੇ, ਮੈਨੂੰ ਕਾਲ ਕਰ ਲਿਓ, ਨੰਬਰ ਤੁਸੀਂ ਮੇਰਾ, ਤੁਹਾਨੂੰ ਪਤਾ ਹੀ ਹੈ ਮੇਰੇ ਹਰ ਚੈਨਲ ਹਰ ਪ੍ਰੋਗਰਾਮ 'ਚ ਹੁੰਦਾ ਹੈ। ਮਿਰਜ਼ਾ ਕਾਦੀਆਨੀ ਆਂਦਾ ਹੈ ਕਿ ਮੈਂ ਖਾਬ 'ਚ ਵੇਖਿਆ ਕਿ ਮੇਰੀ ਜਮਾਤ ਦੇ ਮੈਨੂੰ ਲੋਕ ਵਹਾਏ ਗਏ, ਉਹ ਬਾਂਦਰ ਤੇ ਸੂਰ ਸਨ। ਇਹ ਮਿਰਜ਼ਾ ਸਾਹਿਬ ਦਾ ਕਲਾਮ ਹੈ। ਮੈਂ ਤਾਂ ਸਿਰਫ ਉਹਨਾਂ ਨੂੰ ਕਿਹਾ ਹੈ, ਮੈਂ ਉਹਨਾਂ ਨੂੰ ਵੀ ਨਹੀਂ ਕਹਿੰਦਾ, ਮੈਂ ਤੇ ਆਨਾ ਕਿ ਤੁਸੀਂ ਗੌਰ ਕਰ ਲਓ। ਲੇਕਿਨ ਮਿਰਜ਼ਾ ਸਾਹਿਬ ਨੇ ਸਾਰਿਆਂ ਨੂੰ ਇੱਕੋ ਸਾਫ 'ਚ ਤੁਹਾਨੂੰ ਖੜਾ ਕੀਤਾ, ਕਾਦੀਆਨੀਓ। ਤੁਹਾਡੇ ਚੰਦੇ ਨੇ ਦੇ ਨਾਲ ਲੁੱਟੇ ਚੰਦੇ ਨਾਲ ਕਿਤਾਬ ਲਿਖ ਗਿਆ ਮਿਰਜ਼ਾ, ਉਹ ਚਾਹੁੰਦਾ ਮੈਂ ਵੇਖਿਆ ਖਾਬ 'ਚ ਤੇ ਮੈਨੂੰ ਵਹਾਏ ਗਏ ਬਾਂਦਰ ਤੇ ਸੂਰ, ਤੇ ਦੱਸਿਆ ਵੀ ਇਹ ਤੇਰੀ ਜਮਾਤ ਦੇ ਬੰਦੇ ਨੇ। ਫਿਰ ਤੁਹਾਡਾ ਜਿਹੜਾ 2 ਨੰਬਰ ਖਲੀਫਾ ਸੀ, ਖਲੀਫਾ ਜ਼ਾਨੀ, ਜਿਹੜਾ ਆਪਣੀ ਕੁੜੀ ਨਾਲ ਵੀ ਜ਼ਨਾ ਕਰਦਾ ਸੀ, ਬਲਕਿ ਮਸਰੂਰ ਦੀ ਮਾਂ ਨਾਲ ਵੀ ਜ਼ਨਾ ਕਰਦਾ ਸੀ, ਜਿਹੜਾ ਤੁਹਾਡਾ ਮੌਜੂਦਾ ਬਦਕਾਰ ਹੈ ਮਸਰੂਰਾ ਜਾਹਲ। ਪਹਿਲੋਂ ਇਹ ਨਹੀਂ ਮੰਨਦੇ, ਲੇਕਿਨ ਹੁਣ ਤੇ ਮੋਹਰ ਲੱਗ ਗਈ ਹੈ। ਹੁਣ ਤੇ ਤੁਹਾਡੀ ਨਿਧਾ ਨੇ ਆਣ ਕੇ ਕਿਹਾ ਕਿ ਮਿਰਜ਼ੇ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਦੇ ਨੇ, ਹੁਣ ਤੇ ਸ਼ੱਕ ਹੀ ਕੋ ਨਹੀਂ ਰਿਹਾ। ਚਲੋ ਤੂੰ ਮੰਨਣਾ ਨਹੀਂ ਮੰਨਣਾ ਨਾ ਮੰਨੋ, ਐਨੀਵੇ ਉਹ ਆਂਦਾ ਸੀ ਕਿ ਜਿਹੜੇ ਸਾਡੇ ਮੁਰੱਬੀ ਨੇ ਸੂਰਾਂ ਵਾਲਾ ਹਮਲਾ ਕਰਦੇ ਨੇ, ਉਹ ਵੀ ਹਵਾਲਾ ਸਾਡੇ ਕੋਲ ਹੈ। ਉਸ ਤੋਂ ਬਾਅਦ ਮਿਰਜ਼ਾ ਆਪਣੀ ਕਿਤਾਬ 'ਚ ਲਿਖਦਾ, ਹਵਾਲਾ ਕਿਸੇ ਨੂੰ ਚਾਹੀਦਾ ਹੋਏ ਉਹ ਲੈ ਲਿਓ, ਨਹੀਂ ਤੇ ਗੂਗਲ ਦੇ ਉੱਤੇ ਲਿਖੋ हजरत इमाम हुसैन अलैहिस्सलाम मिर्जे गुलाम कादियानी की नज़र में, गूगल ते जाके लिखो, सामने सारे हवाले आ जाएंगे। मिर्जा लिखदा है अपनी किताब च कि हजरत इमाम हुसैन अलैहिस्सलाम गूं दा ढेर ने और उन्हां दे मुकाबले च मैं कस्तूरी दी खुशबू हाँ। ये तलीम सूरां वाली नहीं तो होर की है। ਕਿਸੇ ਮੁਸਲਮਾਨ ਨੇ ਅੱਜ ਤੱਕ ਇਹ ਕੰਮ ਕੀਤਾ ਜੋ ਤੁਹਾਂ ਕੀਤਾ, ਤੁਹਾਡੇ ਮਿਰਜ਼ਿਆਂ ਨੇ। ਉਸ ਤੋਂ ਬਾਅਦ ਮਿਰਜ਼ਾ ਗੁਲਾਮ ਕਾਦੀਆਨੀ ਲਿਖਦਾ ਹੈ ਕਿ ਹਜ਼ਰਤ ਅਲੀ ਕਰਮੁੱਲਾ ਵਜਹੋ ਦੇ ਨਾਲ ਚੱਲਣਾ ਇਸ ਤਰ੍ਹਾਂ ਹੀ ਹੈ ਜਿਵੇਂ ਲੰਗੜੇ ਲੂਲੇ ਟੱਟੂ ਤੇ ਚੜ ਜਾਣਾ, ਤੇ ਮੇਰੇ ਨਾਲ ਚੱਲਣਾ ਇਸ ਤਰ੍ਹਾਂ ਹੀ ਹੈ ਜਿਵੇਂ ਵਧੀਆ ਸਾਫ ਸੁਥਰੀ ਟ੍ਰੇਨ। ਕਿਸੇ ਮੁਸਲਮਾਨ ਦੇ ਦੂਰ ਦੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਹਿੰਦੂ ਨੇ ਵੀ ਇੰਨੀ ਤੋਹੀਨ ਕੀਤੀ ਹੋਏ। ਉਸ ਤੋਂ ਬਾਅਦ ਮਿਰਜ਼ਾ ਲਿਖਦਾ ਹੈ, ਮਿਰਜ਼ਿਆਂ ਦਾ ਤੁਹਾਡਾ ਸ਼ਾਇਰ ਹੈ, ਉਹ ਲਿਖਦਾ ਹੈ कि मोहम्मद फिर उतर आए हैं हम में और पहले से हैं बढ़कर अपनी शान में। मोहम्मद जिसने देखने हो अकमल मिर्जे कादियानी को देखे, गुलाम अहमद को देखे कादियान में। ਤੁਹਾਡੇ ਸ਼ਾਇਰ ਨੇ ਲਿਖਿਆ ਹੈ ਕਿ
ਮਿਰਜ਼ਾ ਗੁਲਾਮ ਕਾਦੀਆਨੀ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਤੋਂ ਵੱਧ ਕੇ ਵੀ। ਤੇ ਮਿਰਜ਼ੇ ਨੇ ਇਹ ਜਿਹੜਾ ਸ਼ੇਰ ਸੀ ਇਹਨੂੰ ਫਰੇਮ ਕਰਾ ਕੇ ਤੇ ਆਪਣੇ ਘਰ ਲਾਇਆ ਸੀ। ਨਾਰਾ ਤੁਹਾਡਾ ਇਸਲਾਮ ਵਾਲਾ। ਤਲੀਮ ਤੁਸੀਂ ਆਪਣੀ ਵੇਖ ਲਓ। ਜਦੋਂ ਤੁਹਾਡੇ ਇਵੇਂ ਦੇ ਅਕੀਦੇ, ਇਵੇਂ ਦਾ ਕਿਤਾਬਾਂ 'ਚ ਲਿਖਿਆ ਜ਼ੁਲਮ ਲੋਕਾਂ ਦੇ ਸਾਹਮਣੇ ਆਉਂਦਾ ਤੇ ਲੋਕੀ ਆਂਦੇ ਨੇ ਮੱਝ ਗਾਈ ਨਹੀਂ ਇਹ ਇਸ ਤਰ੍ਹਾਂ ਹੀ ਪਿੰਡ 'ਚ ਜਿਵੇਂ ਲਿਆ ਸੂਰ ਬੰਨਿਆ ਨਵਾਂ, ਸਾਰਾ ਪਿੰਡ ਇਕੱਠਾ ਹੋ ਜਾਂਦਾ। ਤਾਂ ਇਹਨਾਂ ਚੋਂ ਮਲੰਗਾਂ ਦੇ ਪਿੱਛੇ ਲੋਕੀ ਆਂਦੇ ਨੇ ਕਿ ਯਾਰ ਧਿਆਨ ਨਾਲ ਜ਼ਰਾ, ਠੀਕ ਹੈ ਅੱਗੇ ਚੱਲੋ। ਅੱਗੇ ਪ੍ਰੋਗਰਾਮ ਲੰਬਾ ਹੋ ਜਾਏਗਾ, ਮੈਂ ਤੁਹਾਨੂੰ ਸ਼ਾਰਟ ਇੱਕ ਦੋ ਹੋਰ ਗੱਲਾਂ ਦੱਸ ਦਿੰਦਾ। ਦੇਖੋ ਉਸ ਤੋਂ ਬਾਅਦ ਨਿਦਾ ਦੀ ਤੇ ਮਿਰਜ਼ਾ ਮਸਰੂਰ ਸਾਹਿਬ ਦੀ ਇੱਕ ਆਈਡੀਓ ਤੁਸੀਂ ਆਪ ਸੁਣੀ ਹੈ 44 ਮਿੰਟ ਦੀ, ਜਿੰਨਾ ਮਲੰਗ ਮਲੰਗਣੀਆਂ ਨਹੀਂ ਸੁਣੀ ਦੁਬਾਰਾ ਸੁਣ ਲਿਓ। ਉਹਦੇ ਵਿੱਚ ਉਹਨੇ ਕਿਹਾ ਕਿ ਮੇਰੇ ਪਿਓ ਮਿਰਜ਼ੇ ਲਕਮਾਨ ਨੇ, ਜਿਹੜਾ ਮਿਰਜ਼ੇ ਨਾਸਰ ਦਾ ਮੁੰਡਾ ਹੈ, ਉਹਨੇ ਮੇਰੇ ਪਿਓ ਨੇ, ਮੇਰੇ ਭਰਾ ਨੇ, ਮੇਰੇ ਡਾਕਟਰ ਮੁਬਸ਼ਰ ਨੇ, ਆਮਰ ਨੇ, ਮਿਰਜ਼ੇ ਮਸਰੂਰ ਦੇ ਸਾਲੇ ਨੇ, ਮੂਦ ਸ਼ਾਹ ਖੋਤੇ ਨੇ, ਸਾਰੇ ਮੇਰੇ ਨਾਲ ਬਚਪਨ ਤੋਂ, ਜਦੋਂ ਮੈਂ 2-4 ਸਾਲ ਦੀ ਹਾਂ ਉਦੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹਨੇ, ਉਸ ਤੋਂ ਬਾਅਦ 36 ਸਾਲ ਤੱਕ ਮੇਰੇ ਨਾਲ ਜ਼ਨਾ ਕਰਦੇ ਰਹੇ। ਇੰਜ ਤੇ ਸੂਰ ਵੀ ਨਹੀਂ ਕਰਦੇ, ਖੰਜ਼ੀਰ, ਸੂਰ, ਕੁੱਤੇ, ਕੋਈ ਦੁਨੀਆ ਦਾ ਇਨਸਾਨ ਸੋਚ ਨਹੀਂ ਸਕਦਾ। ਉਹ ਸੂਰ ਵੀ ਨਹੀਂ ਕਰਦੇ। YouTube ਦੇ ਉੱਤੇ ਤੁਸੀਂ ਪਾਓ, ਲਿਖੋ, ਤੁਹਾਨੂੰ ਸੂਰ ਮਿਲ ਜਾਣਗੇ ਦੁਸ਼ਮਣਾਂ ਕੋਲੋਂ ਆਪਣੇ ਬੱਚਿਆਂ ਨੂੰ ਬਚਾਉਂਦੇ। ਤੁਸੀਂ ਜੇ ਪੀਰ ਮੰਨਣਾ ਸੀ ਤੇ ਕੁਝ ਹਯਾ ਵਾਲਾ ਮੰਨ ਲੈਂਦੇ ਯਾਰ। ਲੋਕਾਂ ਵੀ ਮੰਨੇ ਹਨ ਪੀਰ। ਟਰੈਕਟਰ ਸ਼ਾਹ ਲੋਕਾਂ ਮੰਨਿਆ ਸੀ, ਬਲਡੋਜ਼ਰ ਸ਼ਾਹ ਮੰਨਿਆ ਸੀ, ਕਿੱਕਰ ਸ਼ਾਹ। ਇੱਕ ਦਿਨ ਮੈਂ ਹੁਣ ਵੇਖਿਆ YouTube ਤੇ ਹੈਲੀਕਾਪਟਰ ਸ਼ਾਹ। ਉਹ ਤੁਸੀਂ ਕੋਈ ਬੰਦੇ ਦੇ ਪੁੱਤਰਾਂ ਵਾਲਾ ਮੰਨਣਾ ਸੀ। ਤੁਹਾਨੂੰ ਪਹਿਲੇ ਦਿਨ ਤੋਂ ਲੋਕੀ ਆਂਦੇ ਸਨ ਕਿ ਇਹ ਕਸਰੇ ਖਿਲਾਫਤ ਜਿਹਦੇ ਬਾਹਰ ਮਲੰਗ ਮਲੰਗਣੀਆਂ ਦੇ ਨਿਆਣੇ ਮੂੰਹ ਪਰਾਂ ਨੂੰ ਕਰਕੇ ਡਿਊਟੀਆਂ ਦੇ ਖਲੋਤੇ ਹੁੰਦੇ ਨੇ ਸਵਾਬ ਲੈਣ ਦੀ ਖਾਤਰ ਕਿ ਇੱਥੇ ਸਾਡੇ ਹਜ਼ੂਰ ਦੀ ਫੈਮਿਲੀ ਏ। ਤੇ ਲੋਕਾਂ ਕਸਮਾਂ ਖਾਹਾ ਆਪਣੀਆਂ ਕਿਤਾਬਾਂ 'ਚ ਲਿਖਿਆ ਸੀ ਕਿ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲੇ ਬਦਕਾਰ ਨੇ। ਤੇ ਤੁਸੀਂ ਉਹਨਾਂ ਬਦਕਾਰਾਂ ਦੀ ਸਾਰੀ ਰਾਤ, ਉਹਨਾਂ ਜ਼ਾਨੀਆਂ ਬਦਕਾਰਾਂ ਦੀ ਹਿਫਾਜ਼ਤ ਕਰਕੇ ਸਵਾਬ ਲੈਂਦੇ ਸੋ ਮਲੰਗੋ। ਹੁਣ ਵੀ ਜਦੋਂ ਇੱਥੇ ਮਸੂਰਾ ਜਾਹਲ ਕੈਂਡਾ ਹੁੰਦਾ ਹੋਣਾ, ਨਾਲ ਮਿਰਜ਼ਾ ਲਕਮਾਨ, ਬਸ਼ਰ, ਮੂਦ, ਖੋਤਾ, ਸ਼ਿੰਡੀ ਸ਼ਾਹ ਸਾਰੇ ਆਉਂਦੇ ਹੋਣਗੇ, ਨਹੀਂ ਆਉਂਦੇ? ਤੇ ਤੁਹਾਡੇ ਕੁੜੀਆਂ ਮੁੰਡੇ ਜਨਾਬ ਜਿਹੜੀਆਂ ਬੀਬੀਆਂ ਨੇ ਉਹ ਮਿਰਜ਼ਿਆਂ ਦੀਆਂ ਕੁੜੀਆਂ ਦੀ, ਜ਼ਨਾਨੀਆਂ ਦੀ, ਤੇ ਜਿਹੜੇ ਮਲੰਗ ਨੇ ਮਲੰਗਣੀਆਂ ਕੁੜੀਆਂ ਦੀ ਤੇ ਮਿਰਜ਼ਿਆਂ ਦੀਆਂ, ਤੇ ਜਿਹੜੇ ਮੁੰਡੇ ਨੇ ਮਲੰਗਾਂ ਦੇ ਇੱਥੇ ਉਹ ਮਿਰਜ਼ਿਆਂ ਦੇ ਬੰਦਿਆਂ ਦੇ। ਕੋਈ ਕੱਪੜੇ ਧੋਣ ਡਿਆ, ਕੋਈ ਇਸਤਰੀ ਕਰਨ ਡਿਆ, ਕੋਈ ਪੱਗ ਬੰਨਣ ਡਿਆ, ਕੋਈ ਉਹਨਾਂ ਦੇ ਅੰਡਰਵੀਅਰ ਧੋਣ ਡਿਆ। ਉਹ ਸ਼ਰਮੋ ਕੋਈ ਜਨਾਬ ਝਾੜੂ ਮਾਰਨ ਡਿਆ, ਕੋਈ ਬਾਹਰ ਖਲੋਤਾ ਪਿਆ ਇੱਥੇ ਸਾਡੇ ਹਜੂਰ ਬਦਕਾਰ ਦੀ ਫੈਮਿਲੀ ਹੈ ਤੇ ਸਾਡੇ ਨਾਲ ਰੱਬ ਨੇ ਰਾਜ਼ੀ ਹੋਣਾ, ਡਿਊਟੀ ਦੇਣ ਡਿਆ ਰਾਤ। ਸਵੇਰੇ ਪਤਾ ਲੱਗਦਾ ਵੀ ਉਹ ਹੁਣ ਤੇ ਸਬੂਤ ਮਿਲ ਗਿਆ ਨਾ, ਉਹ ਅੰਦਰ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਡੇ ਨੇ, ਤੁਹਾਡੇ ਕੁੜੀਆਂ ਮੁੰਡੇ ਬਾਹਰ ਖਲੋਤੇ ਨੇ। ਤੇ ਸਵੇਰੇ ਉਹ ਜ਼ਨਾ ਵਾਲੇ ਕੱਪੜੇ ਤੁਹਾਂ ਧੋਣੇ ਹੁੰਦੇ ਨੇ ਤੁਹਾਡੀਆਂ ਧੀਆਂ ਨੇ। ਨਹੀਂ ਇਹ ਕੰਮ ਹੁੰਦਾ। ਮਸਰੂਰਾ ਜਾਹਲ ਤੇ ਉਹਦੇ ਚ ਆਂਦਾ ਤੇਰੇ ਨਾਲ ਜ਼ਨਾ ਹੋਇਆ ਜਾਂ ਨਹੀਂ ਹੋਇਆ, ਜਾਂ ਤੇ ਉਹ ਆਂਦਾ ਹੋਇਆ ਹੀ ਨਹੀਂ। ਕੋਈ ਸ਼ਰਮ ਹਯਾ ਤੁਹਾਡੇ ਚ ਹੈ? ਇਹੋ ਜਿਹੇ ਬਦਕਾਰ, ਇਹੋ ਜਿਹੇ ਕੰਮ ਤੇ ਸੂਰ ਵੀ ਨਹੀਂ ਕਰਦੇ ਜਿਨ੍ਹਾਂ ਨੂੰ ਤੁਸੀਂ ਪੀਰ ਮੰਨਿਆ। ਠੀਕ ਹੈ। ਉਸ ਤੋਂ ਬਾਅਦ ਇੱਕ ਫੇਰ ਆਈਡੀਓ ਆਈ ਸ਼ਿੰਡੀ ਸ਼ਾਹ ਦੀ, ਨਸੀਰ ਸ਼ਾਹ ਦੀ। ਉਹਨੇ ਕਿਹਾ ਮੈਂ ਕਾਦੀਆਨੀਆਂ ਦਾ ਜਿਹੜਾ ਚੌਥਾ ਸਰਬਰਾ ਮਿਰਜ਼ਾ ਤਾਹਰ ਹੈ, ਮੈਂ ਉਹਦੀ ਕੁੜੀ ਨਾਲ ਜ਼ਨਾ ਕੀਤਾ ਤੇ ਕਈ ਵਾਰੀ ਕੀਤਾ, ਮੈਨੂੰ ਪਤਾ ਹੀ ਨਹੀਂ। ਉਹ ਸੁਣੀ ਨਹੀਂ ਤੁਹਾਂ? ਸੂਰ ਇੰਜ ਕਰਦੇ ਨੇ। ਉਹ ਸਵੇਰੇ ਤੁਸੀਂ ਮਿਰਜ਼ੇ ਤਾਹਰ ਦੀਆਂ ਤਕਰੀਰਾਂ ਸੁਣਦੇ ਸੋ, ਉਹਦੇ ਹੱਥ ਝੁੰਮਦੇ ਸੋ, ਰਾਤ ਨੂੰ ਉਹਦੀਆਂ ਕੁੜੀਆਂ ਨਾਲ ਜ਼ਨਾ ਕਰਦੇ ਸੋ ਬਗੈਰ ਤੋਂ। ਸ਼ਰਮ ਹਯਾ ਹੈ ਹੀ ਕੋਈ ਨਹੀਂ। ਨਾ ਤੁਹਾਡਾ ਹਕੀਕੀ ਇਸਲਾਮ ਹੈ, ਕਰਤੂਤਾਂ ਆਪਣੀਆਂ ਵੇਖ ਲਓ। ਇਸ ਮਾਰਿਆਂ ਲੋਕੀ ਜਿੱਥੇ ਜਿੱਥੇ ਤੁਸੀਂ ਜਾਂਦੇ ਹੋ ਲੋਕੀ ਤੋਬਾ ਤੋਬਾ ਕਰ ਜਾਂਦੇ ਨੇ, ਆਂਦੇ ਨੇ ਆਹ ਬਦਕਾਰਾਂ ਦਾ ਟੋਲਾ। ਐਨੀਵੇ ਉਸ ਤੋਂ ਬਾਅਦ ਤੁਹਾਡੀ ਉਹ ਮਿਰਜ਼ੇ ਤਾਹਰ ਦੀ
ਧੀ ਫਾਇਜ਼ਾ, ਉਹਦੀ ਇੱਕ ਆਈਡੀਓ ਆਈ ਹੈ ਸਾਹਮਣੇ। ਉਹ ਆਂਦੀ ਏ ਯਹੂਦੀ ਈਸਾਈ ਹੱਤਾ ਕਿ ਉਹ ਮੌਲਵੀ ਜਿਨ੍ਹਾਂ ਨੂੰ ਅਸੀਂ ਗਾਲਾਂ ਕੱਢਦੇ ਸਾਂ, ਉਹਨਾਂ ਦੇ ਘਰ ਵੀ ਇੰਜ ਦਾ ਗੰਦ ਨਹੀਂ ਹੋਇਆ, ਇੰਜ ਦਾ ਜ਼ੁਲਮ ਨਹੀਂ ਹੋਇਆ ਜਿਵੇਂ ਦਾ ਸਾਡੇ ਨਾਲ ਜ਼ੁਲਮ ਹੋਇਆ, ਜਿਵੇਂ ਦਾ ਸਾਡੇ ਘਰ ਲੁੱਚ ਤਲਿਆ ਗਿਆ। ਇਹ ਤੁਹਾਡੀ ਫਾਇਜ਼ਾ ਸਾਹਿਬਾ ਕਹਿ ਰਹੀਆਂ ਨੇ, ਮਿਰਜ਼ੇ ਦੀ ਧੀ ਕਹਿ ਰਹੀ ਹੈ, ਇਹ ਤੁਹਾਡੇ ਪੀਰ ਨੇ। ਉਹ ਤੁਸੀਂ ਫਾਇਜ਼ਾ ਦਾ, ਨਿਦਾ ਦਾ, ਮਸਰੂਰੇ ਜਾਹਲ ਦਾ, ਡਾਕਟਰ ਬਸ਼ਾ ਦਾ ਝੂਠਾ ਨਹੀਂ ਹੋ ਖਾਂਦੇ, ਕਿਉਂ ਮਲੰਗ ਮਲੰਗਣੀਆਂ? ਤੁਹਾਡੀਆਂ ਕੁੜੀਆਂ ਮੁੰਡੇ ਜਿੱਥੇ ਇਹ ਮਿਰਜ਼ਿਆਂ ਦੇ ਟੋਲੇ ਜਾਂਦੇ ਹਨ, ਤੁਹਾਡੀਆਂ ਕੁੜੀਆਂ ਮੁੰਡੇ ਉੱਥੇ ਡਿਊਟੀਆਂ ਨਹੀਂ ਹਨ ਕਰਦੇ ਕਿ ਪਾਕ ਫੈਮਿਲੀ ਆਈ ਹੈ ਪੁੱਤਰ ਜਾ ਕੇ ਡਿਊਟੀ ਦੇ ਆ ਰਾਤ, ਘਰ ਨਾ ਪੜ੍ਹਨਾ ਸਬਕ। ਤੇ ਹੁਣ ਉਹ ਆਂਦੀ ਹੈ ਹਫਤੇ 'ਚ ਮੇਰੇ ਨਾਲ 4 ਵਾਰੀ ਜ਼ਨਾ ਹੁੰਦਾ। ਸੁਣੀ ਨਹੀਂ ਜਾਈਦੀ ਉਹਦੀ ਆਪਣੀ ਧੀ ਰਾਣੀ ਦੀ? ਕਿਉਂ ਏ, ਕਿਉਂ ਕੀ ਇਸਲਾਮ ਵਾਲੇ ਹੋ? ਤੁਹਾਨੂੰ ਮੈਂ ਲਿੰਕ ਦੇਣਾ, ਨਾਲੇ ਆ ਜਾਓ ਇੱਥੇ ਆਣ ਕੇ ਸਾਨੂੰ ਦੱਸੋ ਕੁਝ ਕਿ ਇਹ ਕਿਹੜੇ ਪੀਰ ਨੇ ਤੁਹਾਡੇ। ਉਹ ਬੰਦਾ ਕਿ ਘਰੋਂ ਮੰਜੀ ਲੈਣ ਗਿਆ, ਉਹ ਆਖਾਂਗਾ ਯਾਰ ਮੰਜੀ ਚਾਹੀਦੀ ਏ, ਉਹ ਬੰਦਾ ਆਖਣ ਲੱਗਾ ਸਾਡੇ ਕੋਲ ਮੰਜੀ ਕੋਈ ਨਹੀਂ, ਇੱਕ ਤੇ ਮੇਰੀ ਜਨਾਨੀ ਤੇ ਮੇਰਾ ਪਿਓ ਸੌਂਦੇ ਨੇ, ਇੱਕ ਤੇ ਮੈਂ ਤੇ ਮੇਰੀ ਮਾਂ ਸੌਂਦੇ ਆ। ਉਹ ਆਖਾਂਗਾ ਬਸ਼ਰਮੋ ਸਵੋਂ ਦੇ ਬੰਦੇ ਦੇ ਪੁੱਤਰਾਂ ਵਾਂਗੂ ਮੰਜੀ ਦਿਓ ਭਾਵੇਂ ਨਾ ਦਿਓ। ਉਹ ਤੁਸੀਂ ਪੀਰ ਤੇ ਕੋਈ ਬੰਦੇ ਦੇ ਪੁੱਤਰਾਂ ਵਾਲਾ ਮੰਨ ਲੈਣਾ ਸੀ। ਜੇ ਲੋਕਾਂ ਨੇ ਸਾਰੇ ਮੰਨੇ ਸਨ, ਕਈਆਂ ਟਰੈਕਟਰ ਸ਼ਾਹ ਮੰਨਿਆ ਸੀ, ਕਾਰਤੂਸ ਸ਼ਾਹ ਮੰਨਿਆ ਸੀ, ਤੁਸੀਂ ਕੋਈ ਗੈਰਤ ਕਰ ਜਾਂਦੇ ਯਾਰ। ਐਨੀਵੇ, ਇੱਥੇ ਇੱਕ ਕੈਲਗਰੀ ਰੇਡੀਓ ਦੇ ਉੱਤੇ ਪ੍ਰੋਗਰਾਮ ਸੀ, ਉਹਦੇ 'ਚ ਉਹਨਾਂ ਦੱਸਿਆ ਕਿ ਇੱਕ ਬੰਦਾ ਇੰਡੀਆ 'ਚ ਫੜਿਆ ਗਿਆ ਇਸ ਤਰ੍ਹਾਂ ਦਾ ਹੀ ਸਟੱਲੀ ਪੀਰ। ਉਹਨੂੰ ਲੋਕੀ ਨਵਾਉਂਦੇ ਸਨ ਦੁੱਧ ਨਾਲ, ਤੇ ਜਿਹੜਾ ਉਹਦੇ ਜਿਸਮ ਤੋਂ ਦੁੱਧ ਕੋ 2 ਕਿਲੋ 4 ਕਿਲੋ ਲੱਭਦਾ ਸੀ ਨਾ, ਜਿਹੜਾ ਲੈਂਦਾ ਸੀ ਦੁੱਧ ਉਹਦੇ ਕੋਲ 2-4 ਕਿਲੋ, ਉਹਨੂੰ ਖੋਏ 'ਚ ਪਾਉਂਦੇ ਸਨ, ਜਿਹੜਾ ਉੱਥੇ ਵੱਡਾ ਹਰਾ ਉਹਦਾ ਕੋਈ ਬਣਾਇਆ ਸਨ ਆਸ਼ਰਮ ਜਿਹਾ। ਇੱਥੇ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦਾ ਸੀ ਕੈਲਗਰੀ, ਤੇ ਫਿਰ ਉਹ ਸਾਰੇ ਖਾਂਦੇ ਸਨ, ਉਹ ਜਿਹੜਾ ਖੋਇਆ ਸੀ ਉਹ ਸਾਰੇ ਮਲੰਗ ਖਾਂਦੇ ਹਨ। ਇੱਥੇ ਇੱਕ ਬੰਦੇ ਨੇ ਕਾਲ ਕਰ ਦਿੱਤੀ ਰੇਡੀਓ ਤੇ, ਉਹ ਆਖਣ ਲੱਗਾ ਮੈਨੂੰ ਉਲਟੀ ਆਉਣ ਡਈ ਹੈ, ਮੈਂ ਤੇ ਆਪ ਉਹ ਖੋਇਆ ਖਾਂਦਾ ਰਿਹਾ, ਬਾਅਦ 'ਚ ਪਤਾ ਲੱਗਾ ਉਸ ਬੰਦੇ ਨਾਲ ਵੱਡਾ ਜ਼ਾਨੀ ਸ਼ਰਾਬੀ ਹੈ ਹੀ ਕੋਈ ਨਹੀਂ ਸੀ ਤੇ ਕਾਤਲ ਲੋਕਾਂ ਦਾ। ਤੁਸੀਂ ਮਲੰਗ ਮਲੰਗਣੀਓ ਜਿਹੜੇ ਮਿਰਜ਼ਿਆਂ ਦੇ ਝੂਠੇ ਖਾਂਦੇ ਰਹੇ ਹੋ ਤੇ ਆਪਣੇ ਬੱਚਿਆਂ ਨੂੰ ਖਵਾਉਂਦੇ ਰਹੇ ਹੋ, ਹੁਣ ਸਾਹਮਣੇ ਆਈ ਹੈ ਆਈਡੀਓ, ਉਹ ਸਾਰਾ ਟੱਬਰ ਰਾਤ ਨੂੰ ਕੁੜੀਆਂ ਆਪਣੀਆਂ ਨਾਲ ਜ਼ਨਾ ਕਰਦਾ ਹੁੰਦਾ ਸੀ, ਤੇ ਸਵੇਰੇ ਤੁਸੀਂ ਉਹਨਾਂ ਕੱਪੜਿਆਂ ਨੂੰ ਚੁੰਮ ਚੁੰਮ ਆਪਣੇ ਨਿਆਣੇ ਦੇ ਮੂੰਹ ਨੂੰ ਲਾਉਂਦੇ ਸੋ। ਉਹ ਬਸ਼ਰਮੋ। ਤੇ ਮਸਰੂਰ ਸਾਹਿਬ ਤੁਹਾਡਾ ਵਿੱਚ ਨਹੀਂ ਬੋਲਦਾ, ਵਿੱਚ ਕੇਸ ਵੀ ਹੋਇਆ ਪੁੱਤਰ ਹੁਣ ਤੇ ਯੂਕੇ 'ਚ, ਛਿੱਤਰ ਵੀ ਪੈਣਗੇ। ਆ ਇੱਕ ਲੌਂਡੇਬਾਜ਼ ਕੱਢਿਆ ਨਾ ਉਹਨੇ ਕੱਲ ਪਰਸੋਂ, ਉਹਨੇ ਮੋਹਰ ਲਾਈ ਹੈ, ਉਹਨੇ ਕਿਹਾ ਪਹਿਲਾ ਲੌਂਡੇਬਾਜ਼ ਇਹਨਾਂ ਭੇਜਿਆ ਕਾਦੀਆਨੀਆਂ ਨੇ ਚੁਣ ਚਣ ਕੇ। ਉੱਥੇ ਹੁਣ ਨਵਾਂ ਇਲੈਕਸ਼ਨ ਹੋਣਾ ਪੁੱਤਰ, ਉੱਥੇ ਨਿਕਲਿਓ ਬਾਹਰ, ਉੱਥੇ ਗੋਰੀਆਂ ਨੇ ਪਿੱਟਣਾ। ਉਹਨਾਂ ਨੇ ਆਂਦੇ ਸਨ ਅਸੀਂ ਹਕੀਕੀ ਇਸਲਾਮ ਵਾਲੇ ਬੜੇ ਨੇਕ ਆ, ਸਾਨੂੰ ਫਿਰ ਇਲੈਕਸ਼ਨ ਪਵਾਤਾ ਜੀ। ਐਨੀਵੇ ਅੱਗੇ ਚੱਲਦੇ ਆ। ਸੋ ਮਤਲਬ ਇਹ ਆ ਕਿ ਜੋ ਤੁਸੀਂ ਇਹ ਕਰਤੂਤਾਂ ਕਰਦੇ ਹੋ, ਨਾ ਤੁਹਾਡਾ ਅਕੀਦਾ ਤੇ ਨਾ ਸੱਜਣ ਤੁਹਾਡੀਆਂ ਕਰਤੂਤਾਂ ਇਹ ਇਨਸਾਨਾਂ ਵਾਲੀਆਂ ਨਹੀਂ, ਇਸ ਤਰ੍ਹਾਂ ਜਿਵੇਂ ਪਿੰਡ 'ਚ ਸੂਰ ਲਿਆ ਬੰਨਿਆ ਤਾਂ ਦੁਨੀਆ ਇਕੱਠੀ ਹੋ ਜਾਂਦੀ ਹੈ। ਅੱਗੇ ਚਲੋ, ਇੱਕ ਹੋਰ ਚੀਜ਼ ਹੈ, ਕਿਆ ਤੁਹਾਡੀਆਂ ਧੀਆਂ ਪੁੱਤਰ ਕਾਦੀਆਨੀਓ ਸੁਣੋ, ਕਿਆ ਤੁਹਾਡੀਆਂ ਧੀਆਂ ਪੁੱਤਰ 50 ਕਿਸਮ ਦੇ ਚੰਦੇ ਦੇਣਗੇ? ਸੋਚੋ। ਪਹਿਲੀ ਤਾਂ ਗੱਲ ਹੈ ਕਿ ਚੰਦੇ ਇਸਲਾਮ ਦਾ ਤੇ ਕੋਈ ਹੈ ਹੀ ਨਹੀਂ, ਤੇ ਦੂਜੀ ਗੱਲ ਹੈ ਕਿ ਇਹ ਚੰਦੇ ਜਿਹੜੇ ਉੱਥੇ ਕੇਸ ਹੋਏ ਨੇ, ਮਸਰੂਰ ਸਾਹਿਬ ਜਿਹੜੇ ਘੋੜਿਆਂ ਦੇ ਪੈਸੇ ਲਾਉਂਦੇ ਨੇ ਚੰਦੇ ਦੇ ਨੇ, ਜਿਹੜੇ ਉੱਥੇ ਜ਼ਨਾ ਦੀਆਂ ਤਰੀਖਾਂ ਤੇ ਗੱਡੀਆਂ ਜਾਣੀਆਂ ਨੇ, ਹਜ਼ੂਰ ਦੇ ਪਿੱਛੇ ਵੀ ਜੁੜ ਜਾਓ ਤੇ ਅੱਗੇ ਵੀ ਜੁੜ ਜਾਓ, ਚੰਦੇ ਦੇ ਪੈਸੇ ਲੱਗਣੇ ਨੇ ਬਦਕਾਰੋ। ਜਿਹੜੀ ਕਿਤਾਬ ਲਿਖੀਆਂ ਨੇ ਛਪਾਈਆਂ ਨੇ ਜਿਹਦੇ 'ਚ ਲਿਖਿਆ ਹੈ ਕਿ ਮਿਰਜ਼ਾ ਕਸਤੂਰੀ ਦੀ ਖੁਸ਼ਬੂ ਏ ਤੇ ਨਊਜ਼ ਬਿੱਲਾ ਹਜ਼ਰਤ ਇਮਾਮ ਹੁਸੈਨ ਅਲੈਹਿਸਲਾਮ ਗੂੰ ਦੀ ਢੇਰੀ ਏ, ਉਹ ਵੀ ਤੁਹਾਡੇ ਜ਼ੁਲਮ ਚੰਦੇ ਨਾਲ ਲਿਖਿਆ ਹੈ। ਤੇ ਚੰਦਾ ਦੇਣ ਵਾਲੇ ਉਦੋਂ ਵੱਡੇ ਬਦਕਾਰ ਹੁੰਦੇ ਨੇ, ਕਤਲ ਕਰਨ ਵਾਲਾ ਓਡਾ ਮੁਜਰਮ ਨਹੀਂ ਹੁੰਦਾ ਜਿੰਨਾ ਕਤਲ ਕਰਵਾਉਣ ਵਾਲਾ ਹੁੰਦਾ ਹੈ।
ये तुसां चंदा दे दे के जुल्म किया है। ਉਹਨੇ ਸ਼ੇਂਡੀ ਸ਼ਾਹ ਦੀ ਜ਼ਮਾਨਤ ਕਰਾਣੀ ਹੈ, ਉਧਰੋਂ ਲੁਕਮਾਨ ਦੀ ਕਰਾਣੀ ਹੈ, ਉਹ ਪੁੱਤਰ ਚੰਦਾ ਲੱਗਣਾ ਹੈ। ਤੇ ਜਿਹੜੀਆਂ ਡਿਊਟੀਆਂ ਦਿੰਦੇ ਸੋ ਸਾਰੀ ਸਾਰੀ ਰਾਤ ਬਰਕਤ ਵਾਸਤੇ, ਉਹ ਵੀ ਅਜੇ ਤੁਹਾਂ ਹਿਸਾਬ ਦੇਣਾ ਰੱਬ ਨੂੰ ਕਿ ਬਾਹਰ ਖਲੋ ਕੇ ਜ਼ਨਾ ਅੰਦਰ ਕਰਵਾਉਂਦੇ ਸੋ। ਬੇਸ਼ਰਮੋ, ਕੁੜੀ ਨੂੰ ਆਉਂਦੇ ਹੋ ਚਾਹ ਉੱਥੇ ਜਾ ਕੇ ਮਿਰਜ਼ਿਆਂ ਦੀਆਂ ਕੁੜੀਆਂ ਆਈਆਂ ਨੇ, ਜਾ ਕੇ ਤੇ ਜਨਾਬ ਉੱਥੇ ਨਾ ਕਮਰੇ ਸਾਫ਼ ਕਰ ਦੋ, ਅੱਲਾਹ ਪਾਕ ਤੁਹਾਡੇ ਨਾਲ ਖੁਸ਼ ਹੋਏਗਾ। ਕਿਹੜਾ ਅੱਲਾਹ ਹੈ? ਕਿਉਂ ਕਾਦੀਆਨੀ ਉਹ ਹੋਣੀ? ਕੋਈ ਸੋਚ ਜਾਓ, ਸੋਚੋ 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 ਸੋਚੋ। 50 ਕਿਸਮ ਦੇ ਚੰਦੇ ਪੁੱਤਰ ਤੁਹਾਡੇ ਅਣਜਾਣਿਆਂ ਨੇ ਨਹੀਂ ਦੇਣੇ। ਫਿਰ ਜਿਹੜੀਆਂ ਕਬਰਾਂ ਵੇਚ ਕੇ ਮਿਰਜ਼ਿਆਂ ਨੇ ਤੁਹਾਨੂੰ ਵੇਚੀਆਂ ਨੇ, ਨਾ ਤੇ ਇਸਲਾਮ 'ਚ ਹੈ ਹੀ ਨਹੀਂ ਹੈ। ਉਹ ਤੁਹਾਂ ਨਾਰਾ ਮਾਰਿਆ ਹਕੀਕੀ ਇਸਲਾਮ, ਤੇ ਇਸਲਾਮ 'ਚ ਤੇ ਕਬਰਾਂ ਕੋਈ ਨਹੀਂ। ਤੁਸਾਂ ਇਹ ਲੁੱਚ ਕਿੱਥੋਂ ਲਿਆ ਹੈ? ਕਿਉਂ ਮਲੰਗੋ? ਆਂਦੇ ਹੋ ਦਲੀਲ ਨਾ ਸੀ ਮੂੰਹ ਬੰਦ ਕਰ ਦਿਆਂਗੇ। ਕਿੱਥੇ ਨੇ ਮੂੰਹ ਤੁਹਾਡੇ? ਆਹ ਬੰਦ ਕਰੋ ਆਣ ਕੇ। ਹੈ ਕਿਉਂ ਮਲੰਗ ਮਲੰਗਣੀਓ? 10-10 20-20 30-30 ਹਜ਼ਾਰ ਕਈ ਪ੍ਰੋਗਰਾਮ ਨੇ ਸਾਡੇ ਜਿਹੜੇ ਲੱਖ ਦੇ ਕਰੀਬ ਪਹੁੰਚ ਗਏ ਨੇ, ਤੁਹਾਂ ਵੇਖੇ ਨੇ। ਕਰੋ ਹਾਂ ਦਲੀਲ ਨਾਲ ਮੂੰਹ ਸਾਡੇ ਬੰਦ ਇੱਥੇ ਆਣ ਕੇ ਵਾਲਾ। ਤੁਹਾਡੇ ਆਣੇ ਪੁੱਤਰ 50 ਕਿਸਮ ਦੇ ਚੰਦੇ ਨਹੀਂ ਦੇਣੇ। ਤੁਸੀਂ ਝੀਲਦੇ ਰਹੇ ਹੋ ਪਾਬੰਦੀ। ਮਿਰਜ਼ੇ ਆਂਦੇ ਸਨ ਤੁਹਾਡੀ ਕੁੜੀ ਜਾਂ ਪੁੱਤ ਨੇ ਵਿਆਹ ਕਰਨਾ, ਸਾਲ ਚੰਦਾ ਦਿਓ। ਸਾਲ ਦੀ ਪਾਬੰਦੀ ਲਾ ਹਟਦੇ ਹਨ ਮਿਰਜ਼ੇ ਤੁਹਾਡੇ ਧੀਆਂ ਪੁੱਤਰ ਦੇ ਵਿਆਹ ਤੇ। ਕਿਉਂ ਮਲੰਗੋ? ਨਹੀਂ ਹਣ ਲਾਉਂਦੇ? ਉਹ ਜਿਵੇਂ ਹੀਰਾ ਮੰਡੀ ਦੇ ਅੱਗੇ ਹੁੰਦਾ ਨਾ ਦਲਾਲ ਖਲੋਤਾ, ਐਵੇਂ ਮਸਰੂਰਾ ਜਾਹ ਲੱਗੇ ਦਲਾਲ ਖਲੋਤਾ ਹੁੰਦਾ। ਉਹ ਆਂਦਾ ਮੈਨੂੰ ਚੰਦਾ ਦਿਓ, ਮਲੰਗਣੀ ਸਾਲ 2 ਦਾ ਵਿਆਹ ਨਾ ਹੋਵੇ, ਜ਼ਨਾ ਕਰ ਲੈ, ਕੋਈ ਮਸਲਾ ਨਹੀਂ। ਕਿਉਂਕਿ ਉਹਨਾਂ ਦੀਆਂ ਆਪਣੀਆਂ ਕੁੜੀਆਂ ਕਰਦੀਆਂ, ਉਹਨਾਂ ਨੂੰ ਕੀ ਮਸਲਾ? ਉਹਨਾਂ ਨੂੰ ਤੇ ਪੈਸੇ ਚਾਹੀਦੇ ਨੇ। ਤੁਹਾਡੇ ਨਿਆਣਿਆਂ ਸਾਲ ਦੀ ਪਾਬੰਦੀ ਬਰਦਾਸ਼ਤ ਕਰਨਗੇ ਨਾ? ਤੁਹਾਡੇ ਨਿਆਣੇ ਜਿਹੜੇ ਨੇ ਇਹਨਾਂ ਮੁਲਕਾਂ 'ਚ ਪਲਣ ਵਾਲੇ, ਉਹ 50 ਕਿਸਮ ਦੇ ਛਿੱਤਰ ਖਾਣਗੇ। ਜਿਹੜੇ ਆ ਮੇਰਾ ਮਤਲਬ ਇਹ ਅਖਰਾਜ ਦੀਆਂ ਜੁੱਤੀਆਂ ਤੁਹਾਡੇ ਸਿਰ 'ਚ ਪੈਂਦੀਆਂ ਨੇ। ਗਲੀ ਗਲੀ ਤੁਹਾਡਾ ਐਲਾਨ ਹੁੰਦਾ, ਇੱਥੇ ਪਲਣ ਵਾਲੇ ਨਿਆਣਿਆਂ ਦਾ ਐਲਾਨ ਪੂਰੇ ਕੈਨੇਡਾ 'ਚ ਪੂਰੀ ਦੁਨੀਆ 'ਚ ਹੋਏਗਾ। ਬਰਦਾਸ਼ਤ ਕਰਨਗੇ? ਸੋਚੀ ਜਾਓ, ਸੋਚੋ ਸੋਚੋ। ਨਹੀਂ ਕਰਨਗੇ। ਇੱਥੇ ਪਲਣ ਵਾਲੇ ਨਿਆਣੇ ਪੁੱਤਰ ਸਾਲ ਦੀ ਪਾਬੰਦੀ ਵਿਆਹ ਤੇ ਬਰਦਾਸ਼ਤ ਨਹੀਂ ਕਰਨਗੇ। ਨਾ ਉਹ ਅਖਰਾਜ ਦੀਆਂ ਜੁੱਤੀਆਂ ਖਾਣਗੇ, ਤੇ ਨਾ ਉਹਨਾਂ ਦੇ ਨਾਂ ਤੁਸੀਂ ਗਲੀ ਗਲੀ ਲਵੋਗੇ, ਤੇ ਨਾ ਉਹ ਬਰਦਾਸ਼ਤ ਕਰਨਗੇ। ਫਿਰ ਇੱਥੇ ਪਲਣ ਵਾਲੇ ਜਿਹੜੇ ਨਿਆਣੇ ਨੇ, ਉਹਨਾਂ ਦੇ ਫੈਸਲੇ ਤੁਸੀਂ ਆਖੋਗੇ लौंडे बाद में रब्बी फोन करेगा, आए जी जरा फैमिली का, मैं आपकी फैमिली का फैसला करता हूं। वो कैनेडा च फैमिली की कोर्ट को नहीं। जे किसी मलंग मलंगनी के पैसों का रौला हो तो कैनेडा च कोई पैसे लैन देन की कोई अदालत नहीं। क्यों बदकारो? वो तुसां जो उत्थे टोरंटो 4 बुढ़े बुढ़े ठरकी जिनसी ठरकी बुढ़े बिठाए ने, ਜਿਹੜੇ ਤੁਹਾਡੇ ਜਾਂਦੇ ਨੇ, तो ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਜਾ ਕੇ ਛਾਤੀਆਂ 'ਤੇ ਖਿੱਚਦੇ ਨੇ। ਉਹ ਹੈ ਜਨਾਨੀਆਂ ਤੁਹਾਡੀਆਂ ਜਿਹੜੀਆਂ ਜਾਂਦੀਆਂ ਨੇ ਇਹ ਕੰਮ ਕਰਾਉਂਦੀਆਂ ਨੇ। ਨਹੀਂ ਤੇ ਉਹ ਨਿਦਾ ਦੀ ਇੱਕ ਆਈਡੀ ਉਹ ਸੱਚ ਹੋਰ ਆਈ ਜੇ। ਉਹ ਆਂਦੀ ਹੈ ਰੱਬੂ ਇੱਕ ਕੁੜੀ ਗਈ, ਉਹਨੇ ਜਾ ਕੇ ਉਧਰਦਾਰ ਨੂੰ ਕਿਹਾ ਮੇਰੀ ਮਦਦ ਕਰ। ਉਹਨੇ ਆਖਿਆ ਪਹਿਲਾਂ ਮੇਰੇ ਨਾਲ ਜ਼ਨਾ ਕਰ। ਸੁਣ ਲਓ ਜਾ ਕੇ ਤੁਹਾਡੀ ਧੀ ਆਂਦੀ ਜੇ। ਤੁਹਾਡੇ ਕੁੜੀਆਂ ਮੁੰਡੇ ਜਿਹੜੇ ਇਸ ਮੁਲਕ 'ਚ ਪਲਦੇ ਨੇ, ਕਿਆ ਆਪਣੇ ਉਹ ਫੈਸਲੇ ਆਪਣੀ ਜਾਇਦਾਦ ਦੇ, ਆਪਣੇ ਫੈਮਿਲੀ ਦੇ, ਆਪਣੇ ਲੈਣ ਦੇਣ ਦੇ ਉਹ ਇਹਨਾਂ ਬਦਕਾਰਾਂ ਕੋ ਕਰਵਾਉਣਗੇ ਨਾ? ਹੋਏਗਾ ਕੀ ਪੁੱਤਰ? ਅਖਰਾਜ ਹੋਏਗਾ ਉਹਨਾਂ ਦਾ। ਇਹ ਜਿਹੜੇ ਸੱਪ ਤੁਸੀਂ ਪਾਲਦੇ ਹੋ ਨਾ ਚੰਦਾ ਦੇ ਦੇ ਕੇ, ਇਹ ਉਹਨਾਂ ਦੇ ਸਿਰ 'ਚ ਅਖਰਾਜ ਦੀਆਂ ਜੁੱਤੀਆਂ ਮਾਰਨਗੇ ਤੇ ਫਿਰ ਤੁਹਾਡੀ ਜਾਨ ਨੂੰ ਰੋਣਗੇ। ਤੁਹਾਡੇ ਨਿਆਣੇ ਤੁਹਾਡੀ ਜਾ ਕੇ ਕਬਰ ਤੇ ਕਬਰਾਂ ਦਾ ਵੀ ਅੱਗੋਂ ਇੱਕ ਹੋਰ ਤਮਾਸ਼ਾ ਤੁਹਾਨੂੰ ਮੈਂ ਦੱਸਣਾ, ਉਹ ਵੀ ਇੱਕ ਜ਼ੁਲਮ ਹੋ ਰਿਹਾ। ਜਿਹੜਾ ਉਸ ਬਿਸ਼ਤੀ ਮਕਬਰੇ ਦੀ ਲਾਨਤ 'ਚ ਵੜ ਗਿਆ, ਕਿਉਂਕਿ ਇੱਥੇ ਜਿੱਥੇ ਜਾਂਦੇ ਨੇ ਉੱਥੇ ਨਾਲ ਜੰਨਤ ਵੀ ਵੇਚਦੇ ਨੇ ਮਿਰਜ਼ੇ। ਜਿਹੜੇ ਬੰਦੇ ਦਾ ਅਖਰਾਜ ਹੋ ਜਾਂਦਾ ਪੁੱਤਰ, ਉਹਦਾ ਬਿਸ਼ਤੀ ਮਕਬਰੇ ਦਾ ਕਾਰਡ ਨਹੀਂ ਜ ਬਣਦਾ। ਕਾਦੀਆਂ 'ਚ ਕਈ ਮਲੰਗ ਮਲੰਗਣੀਆਂ ਮੈਨੂੰ ਫੋਨ ਕਰਦੇ ਨੇ, ਰੋਂਦੇ ਨੇ, ਆਂਦੇ ਨੇ ਸਾਡਾ ਕਾਰਡ ਕੋ ਨਹੀਂ, ਤੇ ਮਿਰਜ਼ੇ ਦੀ ਟੱਟੀ ਮੂਤਰ ਵਾਲੀ ਜਿਹੜੀ ਕਬਰ ਹੈ ਉਹਦੇ ਚਫੇਰੇ 8-8 ਫੁੱਟ ਦੀਵਾਰ ਏ।
ਕਾਦੀਆਨੀਆਂ ਦੇ ਲੁੱਟੇ ਚੰਦੇ ਦੀ। ਉੱਤੇ ਕੈਮਰੇ ਲੱਗੇ ਨੇ, 2 ਪੁਲਿਸ ਵਾਲੇ ਸਾਹਮਣੇ ਬੈਠੇ ਨੇ। ਕਾਰਡ ਕੋਲ ਕੋ नहीं, ਅਸੀਂ ਮਾਂ ਦੀ ਕਬਰ ਤੇ ਵੀ नहीं जा सकते। ਇਹ ਤੁਸਾਂ ਮੁਰਦੇ ਪੈਸੇ ਵੀ ਦੇਣੇ ਨੇ, ਮੁਰਦੇ ਵੀ ਵੇਚਣੇ ਨੇ, ਮਾਂ ਵੀ ਵੇਚਣੀ ਹੈ ਤੁਸਾਂ। ਮਾਂ ਮਿਰਜ਼ਾ ਨੂੰ ਦੇਣੀ ਹੈ। ਉਹਦੇ ਕੋਲ ਕਾਰਡ ਨਹੀਂ ਹੋਣਾ, ਉਹ ਆਪਣੀ ਮਾਂ ਭੈਣ ਭਰਾ ਦੇ ਕਿਸੇ ਪਿਆਰੇ ਦੀ ਕਬਰ ਤੇ ਵੀ ਨਹੀਂ ਜਾ ਸਕੇਗਾ। ਉਹ ਤੁਸੀਂ ਇਹ ਸੱਪ ਕਿਉਂ ਪਾਲਦੇ ਹੋ ਮਲੰਗੋ? ਇਹ ਕਿਹੜਾ ਇਸਲਾਮ ਹੈ ਜਿਹੜਾ ਤੁਹਾਨੂੰ ਮਿਲਿਆ ਹੈ? ਤੇ ਤੁਹਾਨੂੰ ਲੁੱਟਿਆ ਕਿੰਨੇ ਨੇ? ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲੇ ਟੋਲੇ ਨੇ। ਆਓ ਆਣ ਕੇ ਜਵਾਬ ਦਿਓ। ਕਰੋੜਾਂ ਬੈਤਾਂ ਦਾ ਹੱਡੀਆਂ ਹੋ ਗਈਆਂ, ਕਰੋੜਾਂ ਬੈਤਾਂ। ਵਹਾਓ ਮੈਨੂੰ ਕਰੋੜਾਂ ਬੈਤਾਂ ਕਿੱਥੇ ਨੇ? ਉਹ ਇੱਕ ਮਿਰਜ਼ਾ ਤਾਹਰ ਸੀ ਤੁਹਾਡਾ ਬਦਕਾਰ, ਜਿਹਦੇ ਤੁਸੀਂ ਹੱਥ ਚੁੰਮਦੇ ਸੋ ਦਿਨੇ ਤੇ ਰਾਤ ਨੂੰ ਉਹਦੀਆਂ ਕੁੜੀਆਂ ਦੇ ਚੁੰਮਦੇ ਸੋ। ਐਡੇ ਤੁਸੀਂ ਬਗੈਰਾ ਤੋਂ ਕਿਸੇ ਮੌਲਵੀ ਤੇ ਨਹੀਂ ਚੁੰਮੇ, ਤੁਹਾਂ ਆਪ ਚੁੰਮੇ ਨੇ। ਰਾਤੀ ਉਹਦੀਆਂ ਕੁੜੀਆਂ ਨਾਲ ਜ਼ਨਾ ਕਰਦੇ ਹੋ, ਸਵੇਰੇ ਆਂਦੇ ਸੋ ਮਿਰਜ਼ਾ ਸਾਹਿਬ ਸਾਡਾ ਸ਼ੇਰ ਪਿਆ ਬੋਲਦਾ। ਕਿਉਂ ਇਹ ਕਾਦੀਆਨੀ ਹੋ? ਇੰਝ ਹੀ ਕਰਦੇ ਰਹੇ ਹੋ ਨਾ ਕਿ ਨਹੀਂ? ਇੰਝ ਕੀਤਾ ਤੁਹਾਂ। ਉਸ ਇਹ ਤੁਸੀਂ ਕਿਉਂ ਇਸ ਤਰ੍ਹਾਂ ਦਾ ਜਾਲ ਤਿਆਰ ਪੇ ਕਰਦੇ ਹੋ ਆਪਣੇ ਬੱਚਿਆਂ ਵਾਸਤੇ? ਸਟੇਟ ਅੰਦਰ ਸਟੇਟ ਤੁਸਾਂ ਬਣਾਈ ਏ। ਤੁਹਾਡੀਆਂ ਕਿਤਾਬਾਂ 'ਚ ਹਜ਼ਰਤ ਈਸਾ ਅਲੈਹਿਸਲਾਮ ਨੂੰ ਉਹਨਾਂ ਦੀ ਇੰਨੀ ਤੋਹੀਨ ਕੀਤੀ ਗਈ ਹੈ। ਮੈਂ ਕਈ ਪ੍ਰੋਗਰਾਮ ਕੀਤੇ ਨੇ, ਉਹ ਵੀ ਜਾ ਕੇ ਵੇਖ ਲਓ। ਤੁਸੀਂ ਇਹਨੂੰ ਇਸਲਾਮ ਕਹਿੰਦੇ ਹੋ? ਕੋਈ ਇਸਲਾਮ ਨਾਲ ਤਲਕ ਹੈ ਤੁਹਾਡਾ? ਕੋਈ ਇਸਲਾਮ ਵਾਲਾ ਕੰਮ ਹੈ ਤੁਹਾਡਾ? ਦੱਸੋ। ਲੇਕਿਨ ਇਹਦਾ ਹੱਲ ਜਿਹੜਾ ਨਾ ਮੇਰੇ ਜ਼ਿਹਨ 'ਚ ਆਉਂਦਾ ਉਹ ਇਹ ਆ ਕਿ ਜਿਨ੍ਹਾਂ ਲੋਕਾਂ ਨੂੰ ਇਹ ਸਮਝ ਲੱਗ ਗਈ ਹੈ, ਮੈਨੂੰ ਪਤਾ ਹੈ ਕਿਉਂਕਿ ਮੈਂ ਵੀ ਕਾਦੀਆਨੀ ਰਿਹਾ, ਇਸ ਕਲਟ 'ਚ ਰਿਹਾ। ਮੈਨੂੰ ਪਤਾ ਤੁਹਾਡੀਆਂ ਰਿਸ਼ਤਿਆਂ ਦੀਆਂ ਮਜਬੂਰੀਆਂ ਨੇ। ਕਿਤੇ ਮਲੰਗ ਮੰਨਦਾ, ਮਲੰਗਣੀ ਨਹੀਂ ਮੰਨਦੀ। ਕਿਤੇ ਮਲੰਗਣੀ ਮੰਨਦੀ ਹੈ, ਮਲੰਗ ਨਹੀਂ ਮੰਨਦਾ। ਕਿਤੇ ਮਲੰਗਣੀ ਦੋਵੇਂ ਮੰਨਦੇ ਨੇ, ਯਾਣੇ ਨਹੀਂ ਮੰਨਦੇ। ਕਿਤੇ ਯਾਣੇ ਮੰਨਦੇ ਨੇ, ਜਵਾਈ ਨਹੀਂ ਮੰਨਦਾ। ਕਿਤੇ ਜਵਾਈ ਨਹੀਂ ਮੰਨਦਾ ਤੇ ਉਹ ਮੇਰਾ ਮਤਲਬ ਹੈ ਉਹਦੀ ਘਰ ਆਈ ਹੈ ਬਹੂ, ਉਹ ਨਹੀਂ ਮੰਨਦੀ। ਤੁਹਾਡੀਆਂ ਮਜਬੂਰੀਆਂ ਵਿਚਾਰੇ ਇੰਝ ਦੀਆਂ ਨੇ। ਤੁਸੀਂ ਇਸ ਲਾਹਨਤ ਜਿਹੜੇ ਪਏ ਹੋ, ਉਹਦਾ ਹੱਲ ਮੇਰੇ ਜ਼ਿਹਨ 'ਚ ਇਹ ਆਇਆ ਹੈ ਥੋੜਾ ਜਿਹਾ ਕਿ ਪਹਿਲੀ ਗੱਲ ਤੇ ਵੇ ਖੁਦਾ ਦਾ ਵਾਸਤਾ, ਜਿਹਨੂੰ ਸਮਝ ਆ ਗਈ ਹੈ ਉਹ ਬਦਕਾਰੋ ਚੰਦਾ ਹੀ ਬੰਦ ਕਰ ਦਿਓ। ਇਹਨਾਂ ਆਪਣੀ ਕੁੜੀਆਂ ਨਾਲ ਜ਼ਨਾ ਕਰਨ ਵਾਲੇ ਮਿਰਜ਼ਿਆਂ ਨੂੰ ਚੰਦੇ ਕਿਉਂ ਦਿੰਦੇ ਹੋ? ਉਹ ਜਿਹੜਾ ਬੰਦਾ, ਜਿਹੜਾ ਟੱਬਰ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਦਾ ਫੜ ਕੇ ਤੇ ਤੁਹਾਡੇ ਸਾਹਮਣੇ, ਉਹਦੇ ਆਖੇ ਰੱਬ ਮਿਲ ਜਾਂਦਾ। ਉਹਨੂੰ ਪੈਸੇ ਦਿੰਦੇ ਆ, ਉਹਨੂੰ ਪੈਸੇ ਦੇ ਕੇ ਨਜਾਤ ਮਿਲ ਜਾਂਦੀ ਹੈ। ਜਿਹੜਾ ਮਸਰੂਰ ਇਹ ਕਵੇ ਆਪਣੀ ਕੁੜੀ ਨੂੰ ਕਿ ਜੇ ਤੇਰੇ ਨਾਲ 36 ਸਾਲ ਜ਼ਨਾ ਹੋਇਆ ਵੀ ਇਹ ਚੁੱਪ ਕਰ ਹੋ, ਉਹ ਯੂਕੇ 'ਚ ਜ਼ਨਾ ਦੀ ਇਹ ਸਜ਼ਾ ਹੈ ਕਿ ਚੁੱਪ ਕਰ ਹੋ। ਤੁਸੀਂ ਜਾਣਦੇ ਹੋ ਜਿਹੜੇ ਮੁਲਕ 'ਚ ਅਸੀਂ ਹੋਈਏ ਕਾਨੂੰਨ ਨੂੰ ਅਸੀਂ ਫਾਲੋ ਕਰਨੇ ਆ, ਤੇ ਮਿਰਜ਼ਾ ਉੱਥੇ ਯੂਕੇ 'ਚ ਬਹਿ ਕੇ ਤੇ ਕਾਨੂੰਨ ਤੋੜਨ ਡਿਆ। ਉਹ ਕੁੜੀ ਨੂੰ ਆਂਦਾ ਚੁੱਪ ਕਰ ਹੋ, ਜੇ ਤੂੰ ਪੁਲਿਸ ਕੋ ਗਈ ਤੇ ਮੈਂ ਤੇਰੇ ਮਗਰ ਚੜ ਜਾਣਾ, ਮੈਂ ਲੌਂਡੇ ਬਾਅਦ ਤੇਰੇ ਮਗਰ ਲਾ ਦਿਆਂਗਾ ਸਾਰੇ। ਤੁਹਾਡਾ ਮਸਰੂਰਾ ਜਾਹਲ ਯੂਕੇ 'ਚ ਬਹਿ ਕੇ ਯੂਕੇ ਦੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ। ਧੱਜੀਆਂ ਨਹੀਂ ਉਡਾ ਸਕਦਾ ਉਹ। ਤੁਹਾਡੇ ਲੌਂਡੇਬਾਜ਼ MP ਨੂੰ ਨਾ ਮਾਰੇ ਨਾ ਛਿੱਤਰ, ਦੇਖ ਲਓ ਉਹਨਾਂ ਮੋਹਰ ਲਾਈ, ਉਹਨਾਂ ਕਿਹਾ ਲੌਂਡੇਬਾਜ਼। ਹੁਣ ਸਜ਼ਾ ਨਾ ਦੇਣੀ ਹੈ ਕਿਸੇ ਦਿਨ, ਜੁਰਮ ਉਹਦਾ ਸਾਬਤ ਹੋ ਗਿਆ। ਇਹ ਧੱਜੀਆਂ ਤੇ ਨਹੀਂ ਉਡਾਉਣ ਜੋਗਾ, ਆਪਣੀ ਜਹਾਲਤ ਵਹਾਉਣ ਜੋਗਾ ਹੈ ਸੀ। ਉਹਨੂੰ ਇਹ ਸੀ ਮਲੰਗਣੀਆਂ ਨੂੰ। ਉਹਨੇ ਕਿਹਾ ਮੈਂ 70 ਸਾਲ ਇਹੀ ਕੰਮ ਕਰਦਾ ਰਿਹਾ, ਜ਼ਨਾ ਜ਼ਨੂ ਦੇ ਫੈਸਲੇ ਮੈਂ ਇੰਝ ਹੀ ਕਰਨਾ। ਫਿਰ ਉਹ ਕੁੜੀ ਨੇ ਇਹ ਵੀ ਪੁੱਛਿਆ, ਉਹਨੇ ਕਿਹਾ ਕਾਨੂੰਨ ਤੇਰਾ ਚੱਲਣਾ ਹੈ ਕਿ ਯੂਕੇ ਦਾ ਚੱਲਣਾ? ਉਹਨੇ ਕਿਹਾ ਮੈਂ ਆਪਣੀ ਮਰਜ਼ੀ ਨਾਲ ਕਾਨੂੰਨ ਬਣਾਉਣਾ ਹੁੰਦਾ, ਆਪਣੀ ਮਰਜ਼ੀ ਦੇ ਮੈਂ ਫੈਸਲੇ ਕਰਨਾ। ਹੁਣ ਕੇਸ ਹੋਇਆ, ਹੁਣ ਹਰ ਟਾਈਮ ਵਕਤ ਹੀ ਡੈਪਰ ਗਿੱਲਾ ਰਹਿੰਦਾ ਵਿਚਾਰੇ ਦਾ। ਹੁਣ ਜਾਓ ਜਾ ਖੁਸ਼ਕ ਕਰੋ। ਹੁਣ ਤੇ ਡਰਾਈਵਰ ਵੀ ਪੁੱਤਰ ਮਾਰੋਗੇ ਉਹ ਨਹੀਂ ਖੁਸ਼ਕ ਹੋਣਾ, ਉਹ ਗਿੱਲਾ ਹੀ ਰਹਿਣਾ। ਐਨੀਵੇ, ਖੁਦਾ ਦਾ ਵਾਸਤਾ ਜੇ ਤੁਹਾਨੂੰ ਸਮਝ ਆ ਗਈ ਹੈ ਤੇ ਇਸ ਅੱਗ ਦੇ ਉੱਤੇ ਤੇਲ ਹੀ ਨਾ ਪਾਓ, ਚੰਦਾ ਹੀ ਨਾ ਦਿਓ। ਇੱਕ ਹੋਰ ਗੱਲ ਇਹ ਵੀ ਯਾਦ ਰੱਖ ਲਓ, ਦੁਨੀਆ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਦੇ ਏਰੀਏ, ਜਿਹੜੇ ਏਰੀਏ ਤੇ ਮੈਂ ਖੁਦ ਵੇਖਿਆ, ਮੈਂ ਉਹਦੀ ਗੱਲ ਕਰਦਾ,
ਉੱਥੇ ਨੰਗਾ ਪੀਰ ਵੀ ਸੀ, ਉੱਥੇ ਬਲਡੋਜ਼ਰ ਸ਼ਾਹ ਵੀ ਸੀ, ਉੱਥੇ ਕਿੱਕਰ ਸ਼ਾਹ ਵੀ ਸੀ, ਉੱਥੇ ਪੀਟਰ ਸ਼ਾਹ ਵੀ ਸੀ, ਉੱਥੇ ਜਨਾਬ ਕਈ ਕਿਸਮ ਦੇ ਗਲੀ ਗਲੀ ਸ਼ਾਹ ਸਨ। ਉਹ ਨੰਗ ਪਨੰਗਾ ਪੀਰ ਲੇਟਿਆ ਹੁੰਦਾ ਸੀ, ਸਿਰ 'ਚ ਜੂਆਂ ਪਈਆਂ, ਬੋ ਆਉਂਦੀ ਸੀ ਤੇ ਲੋਕੀ ਉਹਨੂੰ ਵੀ ਚੁੰਮਦੇ ਸਨ। ਤੇ ਜੇ ਕੋਈ ਕੁੜੀ ਮੁੰਡਾ ਸਵਾਲ ਕਰਦਾ ਸੀ ਨਾ ਮਾਂ ਪਿਓ ਨੂੰ ਜਾਂ ਚਾਚੇ ਬਾਬੇ ਨੂੰ ਕਿ ਅੱਬਾ ਇਹ ਤੇ ਮੇਰਾ ਮਤਲਬ ਨੰਗ ਪਨੰਗਾ ਪਿਆ ਹੈ ਤੇ ਇਹ ਕੀ ਡਰਾਮਾ ਹੈ, ਉਹ ਆਂਦਾ ਸੀ ਪੁੱਤਰ ਚੁੱਪ ਕਰ ਜਾ, ਆਈ ਸੌਰੀ, ਇਹ ਖੁਦਾ ਦਾ ਪਿਆਰਾ ਹੈ ਤੇ ਜੇ ਤੂੰ ਸਵਾਲ ਕੀਤਾ ਤੇ ਤੂੰ ਮਰ ਜਾਏਗਾ ਜਾਂ ਤੇਰੇ ਬੱਚੇ ਮਰ ਜਾਣਗੇ ਜਾਂ ਤੇਰਾ ਕਾਰੋਬਾਰ ਠੱਪ ਹੋ ਜਾਏਗਾ। ਇਹ ਖੁਦਾ ਦਾ ਪਿਆਰਾ ਲੇਟਿਆ, ਸਿੱਧੀਆਂ ਹੀ ਤਾਰਾਂ ਜੁੜੀਆਂ ਨੇ ਇਹਦੀਆਂ। ਲੋਕੀ ਚੁੱਪ ਕਰ ਰਹਿੰਦੇ ਸਨ, ਤੁਹਮਾਤ ਪ੍ਰਸਤ। ਔਰ ਉਸ ਪੀਰ ਨੂੰ ਲੋਕੀ ਪੈਸੇ ਦਿੰਦੇ ਹਨ, ਚੁੱਕੀ ਫਿਰਦੇ ਸਨ। ਜਿੱਦਣ ਲੋਕਾਂ ਨੇ ਪੈਸੇ ਦੇਣੇ ਬੰਦ ਕੀਤੇ ਨੇ ਉਹ ਪੀਰ ਮਰ ਗਏ ਨੇ, ਲੋਕੀ ਨਹੀਂ ਮਰੇ, ਲੋਕੀ ਉੱਥੇ ਹੀ ਨੇ। ਲੋਕਾਂ ਦੀ ਜਾਨ ਛੁੱਟ ਗਈ ਇਹੋ ਜਿਹੇ ਜਾਹਲਾਂ ਕੋਲੋਂ, ਨੰਬਰ 1। ਨੰਬਰ 2, ਜਿਹੜਾ ਮਿਰਜ਼ਿਆਂ ਨੇ ਹਥਿਆਰ ਇਸਤੇਮਾਲ ਕੀਤਾ ਕਾਦੀਆਨੀ ਮਲੰਗ ਮਲੰਗਣੀਆਂ ਦੇ ਖਿਲਾਫ, ਉਹ ਵੀ ਕੀ ਹੈ ਕਿ ਜਿਹੜੇ ਨੇ ਮਿਰਜ਼ੇ ਕਾਦੀਆਨੀ ਦੇ ਖਿਲਾਫ ਗੱਲ ਕੀਤੀ ਉਹਨੇ ਮਰ ਜਾਣਾ, ਜਿਹਨੇ ਮਸਰੂਰ ਨਾਲ ਸਵਾਲ ਕੀਤਾ ਉਹਨੇ ਮਰ ਜਾਣਾ, ਉਹਦੇ ਬੱਚੇ ਮਰ ਜਾਣੇ ਨੇ, ਅਜ਼ਾਬ ਆ ਜਾਣਾ, ਭੱਟੋ ਮਰ ਗਿਆ, ਫਲਾਣਾ ਮਰ ਗਿਆ, ਇਸ ਤਰ੍ਹਾਂ ਦੀ ਬਕਵਾਸ ਕਰਦੇ ਨੇ ਮਲੰਗ ਸਾਰੇ ਨਾ। ਜਿੱਦਣ ਤੁਸੀਂ ਚੰਦਾ ਦੇਣਾ ਬੰਦ ਕਰ ਦਿੱਤਾ ਇਹ ਜਿੰਨ ਮਰ ਜਾਣਾ, ਜਿਹਨੂੰ ਆਮ ਦੀ ਅਕਲ ਟਾਂਦੇ ਹੋ। ਆ ਵੇਖੋ ਜੀ ਮੋਜਾ ਹੋਣ ਡਿਆ ਮਿਰਜ਼ੇ ਦਾ, ਪਾਓ ਭੰਗੜਾ। ਆ ਮੈਨੂੰ ਖਾਂਸੀ ਆਉਣ ਡਈ ਹੈ, ਭੰਗੜਾ ਪਾਓ, ਭੰਗੜਾ ਪਾਓ ਮਲੰਗੋ ਧੋਤੀਆਂ ਲਾ ਕੇ ਕਿ ਖਾਂਸੀ ਆ ਗਈ, ਅੱਲਾ ਦਾ ਅਜ਼ਾਬ ਆ ਗਿਆ। ਐਨੀਵੇ, ਜਿੰਨੇ ਬੰਦੇ ਜਦੋਂ ਲੋਕਾਂ ਨੇ ਚੰਦਾ ਬੰਦ ਕਰ ਦਿੱਤਾ ਪੀਰ ਮਰ ਗਏ ਨੇ, ਇਹੋ ਜਿਹੇ ਜਾਲੀ ਪੀਰ ਬਦਕਾਰ ਕਿਸਮ ਦੇ। ਆ ਜਿਹੜੇ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲੇ ਨੇ, ਇਹਨਾਂ ਦੇ ਆਖੇ ਮੇਰਾ ਮਤਲਬ ਰੱਬ ਮਲੰਗਾਂ ਨੂੰ ਮਾਰ ਛੜੇਗਾ। ਇਸ ਜਿੰਨ ਕੋਲੋਂ ਜਾਨ ਛਡਾਣੀ ਹੈ, ਖੁਦਾ ਦਾ ਵਾਸਤਾ ਚੰਦਾ ਬੰਦ ਕਰੋ। ਸੋਚੋ ਚੰਦਾ ਦਿੰਦੇ ਕਿਨੂੰ ਹੋ, ਇਹ ਸੋਚ ਲਓ। ਉਹ ਚੰਦਾ ਕਿਹਨੂੰ ਦਿੰਦੇ ਹੋ? ਡਿਊਟੀਆਂ ਕੁੜੀਆਂ ਮੁੰਡਿਆਂ ਨੂੰ ਘਲਾ ਕੇ ਕਿਹਨਾਂ ਦੇ ਕਸਰੇ ਖਿਲਾਫਤ ਦੇ, ਜਿਹੜੇ ਅੰਦਰ ਕੁੜੀਆਂ ਦਾ ਜ਼ਨਾ ਕਰਨ ਡਿਆ ਨੇ ਤੁਹਾਡੀਆਂ ਕੁੜੀਆਂ ਨੂੰ ਹੀ ਕਰਦੇ ਨੇ। ਮੈਂ ਮਿਰਜ਼ਿਆਂ ਦੇ ਡਾਇਰੈਕਟ ਘਰ ਗੱਲ ਕਰਕੇ ਮੈਂ ਖੁਦ ਗੱਲ ਕੀਤੀ, ਹਲਫਨ ਮੈਂ ਕਹਿਣਾ। ਮੈਨੂੰ ਰਿਪੋਰਟ ਮਿਲੀ ਹੈ ਕਿ ਤੈਨੂੰ 10% ਪਤਾ ਹੈ ਜੋ ਸਾਡੇ ਘਰ ਹੁੰਦਾ ਹੈ, ਤੈਨੂੰ 90% ਨਹੀਂ ਪਤਾ। ਖੁਦਾ ਜਾਣੇ ਉਹ ਕਿਹੜਾ ਕਿਹੜਾ ਤਮਾਸ਼ਾ ਉਹ ਕਰਦੇ ਨੇ, ਉਹ ਹੀ ਜਾਣਦੇ ਨੇ। ਇਹੋ ਜਿਹਾਂ ਦੇ ਚੰਦਾ ਨਾ ਦਿੱਤਿਆਂ ਖੁਦਾ ਮਰ ਜਾਂਦਾ, ਆਪਣਾ ਅੱਲਾ ਮਾਫੀ ਦੇ, ਉਹ ਬੰਦਾ ਮਰ ਜਾਂਦਾ, ਅਜ਼ਾਬ ਆ ਜਾਂਦਾ। ਆ ਮੈਨੂੰ ਖਾਂਸੀ ਆਈ ਏ, ਆ ਟੁਰ ਗਈ, ਤੁਸੀਂ ਨੱਚਣ ਡੇ ਪਏ ਹੋਣੇ ਧੋਤੀਆਂ ਲਾ ਕੇ, ਬੱਲੇ ਬੱਲੇ, ਹੁਣ ਉਹ ਖੰਗੀ ਜਾਏਗਾ ਹੈ ਨਾ, ਹੁਣ ਫਿਰ ਸਹੀ ਹੋ ਗਿਆ ਮੈਂ। ਕੋਈ ਖੁਦਾ ਦਾ ਖੌਫ ਕਰੋ, ਸੋਚੋ। ਫਿਰ ਲੋਕਾਂ ਨੇ ਬੜਾ ਡਰਾਇਆ ਟਰੈਕਟਰ ਸ਼ਾਹ ਦੇ ਮਰੀਦਾਂ ਨੂੰ, ਬਲਡੋਜ਼ਰ ਸ਼ਾਹ ਦੇ ਮਰੀਦਾਂ ਨੂੰ, ਲੋਕਾਂ ਨੇ ਬੜਾ ਡਰਾਇਆ। ਮਰੀਦਾਂ ਵੀ ਡਰਾਇਆ, ਮਲੰਗਾਂ ਵੀ ਡਰਾਇਆ ਕਿ ਤੁਹਾਂ ਮਰ ਜਾਣਾ, ਟਰੈਕਟਰ ਸ਼ਾਹ ਨੂੰ ਨਾ ਕੁਝ ਆਖੋ। ਲੇਕਿਨ ਲੋਕੀ ਅਖੀਰ ਦਿਮਾਗ ਕੰਮ ਕਰਦਾ ਸੀ, ਲੋਕੀ ਸੋਚ ਸੋਚ ਅਖੀਰ ਉਹ ਜੇ ਟਰੈਕਟਰ ਸ਼ਾਹ ਜਿਹੜਾ ਸੀ, ਅਖੀਰ ਉਹ ਜਨਾਬ ਮੁੱਕ ਗਿਆ ਕੰਮ। ਮੈਂ ਤੁਹਾਨੂੰ ਇਹ ਦਾਅਵੇ ਨਾਲ ਨਾ, ਤੁਸੀਂ ਜਿੰਨਾ ਮਰਜ਼ੀ ਡਰਾ ਲਓ ਇਹਨਾਂ ਕਾਦੀਆਨੀ ਮਲੰਗ ਮਲੰਗਣੀਆਂ ਨੂੰ, ਹੁਣ ਮੈਂ ਕਲਟ ਵਾਲੇ ਨੂੰ ਕਹਿਣਾ, ਇਹ ਕਲਟ ਮੁੱਕਣਾ ਹੀ ਮੁੱਕਣਾ, ਹੁਣ ਨਹੀਂ ਬਚਦਾ, ਇਹ ਮੁੱਕਣਾ ਹੀ ਮੁੱਕਣਾ। ਭਾਵੇਂ ਤੁਸੀਂ ਆਖੋ ਨਾ ਕਿ ਮੈਂ ਤਾਂ ਕਈ ਵਾਰੀ ਅੱਗੇ ਵੀ ਕਿਹਾ, ਮੈਂ ਤੁਹਾਨੂੰ ਹੁਣ ਵੀ ਕਹਿਣਾ, ਮਸਰੂਰਾ ਜਾਹਲ, ਉਹਦੀ ਜਨਾਨੀ ਸਬੂਈ, ਉਹਦਾ ਭਰਾ ਲੁੱਚਾ ਜਿਹੜਾ ਸੀ ਇੱਥੇ ਉਹ ਆਪਣਾ ਫੂਰੀ, ਉਹਦਾ ਸਾਲਾ ਮਹਿਮੂਦ ਖੋਤਾ ਜਿਹੜਾ ਉਹ ਜ਼ਨਾ ਕਰਦਾ ਰਿਹਾ, ਡਾਕਟਰ ਮੁਬਸ਼ਰ, ਮਿਰਜ਼ਾ ਲਕਮਾਨ ਜਿਹੜਾ ਦੂਜਾ ਥੋੜਾ ਲੌਂਡੇਬਾਜ਼ ਫੜਿਆ ਗਿਆ, ਹਜ਼ਰਤ ਮਿਰਜ਼ਾ ਇਮਰਾਨ ਅਹਿਮਦ MP, ਸਾਰੇ ਲੌਂਡੇਬਾਜ਼ ਇਕੱਠੇ ਹੋ ਕੇ ਮੇਰੇ ਕੱਲੇ ਵਾਸਤੇ ਬਦਦੁਆ ਕਰ ਲਓ ਦਿਨ ਰਾਤ। ਤੁਹਾਡੀਆਂ ਸਾਰੀਆਂ ਬਦਦੁਆਵਾਂ ਮੇਰੇ ਛਿੱਤਰ ਦੇ ਥੱਲੇ, ਜਾਓ ਜਾ ਕੇ ਜ਼ੋਰ ਲਾ ਲਓ। ਖੁਦਾ ਦਾ ਖੌਫ ਕਰੋ, ਚੰਦਾ ਬੰਦ ਕਰੋ। ਇਹਨਾਂ ਬਦਕਾਰਾਂ ਨੂੰ ਨਾ ਪਾਲੋ, ਇਹਨਾਂ ਸੱਪਾਂ ਨੂੰ ਪਾਲੋਗੇ, ਤੁਹਾਡੇ ਮਾਂ ਪਿਓ ਇਹ ਸੱਪ ਪਾਲ ਗਏ ਨੇ, ਅੱਜ ਤੁਹਾਡੇ ਸਿਰ 'ਚ ਖਰਾਜ ਦੀਆਂ ਜੁੱਤੀਆਂ ਤਾਂ ਪੈਂਦੀਆਂ ਨੇ।
ਆੜੀਆਂ ਮਰਸਡੀਜ਼ ਗੱਡੀਆਂ ਤੁਹਾਂ ਲੈ ਕੇ ਦਿੱਤੀਆਂ ਨੇ ਸੱਜਣ, ਤੁਸੀਂ ਚੰਦਾ ਨਾ ਦਿੰਦੇ ਮਸਰੂਰਾ ਜਾਹਲ ਇਹਨਾਂ ਮਰਸਡੀਜ਼ ਗੱਡੀਆਂ ਦੀ ਚਾਬੀ ਨਹੀਂ ਸੀ ਖਰੀਦ ਸਕਦਾ। ਮਿਰਜ਼ਾ ਕਾਦੀਆਨੀ ਲਿਖਦਾ ਉਹ ਆਪਣੀ ਕਿਤਾਬ 'ਚ, ਆਂਦਾ ਜਦੋਂ ਮੇਰਾ ਪਿਓ ਮਰਿਆ ਮੈਨੂੰ ਇਹ ਸੀ ਕਿ ਚੁੱਲ੍ਹਾ ਕਿਵੇਂ ਚੱਲਣਾ ਘਰ ਦਾ। ਜਦੋਂ ਇਹ ਚਲੇ ਗਿਆ ਮਲੰਗ ਇਧਰੋਂ, ਉਹ ਇੰਡੀਆ ਦਾ ਏਡਾ ਵੱਡਾ ਮੁਲਕ ਕਿਸੇ ਮੂੰਹ ਨਹੀਂ ਲਾਇਆ ਉਸ ਪੀਰ ਨੂੰ। ਇਹਨਾਂ ਨੂੰ ਨੂਰ ਲੱਭ ਗਿਆ ਸਾਡੇ ਸਿਆਲਕੋਟੀਆਂ ਨੂੰ, ਐ ਨਸੀਆਂ ਗਈਆਂ ਮਲੰਗਣੀਆਂ ਮਲੰਗ, ਲਾ ਜ਼ੇਵਰ ਦਿੱਤਾ ਉਹਨੇ, ਨਾਲੇ ਪੈਸੇ ਲਏ ਨਾਲੇ ਇਹਨਾਂ ਦੀਆਂ ਕੁੜੀਆਂ ਨਾਲ ਜ਼ਨਾਹ ਕੀਤਾ, ਜਿਹੜਾ ਆਪਣੀਆਂ ਨਾਲ ਕਰਦਾ। ਦੇਖੋ ਜਿੱਦਾਂ ਆਂਦੀ ਏ ਮਸੂਰੇ ਨੂੰ ਕੰਜਰਖਾਨਾ। ਬਸ਼ਰ ਸ਼ਾਹ ਵੀ, ਬਸ਼ਰ ਜਿਹੜਾ ਉਹ ਡਾਕਟਰ ਏ ਉਹ ਵੀ ਜ਼ਾਨੀ, ਆਮਰ ਵੀ ਜ਼ਾਨੀ, ਲਕਮਾਨ ਵੀ ਜ਼ਾਨੀ, ਮਹਿਮੂਦ ਖੋਤਾ ਵੀ ਜ਼ਾਨੀ ਹੈ, MTA ਦਾ ਉਹਦਾ ਚੇਅਰਮੈਨ ਹੈ ਉਹ ਵੀ ਜ਼ਾਨੀ। ਇੰਨੇ ਜ਼ਾਨੀਆਂ ਨੂੰ ਇੱਕ ਕੁੜੀ ਪੂਰੀ ਆ ਗਈ ਹੈ। ਉੱਥੇ ਜਿਹੜੀਆਂ ਗਈਆਂ ਨੇ ਇਹ ਕੰਮ ਹੋਇਆ ਹੈ। ਤੁਹਾਡੇ ਨਾਲ ਸੁਣ ਲਓ ਜਾ ਕੇ, ਨਹੀਂ ਜਾਣ ਕੇ ਜਵਾਬ ਦਿਓ ਸਾਨੂੰ। ਨਿਦਾ ਜਾਂਦੀ ਹੈ ਕੰਜਰਖਾਨਾ ਚਲਾਉਂਦਾ, ਕੰਜਰਖਾਨੇ 'ਚ ਇੱਕ ਕੁੜੀ ਹੁੰਦੀ ਹੈ ਤੇ 40 ਕੰਜਰ ਹੁੰਦੇ ਨੇ, ਤਮਾਸ਼ਾ ਲੱਗਾ ਹੁੰਦਾ। ਪਰ ਉਹਦੇ ਚੰਦਾ ਬੰਦ ਕਰੋ। ਇਹ ਜਿੰਨ ਆਪਣੀ ਮੌਤ ਆਪ ਮਰ ਜਾਣਾ। ਉਹਦੇ ਘੋੜੇ ਬੰਨੇ ਨੇ ਨਾ ਮਸਰੂਰੇ ਜਾਹਲ ਨੇ, ਉਹ ਕੰਮ ਮੁੱਕ ਜਾਣਾ। ਉਹ ਗੱਡੀਆਂ 'ਚ ਤੇਲ ਨਹੀਂ ਪੈਣਾ, ਗੱਡੀਆਂ ਵਿੱਚ ਵੀ ਖਾ ਜਾਣੀਆਂ ਉਹਦੀਆਂ, ਉਹਦੇ ਤਰ੍ਹਾਂ ਲੈ ਕੇ ਦੌੜ ਜਾਣਾ। ਜਿੱਦਾਂ ਪਤਾ ਲੱਗਾ ਨਾ ਵੀ ਚੰਦਾ ਪਿੱਛੋਂ ਘਟ ਗਿਆ ਹੋਣਾ, ਤੇ ਹੱਥ ਵਾਲੀ ਤੇਰੀ ਤੇ ਤਵੇ ਵਾਲੀ ਮੇਰੀ, ਉਹਦੇ ਤਰ੍ਹਾਂ ਲੈ ਕੇ ਨੱਸ ਜਾਣਾ। ਇਹ ਤੈਨੂੰ ਮੈਂ ਦੱਸ ਦਿੰਦਾ। ਦੂਜੀ ਗੱਲ, ਇੱਕ ਖਾਸ ਜਿਹੜੇ ਐਕਸ ਕਾਦੀਆਨੀ ਨੇ, ਉਹ ਖੁਦਾ ਦਿਓ ਬੰਦਿਓ, ਕਈ ਵਿਚਾਰੇ ਐਕਸ ਕਾਦੀਆਨੀ ਮਜਬੂਰ ਨੇ। ਤੁਹਾਨੂੰ ਕਿਸੇ ਆਣ ਕੇ ਨਹੀਂ ਕੱਢਣਾ, ਤੁਹਾਨੂੰ ਪੁੱਤਰ ਆਪ ਕੋਸ਼ਿਸ਼ ਕਰਨੀ ਪੈਣੀ ਹੈ ਮਲੰਗੋ। ਮੈਂ ਤੁਹਾਨੂੰ ਜਿਵੇਂ ਸ਼ੁਰੂ ਹੀ ਦੱਸਿਆ, ਜਾਂ ਤੇ ਮਲੰਗ ਆਪ ਪੁਲਿਸ ਸਟੇਸ਼ਨ ਚਲਾ ਜਾਏ ਕਿ ਪੀਰ ਮੇਰੀ ਕੁੜੀ ਦੇ ਨਾਲ ਫੜ ਕੀਤਾ, ਤੇ ਜਾਂ ਪੁਲਿਸ ਵਾਲੀ ਗੱਡੀ ਲੰਘਦੀ ਵੇਖ ਲੈ ਕਿ ਉਹ ਜਨਾਬ ਪੀਰ ਸਾਹਿਬ ਜਿਹੜਾ ਉਹ ਮਲੰਗ ਦੀ ਕੁੜੀ ਲੈ ਕੇ ਬੈਠਾ ਹੈ। ਆਪਣੇ ਆਪ ਨਹੀਂ ਦੁਨੀਆ ਹੁੰਦੀ। ਤੇ ਸ਼ੁਕਰ ਕਰੋ ਇਹ ਮਿਰਜ਼ੇ ਦੇ ਆਪਣੀ ਕੁੜੀ ਨਾਲ ਫੜ ਕੀਤੇ ਨੇ। ਤੁਹਾਡੇ ਕੋਲ ਤਾਂ ਮੌਕਾ ਮਿਲ ਗਿਆ, ਜੇ ਅਜੇ ਵੀ ਤੁਸੀਂ ਨਹੀਂ ਅੱਖਾਂ ਖੋਲਣੀਆਂ ਤੁਹਾਡੀ ਮਰਜ਼ੀ ਹੈ। ਵੈਸੇ ਕਈ ਵਿਚਾਰੇ ਕਾਦੀਆਨੀ ਭੈਣ ਭਰਾ ਨੇ ਜਿਹੜੇ ਫਸੇ ਨੇ ਇਸ ਕਲਟ ਚੋਂ ਨਿਕਲਣਾ ਚਾਹੁੰਦੇ ਨੇ, ਉਹਨਾਂ ਦੀ ਮਦਦ ਕਰੋ। ਕਾਦੀਆਨੀਓ ਉਹਨਾਂ ਦੀ ਮਦਦ ਕਰੋ, ਉਹਨਾਂ ਦੀ ਬਾਹਰੋਂ ਕੋਈ ਕਰੇ ਜਾਂ ਨਾ ਕਰੇ, ਤੁਸੀਂ ਕਰੋ। ਬੇਸ਼ੁਮਾਰ ਬੀਬੀਆਂ ਬੰਦੇ ਨੇ ਵਿਚਾਰੇ ਜਿਹੜੇ ਆਂਦੇ ਨੇ ਕਿ ਅਸੀਂ ਘਰੋਂ ਨਿਕਲਾਂਗੇ ਤੇ ਸਾਡਾ ਘਰ ਨਹੀਂ ਚੱਲਣਾ, ਸਾਡੀ ਰੋਟੀ ਖਾਣ ਜੋਗੀ ਨਹੀਂ ਬਣਨੀ। ਕਈ ਬੀਬੀਆਂ ਆਂਦੀਆਂ ਨੇ ਮੇਰਾ ਦਿਲ ਕਰਦਾ ਮੈਂ ਮੁਸਲਮਾਨ ਹੋ ਜਾ, ਮੈਂ ਇਸ ਲਾਹਨਤ ਚੋਂ ਨਿਕਲ ਜਾਵਾਂ, ਤੇ ਜੇ ਮੈਂ ਘਰੋਂ ਨਿਕਲੀ ਤੇ ਮੇਰੇ ਕੋਲ ਤੇ ਕਿਰਾਏ ਜੋਗੇ ਪੈਸੇ ਨਹੀਂ। ਖੁਦਾ ਦਾ ਵਾਸਤਾ ਹੈ ਉਹਨਾਂ ਨੂੰ ਲਾਹਨ ਤਾਨ ਨਾ ਕਰੋ। ਐਕਸ ਕਾਦੀਆਨੀਆਂ ਨੂੰ, ਜਿਹੜੇ ਜ਼ਾਨੀ ਬਦਕਾਰਾਂ ਨੂੰ ਛੱਡ ਕੇ ਆਉਂਦੇ ਨੇ, ਉਹ ਚੰਗੇ ਨੇ ਕਿ ਮਾੜੇ ਨੇ? ਉਹਨਾਂ ਨੂੰ ਲਾਹਨ ਤਾਨ ਕਿਉਂ ਕਰਦੇ ਹੋ? ਕਿਉਂ ਮਲੰਗੋ? ਉਹਨਾਂ ਦੀ ਮਦਦ ਕਰੋ। ਕਾਦੀਆਨੀ ਭੈਣ ਭਰਾ ਜਿਹੜੇ ਛੱਡ ਕੇ ਆਉਂਦੇ ਨੇ, ਉਹਨਾਂ ਦੀ ਮਦਦ ਕਰੋ ਤਾਂ ਕਿ ਉਹ ਇਸ ਚੁੰਗਲ ਚੋਂ, ਜ਼ਾਨੀ ਬਦਕਾਰਾਂ ਦੇ ਚੁੰਗਲ ਚੋਂ ਬਚ ਸਕਣ। ਔਰ ਤੀਸਰੀ ਗੱਲ, ਕਾਦੀਆਨੀਓ ਸਵਾਲ ਕਰੋ। ਸਵਾਲ ਕਰੋ ਜਿੱਥੇ ਜਿੱਥੇ ਬੈਠੇ ਹੋ। ਫੋਨ ਫੜ ਲਓ, ਆਪਣਾ ਜਿਹੜੀ ਪੂਜਾ ਪਾਠ ਦੀ ਜਗ੍ਹਾ ਉੱਥੇ ਅੱਪੜ ਜਾਓ, ਜਿੱਥੇ ਕੋਈ ਮਰੱਬੀ ਥੋੜਾ ਬੈਠਾ ਉੱਥੇ ਅੱਪੜ ਜਾਓ, ਜਿੱਥੇ ਮਸਰੂਰਾ ਜਾਹਲ ਬੈਠਾ ਉੱਥੇ ਅੱਪੜ ਜਾਓ। ਜਿਹੜੀਆਂ ਜ਼ਿੰਦਾ ਕੌਮਾਂ ਨੇ, ਜਿਹੜੇ ਕੋਈ ਲੋਕ ਜਿਨ੍ਹਾਂ ਨੇ ਤਬਦੀਲੀ ਲਿਆਉਣੀ ਹੋਏ, ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਸੁਧਾਰਨਾ ਹੋਏ, ਉਹ ਜੁਰਮ ਦੇ ਖਿਲਾਫ ਡਟ ਜਾਂਦੇ ਨੇ। ਤੁਹਾਡੀ ਕੁੜੀ ਨਾਲ ਜ਼ਨਾਹ ਹੋਇਆ 36 ਸਾਲ, ਮਿਰਜ਼ਿਆਂ ਦੀ ਕੁੜੀ ਨਾਲ, ਤੁਸੀਂ ਜਿਹਨੂੰ ਹਜ਼ੂਰ ਆਂਦੇ ਸੋ, ਤੁਹਾਡਾ ਹੱਕ ਨਹੀਂ ਸੀ ਬਣਦਾ ਸਵੇਰੇ ਉੱਠ ਕੇ ਮਸੂਰੇ ਜਾਹਲ ਨੂੰ ਸਵਾਲ ਕਰਨ ਦਾ? ਉਹਦੇ 10 ਬੰਦੇ ਉਹਨੇ ਬਿਠਾਏ ਨੇ ਬਦਕਾਰ ਨੇ, ਉਹ ਤੇ ਉਹਨੇ ਖਰੀਦੇ ਨੇ ਚੰਦੇ ਦੇ। ਤੁਸੀਂ ਉਦਾਂ ਨਹੀਂ ਅਗਲੇ ਦਿਨ ਉਹਦੀ ਪੂਜਾ ਪਾਠ ਦੀ ਜਗ੍ਹਾ ਜਿਹੜੀ ਤੁਹਾਡੇ ਲੁੱਟੇ ਪੈਸੇ ਨਾਲ ਬਣਾਈ ਹੈ, ਤੁਸੀਂ ਅਗਲੇ ਦਿਨ ਜਾਂਦੇ ਆਂਦੇ ਮਸਰੂਰ ਸਾਹਿਬ ਤੁਸੀਂ ਤਾਂ ਸਾਨੂੰ ਆਂਦੇ ਸੋ ਪਰਦਾ ਕਰੋ ਪਰਦਾ ਕਰੋ, ਘਰ ਤੁਹਾਡੇ ਕੀ ਹੋਣ ਡਿਆ? ਮਸਰੂਰ ਸਾਹਿਬ ਅਗਲੇ ਦਿਨ ਹੀ ਜਾਨ ਛੱਡ ਜਾਂਦੇ, ਤੁਹਾਡੀ ਛੁੱਟ ਜਾਂਦੀ। ਤੁਸੀਂ ਬਦਕਾਰੋ ਥੱਲੇ ਨੂੰ ਸਿਰ ਉਹਨੇ ਕਰਨਾ ਸੀ, ਤੁਸੀਂ ਬਦਕਾਰੋ ਆਪ ਥੱਲੇ ਨੂੰ ਸਿਰ ਕੀਤੇ ਨੇ, ਜਿਵੇਂ ਥੱਲੇ ਹੋਏ ਤੇਲ ਨਿਕਲ ਡਿਆ ਹੈ।
ਫਿਰ ਕਿਸੇ ਮਲੰਗ ਮਲੰਗਣੀ ਨੇ ਕਿਸੇ ਮਰੱਬੀ ਨੂੰ ਸਵਾਲ ਨਹੀਂ ਕੀਤਾ। ਉਹ ਮਰੱਬੀਆਂ ਨੂੰ ਜਾ ਕੇ ਪੁੱਛੋ ਵੀ ਅਸੀਂ ਤੇ ਇਹਨਾਂ ਨੂੰ ਦੁੱਧ ਦੇ ਧੁਲੇ ਸਮਝਦੇ ਸਾਂ, ਇਹ ਤਾਂ ਸਾਰੇ ਆਪਣੀਆਂ ਕੁੜੀਆਂ ਨੇ ਜਿਨਾਹ ਕਰਦੇ ਫੜ ਕੀਤੇ ਨੇ, ਇਹ ਕਿਹਨੇ ਪੁੱਛਣਾ? ਜੇ ਤੁਸੀਂ ਮਰੱਬੀ ਨੂੰ ਪੁੱਛਦੇ ਉਹ ਆਪਣੇ ਆਪ ਹੀ ਜਾਨ ਥੋੜੀ ਛੁੱਟ ਜਾਂਦੀ ਇਹਨਾਂ ਕੋਲੋਂ ਹੈ। ਇਸ ਤੋਂ ਇਲਾਵਾ ਵੀ ਕਈ ਚੀਜ਼ਾਂ ਨੇ, ਇਹ ਤਾਂ ਮੋਟੀਆਂ ਗੱਲਾਂ ਨੇ। ਆਮ ਜਿਹੜੇ ਤੁਹਾਡੇ ਕਾਦੀਆਨੀ ਜ਼ਿਆਦਾਤਰ ਤੁਹਾਡੇ 99.9% ਜਿਹੜੇ ਨੇ ਉਹ ਸਾਰੇ ਵਿਚਾਰੇ ਅਨਪੜ੍ਹ ਤੇ ਜਾਹਲ ਨੇ। ਫਿਰ ਤੁਹਾਨੂੰ ਇਹਨਾਂ ਦੱਸਿਆ ਕਿ ਕਰੋੜਾਂ ਬੈਤਾਂ ਹਕਰਾ ਲਈਆਂ ਨੇ, ਜਾਓ ਜਾ ਕੇ ਸਵਾਲ ਕਰੋ ਵੀ ਕਿੱਥੇ ਨੇ ਕਰੋੜਾਂ ਬੈਤਾਂ। ਫਿਰ ਇਹਨਾਂ ਤੁਹਾਨੂੰ ਦੱਸਿਆ ਕਿ 50 ਕਿਸਮ ਦੇ ਚੰਦੇ ਦਿਓ, ਤੁਹਾਡਾ ਹੱਕ ਨਹੀਂ ਬਣਦਾ ਜਾ ਕੇ ਪੁੱਛਣ ਦਾ ਕਿ ਜਨਾਬ ਇਹ 50 ਕਿਸਮ ਦੇ ਚੰਦੇ ਕਿੱਥੋਂ ਲਿਆਂਦੇ ਜੀ। ਫਿਰ ਇਹਨਾਂ ਤੁਹਾਨੂੰ ਕਬਰਾਂ ਵੇਚੀਆਂ ਕਿ ਹਕੀਕੀ ਇਸਲਾਮ 'ਚ ਆ ਜਾਓ ਤੇ ਤੁਹਾਨੂੰ ਕਬਰਾਂ ਵੇਚਣੀਆਂ ਤੇ ਜੰਨਤ ਦਿੰਦੇ ਆ, ਇਹ ਤੁਹਾਡਾ ਹੱਕ ਨਹੀਂ ਬਣਦਾ ਪੁੱਛਣ ਦਾ ਕਿ ਜਨਾਬ ਇਹ ਕਬਰਾਂ ਵੇਚਣ ਵਾਲਾ ਤਮਾਸ਼ਾ ਇਹ ਕਿੱਥੋਂ ਲੱਭਾ ਜੀ ਤੁਹਾਂ। ਫਿਰ ਤੁਹਾਡੇ ਸਿਰ 'ਚ ਮਾਰ ਜੁੱਤੀਆਂ ਖਰਾਜਦੀਆਂ ਨੇ, ਤੁਹਾਡਾ ਤਾਲੂ ਨੀਵੇਂ ਖੜੇ ਨੇ ਇੰਚੀ। ਤੁਸੀਂ ਇਹ ਜਾ ਕੇ ਸਵਾਲ ਕਰਦੇ ਕਿ ਆਹ ਜਿਹੜਾ ਖਰਾਜ ਦੇ ਲਿੱਤਰ ਨੇ ਇਹ ਕਿੱਥੋਂ ਲੈ ਜੇ ਮਿਰਜ਼ਾ ਸਾਹਿਬ। ਫਿਰ ਜਦੋਂ ਮਿਰਜ਼ਾ ਸਾਹਿਬ ਆਪਣੀ ਕੁੜੀ ਨਾਲ ਜ਼ਨਾਹ ਕਰਦੇ ਫੜ ਕੀਤੇ ਨੇ, ਫਿਰ ਵੀ ਤੁਹਾਂ ਨਹੀਂ ਪੁੱਛਿਆ। ਨਾ ਤੁਸੀਂ ਸਵਾਲ ਕਰੋ, ਨਾ ਤੁਸੀਂ ਚੰਦੇ ਦੇਣੇ ਬੰਦ ਕਰੋ, ਤੇ ਨਾ ਤੁਸੀਂ ਐਕਸ ਕਾਦੀਆਨੀਆਂ ਨੂੰ ਲਾਹਣ ਤਾਣ ਜਿਹੜੀ ਉਹ ਬੰਦ ਕਰੋ, ਤੇ ਤੁਹਾਡੇ ਗਲੋਂ ਪੁੱਤਰ ਇਹ ਜ਼ਾਨੀ ਬਦਕਾਰ ਜਿਹੜੇ ਨੇ ਨਹੀਂ ਲੈਣੇ। ਤੁਸਾਂ ਵੀ ਰੋਂਦਿਆਂ ਜਾਣਾ ਇਸ ਦੁਨੀਆ ਤੋਂ, ਤੇ ਤੁਹਾਡੇ ਨਿਆਣਿਆਂ ਵੀ ਰੋਂਦਿਆਂ ਜਾਣਾ ਬਾਅਦ ਚ। ਤੇ ਇੱਕ ਨਾ ਇੱਕ ਨੂੰ ਇਹ ਕੰਮ ਕਰਨਾ ਪੈਣਾ ਜਿਹੜਾ ਮੈਂ ਦੱਸਿਆ ਤੁਹਾਨੂੰ, ਭਾਵੇਂ ਆਪ ਕਰ ਲਓ ਤੇ ਆਪਣੇ ਨਿਆਣਿਆਂ ਦੀ ਜ਼ਿੰਦਗੀ ਜਿਹੜੀ ਉਹ ਆਸਾਨ ਕਰ ਜੋ, ਭਾਵੇਂ ਇਹ ਆਪ ਨਾ ਕਰੋ, ਆਪਣੇ ਰਿਸ਼ਤੇ ਬਚਾ ਲਓ, ਤੇ ਇਹ ਲਾਨਤ, ਇਹ ਕੰਜਰਖਾਨਾ, ਇਹ ਲੌਂਡੇਬਾਜ਼, ਇਹ ਬਦਕਾਰ ਆਪਣੇ ਆਉਣ ਵਾਲੀ ਨਸਲ ਵਾਸਤੇ ਛੱਡ ਜਾਓ। ਉਹ ਪਈ ਇਹਨਾਂ ਕੋਲ ਜੁੱਤੀਆਂ ਖਾਏਗੀ ਤੇ ਪਈ ਮੇਰਾ ਮਤਲਬ ਅਖਰਾਜ ਦੇ ਲਿੱਤਰ ਖਾਣਗੇ ਤੇ ਉਹਨਾਂ ਦੇ ਰਿਸ਼ਤੇ ਬਰਬਾਦ ਹੋਣਗੇ। ਤੁਹਾਨੂੰ ਖੁਦਾ ਤਾਲਾ ਹਿੰਮਤ ਦੇ ਸੋਚਣ ਦੀ, ਸਮਝਣ ਦੀ, ਗੌਰ ਕਰਨ ਦੀ, ਸਵਾਲ ਕਰਨ ਦੀ। ਜਾਓ ਉੱਠੋ ਜਾ ਕੇ ਸਵਾਲ ਕਰੋ, ਜਾਓ ਜਾ ਕੇ ਪੁੱਛੋ ਮਰੱਬੀਆਂ ਨੂੰ ਕਿੱਥੇ ਜੋ 14ਵੀਂ ਸਦੀ ਵਾਲੀ ਹਦੀਸ। ਉਹ ਮਰੱਬੀ ਆਮਰ ਮਨੀਰ ਦੀ ਜਾ ਕੇ ਆਈਡੀਓ ਵਿਖਾਓ ਉਹਨਾਂ ਨੂੰ, ਵੀਡੀਓ। ਉਹਨੇ ਕੁਰਾਨ ਹੱਥ 'ਚ ਫੜ ਕੇ ਨਾਂ ਲੈ ਕੇ ਆਇਆ। ਉਹਨੇ ਕਿਹਾ ਇਹ ਮਰੱਬੀ ਜਿਹੜੇ ਨੇ ਸ਼ਾਮ ਦੀ ਪੂਜਾ ਪਾਠ ਤੋਂ ਬਾਅਦ ਕੋਈ ਸਦਰ ਦੀ ਕੁੜੀ ਨਾਲ ਸੁੱਤਾ ਫੜਿਆ ਜਾਂਦਾ ਉੱਥੇ ਹੁੰਦਾ, ਤੇ ਕੋਈ ਸੈਕਟਰੀ ਦੀ ਕੁੜੀ ਨਾਲ ਸੁੱਤਾ ਹੁੰਦਾ, ਜ਼ਾਨੀ ਨੇ ਸਾਰੇ। ਕੁਰਾਨ ਉਹਨੇ ਫੜਿਆ ਹੱਥ 'ਚ। ਜਦੋਂ ਦੀ ਦੁਨੀਆ ਬਣੀ ਹੈ ਮੇਰਾ ਨਹੀਂ ਖਿਆਲ ਕੁਰਾਨ ਫੜ ਕੇ ਕਿਸੇ ਨੇ ਗੱਲ ਕੀਤੀ ਹੋਏ, ਤੁਹਾਡੇ ਮਰੱਬੀ ਨੇ ਕੀਤੀ ਹੈ। ਤੇ ਤੁਹਾਡੀ ਫਾਇਦਾ ਆਂਦੀ ਹੈ ਵੀ ਜੋ ਬਦਕਾਰੀ ਜ਼ਨਾ ਸਾਡੇ ਨਾਲ ਹੋਇਆ ਦੁਨੀਆ 'ਚ ਕੋਈ ਮਿਸਾਲ ਹੀ ਨਹੀਂ। ਉਹ ਤੁਸੀਂ ਅਜੇ ਵੀ ਸੁੱਤੇ ਹੋ, ਅਜੇ ਵੀ ਡਰਦੇ ਹੋ। ਵੇਖ ਲਓ ਮੈਨੂੰ ਕੋਈ ਖੰਘ ਨਹੀਂ ਜੀ ਹੋਈ। ਹੁਣ ਕਈਆਂ ਮਲੰਗਾਂ ਨੇ ਧੋਤੀ ਲਾ ਕੇ ਨੱਚੇ ਹੋਣੇ ਨੇ ਘਰ 'ਚ, ਬੱਲੇ ਬੱਲੇ ਖੰਘ ਹੋਈ, ਮੈਨੂੰ ਤੇ ਫਿਰ ਦੁਬਾਰਾ ਹੋਈ ਨਹੀਂ ਜੀ। ਵੇਖ ਲਓ ਜੇ ਹੋ ਵੀ ਜਾਏ ਤਾਂ ਮੈਂ 2 ਵਾਰੀ ਕਰਨਾ ਹੀ ਫਿਰ ਸਹੀ ਹੋ ਜਾਣਾ। ਕਿਉਂ ਮਲੰਗੋ? ਖੁਦਾ ਦਾ ਖੌਫ ਕਰੋ, ਸੋਚੋ, ਸਮਝੋ, ਅੱਲਾਹ ਪਾਕ ਤੁਹਾਡੀ ਮਦਦ ਕਰੇ। ਪਰ ਉਹਨਾਂ ਚਿਰ ਤੁਹਾਡੀ ਕਿੱਥੋਂ ਹੋਣੀ ਹੈ ਜਿੰਨਾ ਚਿਰ ਤੁਸੀਂ ਇਹ ਜ਼ਾਨੀਆਂ ਨੂੰ ਪਾਲੀ ਜਾਣਾ, ਚੰਦੇ ਦੇਈ ਜਾਣੇ ਨੇ, ਛਿੱਤਰ ਖਾਈ ਜਾਣੇ ਥੱਲੇ ਨੂੰ ਸਿਰ ਕਰਕੇ। ਹੈ ਹਕੀਕੀ ਇਸਲਾਮ ਵਾਲੇ। ਆਹ ਮੈਂ ਲਿੰਕ ਦੇਣਾ, ਆ ਜਾਓ ਜਿਹਨੇ ਜਿਹਨੇ ਗੱਲ ਕਰਨੀ ਹੈ। ਕੋਈ ਮੁਸਲਮਾਨ ਭਰਾ ਨੇ ਕਰਨੀ ਹੈ, ਕਿਸੇ ਹੋਰ ਨੇ ਕਰਨੀ ਹੈ, ਕਾਦੀਆਨੀ ਮਲੰਗ ਮਲੰਗਣੀਆਂ ਕਰਨੀ ਹੈ, ਆਹ ਸਾਨੂੰ ਆਣ ਕੇ ਦੱਸੋ। ਜਿਹੜੀ ਗੱਲ ਗਲਤ ਹੈ ਉਹਦੀ ਇੱਥੇ ਲਾਈਵ ਬੈਠੇ ਅਸੀਂ ਮਦਦ ਕਰਾਂਗੇ। ਆ ਜਾਓ, ਆਹ ਲਿੰਕ ਜੇ ਕਿ ਨਹੀਂ ਆਉਣਾ ਤੇ ਫਿਰ ਮੈਂ 2-3 ਮਿੰਟਾਂ 'ਚ ਪ੍ਰੋਗਰਾਮ ਲਗਾ ਕੇ ਬੰਦ ਕਰਨਾ। ਆਉਣਾ ਕਿੱਥੇ ਮਲੰਗਾਂ ਨੇ, ਮਲੰਗ ਨੁਕਰੇ ਲੱਗੇ ਨੇ ਵਿਚਾਰੇ ਹੈ ਹਕੀਕੀ ਇਸਲਾਮ ਵਾਲੇ। ਤੇ ਮਿਰਜ਼ਿਆਂ ਨੇ ਦੜ ਵੱਟੀ ਏ, ਮਿਰਜ਼ਿਆਂ ਦੜ ਇਸ ਵਾਸਤੇ ਵੱਟੀ ਏ ਕਿ ਜਿੰਨੇ ਪੈਸੇ ਲੱਭ ਜਾਣ ਉਹਨੇ ਨਿਚੋੜ ਲਓ। ਜਿਹੜਾ ਇਹਨਾਂ 'ਚ ਬੋਲਦਾ ਜਾਏ ਉਹਦੇ ਤੇ ਮੋਹਰ ਲਾਉਂਦੇ ਜਾਓ, ਇਹ ਬਦਕਾਰ ਹੋ ਗਿਆ, ਮੁਰਤਦ ਹੋ ਗਿਆ। ਉਹ ਕਲਮਾ ਪੜ੍ਹਨ ਵਾਲੇ ਨੂੰ ਮੁਰਤਦ ਕਹੀ ਜਾਂਦੇ ਨੇ। ਹਾਫਜ਼ੇ ਕੁਰਾਨ ਨੂੰ ਅਬੂ ਜਹਿਲ ਨਾਲ ਮਿਲਾ ਦਿੰਦੇ ਨੇ ਮਲੰਗ। ਐਸੇ ਬਦਨਸੀਬ ਨੇ, ਏਡੇ ਬਦਕਾਰ ਨੇ। ਉਹ ਮਿਰਜ਼ੇ ਤਾਹਰ ਦੀ ਕੁੜੀ ਫਾਇਜ਼ਾ ਦੀ ਮਿਸਾਲ ਨਬੀਆਂ ਦੀਆਂ ਬੀਵੀਆਂ ਦੇਣੀ ਸ਼ੁਰੂ ਕਰ ਦਿੰਦੇ ਨੇ। ਉਹ ਮਿਰਜ਼ੇ ਲਕਮਾਨ ਨੂੰ ਬਚਾਉਣ ਵਾਸਤੇ ਅੰਬੀਆ ਦੇ ਉੱਤੇ ਮਿਸਾਲਾਂ ਦੇਣੀਆਂ ਸ਼ੁਰੂ ਕਰ ਦਿੰਦੇ ਨੇ। ਇਹ ਐਸੇ ਬਦਕਾਰ ਨੇ।
ਐਸੀ ਇਹਨਾਂ ਦੇ ਖੁਦਾ ਦੇ ਉੱਤੇ ਲਾਹਨਤ, ਇਹਨਾਂ ਦੀ ਖੁਦਾ ਦੀ ਲਾਹਨਤ ਇਹਨਾਂ ਦੇ ਉੱਤੇ। ਆ ਜਾਓ ਆਣ ਕੇ ਦਿਓ। ਸਾਰਿਆਂ ਤੇ ਇਲਜ਼ਾਮ ਲੱਗਾ ਸੀ ਤੇ ਮਿਰਜ਼ੇ ਤੇ ਵੀ ਇਲਜ਼ਾਮ ਹੈ ਹੈ। ਉਹਦੇ ਜੋ ਕੁੜੀ ਆਂਦੀ ਆਈਡੀ ਉਹ ਜਨਿਦਾ, ਉਹ ਆਂਦੀ ਹੈ ਮਿਰਜ਼ੇ ਮਸਰੂਰ ਨੂੰ ਆਂਦੀ ਹੈ, ਹਜੂਰ ਜਦੋਂ ਮੈਂ ਤੈਨੂੰ ਦੱਸਦੀ ਸਾਂ ਕਿ ਮੇਰਾ ਪਿਓ ਤੇ ਮੇਰੇ ਭਰਾ ਤੇ ਮੇਰੇ ਚਾਚੇ ਮੇਰੇ ਨਾਲ ਜ਼ਨਾਹ ਕਰਦੇ ਨੇ, ਤੂੰ ਮੰਨਦਾ ਸੈਂ। ਇਹ ਇਲਜ਼ਾਮ ਹੈ ਕਿਉਂ ਹੈ? ਮਿਰਜ਼ਾ ਮਸਰੂਰ ਆਂਦਾ ਪਿਛਲੀ ਵਾਰੀ ਤੇ ਤੂੰ ਖੁਦ ਗਈ ਸੈਂ ਜ਼ਨਾਹ ਕਰਵਾਉਣ, ਆਪਣੀ ਧੀ ਨੂੰ ਪਿਆਂਦਾ। ਇਹ ਇਲਜ਼ਾਮ ਹੈ। ਫਿਰ ਉੱਥੇ ਉਹਨੇ ਕਾਨੂੰਨ ਤੋੜਨ ਦੀਆਂ ਗੱਲਾਂ ਕੀਤੀਆਂ ਨੇ। ਆਂਦਾ ਜੇ ਤੇਰੇ ਨਾਲ ਜ਼ਨਾਹ ਹੋਇਆ ਕੋਈ ਗੱਲ ਨਹੀਂ, ਚੁੱਪ ਕਰ। ਇਹ ਯੂਕੇ ਦੇ ਵਿੱਚ ਜਿਹਦੇ ਨਾਲ 36 ਸਾਲ ਜ਼ਨਾਹ ਹੋਏ ਉਹਦੀ ਇਹ ਸਜ਼ਾ ਹੈ ਕਿ ਚੁੱਪ ਕਰ ਲਓ, ਉਹਨੇ ਦਿਲ 'ਚ ਤੋਬਾ ਕਰ ਲਈ ਹੈ। ਪਹੁੰਚ ਜਾਂਦੇ ਹੋ ਅਸੀਂ ਕਾਨੂੰਨ ਦੇ ਬੜੇ ਰਖਵਾਲੇ ਆ। ਹਜੂਰ ਸਾਡਾ ਜਿਹੜਾ ਹੈ ਆਮ ਦੀ ਜਿਹੜੇ ਮੁਲਕ 'ਚ ਹੁੰਦਾ ਹੈ ਉਸ ਮੁਲਕ ਦਾ ਮੁਖਲਸ ਹੁੰਦਾ ਨਾ। ਆਮ ਦੀ ਜਿਹੜੇ ਮੁਲਕ 'ਚ ਹੋਏਗਾ ਉਹਦੀਆਂ ਜੜ੍ਹਾਂ ਖੋਖਲੀਆਂ ਕਰੇਗਾ, ਝੂਠ ਬੋਲੇਗਾ। ਸਬੂਤ ਨੇ ਸਾਡੇ ਕੋਲ, ਆ ਜਾਓ ਸਾਹਮਣੇ, ਦੱਸੋ ਸਾਨੂੰ ਆਣ ਕੇ। ਸਾਡੇ ਦੁੱਧ ਦੇ ਤੁਲੇ ਮਰੱਬੀ, ਤੁਹਾਨੂੰ ਸੁਣਾਈ ਮਰੱਬੀ ਆਮ ਮੀਰ ਦੀ ਗੱਲ। ਸਾਡੇ ਦੁੱਧ ਦੇ ਤੁਲੇ ਅਹੁਦੇਦਾਰ ਆ ਤੁਹਾਡਾ ਫੜਿਆ ਗਿਆ ਅੱਜ ਹਜ਼ਰਤ ਮਿਰਜ਼ਾ ਨਹੀਂ, ਮਿਰਜ਼ਾ ਨਹੀਂ, ਉਹ ਕੀ ਨਾਂ ਹੈ ਉਹਦਾ, ਹਜ਼ਰਤ ਇਮਰਾਨ ਅਹਿਮਦ ਖਾਨ ਸਾਹਿਬ MP। ਮੋਹਰ ਲਾਤੀ ਹੈ ਅਦਾਲਤ ਨੇ, ਯੂਕੇ ਦੀ ਅਦਾਲਤ ਨੇ ਮੋਹਰ ਲਾ ਦਿੱਤੀ ਹੈ ਲੌਂਡੇ ਬਾਜ਼। ਪੜ੍ਹ ਲਓ ਜਾ ਕੇ। ਲਓ ਵੇ ਸੱਜਣੋ ਬੇਲੀਓ, ਲਿੰਕ ਮੈਂ ਤੁਹਾਨੂੰ ਦਿੱਤਾ ਹੈ। ਜੇ ਕਿਸੇ ਦੀ ਨਹੀਂ ਹਿੰਮਤ ਪੈਂਦੀ ਤੇ ਮਿੰਟ ਰਹਿ ਗਏ ਨੇ 3, ਫਿਰ ਪ੍ਰੋਗਰਾਮ ਦਾ ਐਂਡ ਕਰ ਦਿਆਂਗੇ। ਆ ਜਾਓ ਕਾਦੀਆਨੀ ਭੈਣ ਭਰਾਓ, ਜੇ ਤੁਹਾਨੂੰ ਕੋਈ ਗੱਲ ਗੁੱਲ ਕਰਨੀ ਹੈ ਤੇ ਗੱਲ ਤੁਹਾਡੇ ਕੋਲ ਹੈ ਹੀ ਕੋਈ ਨਹੀਂ, ਕਰਨਾ ਤਾਂ ਕੀ ਹੈ। ਅਜ਼ਾਬ ਆਈ ਜਾਂਦਾ, ਅਜ਼ਾਬ ਆਈ ਜਾਂਦਾ, ਅਜ਼ਾਬ ਆਈ ਜਾਂਦਾ ਹੈ। ਐਸੇ ਬਲਕਾਰਾਂ ਦਾ ਟੋਲਾ ਇਕੱਠਾ ਹੋਇਆ ਹੈ। ਕਿਉਂ ਭਾਈ? ਲਓ ਫਿਰ ਮੇਰਾ ਖਿਆਲ ਹੈ ਕਿ ਯਾਰ ਸੱਜਣ ਸਾਰੇ ਬਿਜ਼ੀ ਨੇ, ਕੋਈ ਦੋਸਤ ਜਿਹੜੇ ਨੇ ਪ੍ਰੋਗਰਾਮ ਸੁਣ ਰਹੇ ਨੇ, ਪ੍ਰੋਗਰਾਮ ਦਾ ਇਹਤਮਾਮ ਕਰਨੇ ਆ। ਤਮਾਮ ਦੋਸਤ ਜਿਨ੍ਹਾਂ ਸਾਡਾ ਪ੍ਰੋਗਰਾਮ ਸੁਣਿਆ, ਜਿਨ੍ਹਾਂ ਵੇਖਿਆ, ਜਿਹੜੇ ਬਾਅਦ 'ਚ ਸੁਣਨਗੇ, ਬਾਅਦ 'ਚ ਵੇਖਣਗੇ, ਉਹਨਾਂ ਸਾਰਿਆਂ ਨੂੰ ਅੱਲਾਹ ਪਾਕ ਸਿਹਤ ਦੇ, ਤੰਦਰੁਸਤੀ ਦੇ। ਔਰ ਇੱਕ ਸੱਜਣ ਆ ਗਿਆ ਜਨਾਬ, ਉਹਨੇ ਡਿੰਗੀ ਸਿੱਧੀ ਪਤਾ ਨਹੀਂ ਕੀ ਕਿ ਲੈਣਾ ਲਿਖੀਆਂ ਨੇ, ਕੋਈ ਨਾਂ ਲਿਖਿਆ, ਖੁਦਾ ਜਾਣਦਾ ਕੀ ਬਲਾ ਹੈ। ਉਹਨਾਂ ਨਾਲ ਗੱਲ ਕਰਨੀ ਥੋੜੀ ਜਿਹੀ, ਤੇ ਹੋਰ ਵੀ ਕਿਸੇ ਯਾਰ ਨੇ ਉਹਨਾਂ ਤੇ ਆ ਜਾਓ ਸੱਜਣੋ ਜੀ। ਸਲਾਮ ਅਲੈਕੁਮ ਸਰ ਜੀ। ਵਾਲੇकुम सलाम, ਕੀ ਹਾਲ ਹੈ ਚੌਧਰੀ ਭਾਈ? ਵਧੀਆ ਜੀ ਵਧੀਆ। ਕੈਸੀਆਂ ਫੁੱਲਾਂ ਵਾਲੀਆਂ ਤਸਵੀਰਾਂ ਜਨਾਬ ਹੈ ਪੂਰੇ ਜਨਾਬ, ਉਹਦੇ 'ਚ ਕਿਤੇ ਬੜੇ ਉਹਦੇ ਮੇਰਾ 'ਚ। ਨਾਮ ਮੁਹੰਮਦ ਸਫਦਰ ਹੈ ਭਾਈਜਾਨ, ਤੁਹਾਡੇ ਨਾਲ WhatsApp ਤੇ ਵੀ ਗੱਲ ਹੋਈ ਹੈ। ਅੱਛਾ ਅੱਛਾ, ਕੋਰੀਆ ਤੋਂ। ਸਹੀ ਹੈ ਜੀ ਸਹੀ। ਆ ਕੀ ਲਿਖਿਆ ਜੇ ਆ ਲੈਣਾ ਪੁੱਠੀਆਂ ਤੇ ਲੈਣਾ ਸਿੱਧੀਆਂ, ਇਹ ਕੀ ਨੇ? ਇਹ ਮੁਹੰਮਦ ਸਫਦਰ ਲਿਖਿਆ ਜੀ? ਹਾਂਜੀ। ਲਓ ਬਈ ਜ਼ਮੀਰ ਕਿਆਨੀ ਭਾਈ ਵੀ ਆ ਗਏ ਨੇ, ਸਾਰੇ ਬੰਦੇ ਨੁਕਰੇ ਲੱਗ ਕੇ ਬੈਠੇ ਨੇ। ਆ ਜਾਓ ਜੀ ਆ ਜਾਓ। ਹਾਂਜੀ ਹੁਕਮ ਕਰੋ ਜਨਾਬ। ਪ੍ਰੋਗਰਾਮ ਤਾਂ ਸੁਣਿਆ ਹੈ। ਆਮ ਦੀ ਯਾਰ ਇੱਕ ਤੇ ਪਹਿਲਾਂ ਆਮ ਦੀਆਂ ਨੂੰ ਡਰਾਇਆ ਬੜਾ ਵਿਚਾਰਾ, ਮਲੰਗ ਮਲੰਗਣੀਆਂ ਨੂੰ, ਜਿਹੜਾ ਮਿਰਜ਼ੇ ਦੇ ਖਿਲਾਫ ਬੋਲੇ ਉਹ ਅਜ਼ਾਬ ਆ ਜਾਂਦਾ। ਸਵਾਲ ਇਹ ਆ ਹਾਂਜੀ ਕਿ ਜੋ ਮਿਰਜ਼ਿਆਂ ਦੀ ਹਾਲਤ ਤੁਹਾਡੇ ਸਾਹਮਣੇ ਆਈ ਹੈ, ਇਹੋ ਜਿਹੇ ਬੰਦਿਆਂ ਦੇ ਨਾਲ ਅਜ਼ਾਬ ਆਈ ਨਾ ਤੁਹਾਡੇ ਖਿਆਲ ਨਾਲ, ਜਿਹੜਾ ਇਹਨਾਂ ਨੂੰ ਚੰਦਾ ਨਾ ਦੇ ਜਾਂ ਇਹਨਾਂ ਦੀ ਗੱਲ ਨਾ ਮੰਨੇ? ਜਿਹੜਾ ਇਹਨਾਂ ਨੂੰ ਦਿੰਦਾ ਉਹਨਾਂ ਤੇ ਚੌਧਰੀ ਸਾਹਿਬ ਅਜ਼ਾਬ ਆਂਦਾ ਕਰੇ ਗੌਰ ਕਰਨ ਦਾ। ਇਹ ਆਉਂਦੇ ਨੇ ਉਹਨਾਂ ਤੇ ਆਉਂਦਾ ਜਿਹੜਾ ਛੱਡ ਜਾਂਦਾ ਬਾਈ। ਇਹ ਤਾਂ ਮੈਨੂੰ ਵੀ ਆਉਂਦੇ ਨੇ ਮਰ ਜਾਣਾ, ਡੁੱਬ ਜਾਣਾ, ਰੁੜ ਜਾਣਾ। ਬਸ ਇਸ ਤਰ੍ਹਾਂ ਹੀ ਆ। ਉਹ ਕਹਿੰਦੇ ਹੁੰਦੇ ਆ ਨਾ ਕਿ ਇਹ ਮਲੰਗ ਹੁਣ ਕਹੀਏ ਤਾਂ ਇਹਨਾਂ ਨੂੰ ਗੁੱਸਾ ਲੱਗਣਾ ਵਾ। ਇਹਨਾਂ ਦਾ ਹਾਲ ਇਹ ਆ ਕਿ ਬੰਦਾ ਪਾਗਲ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਇਹ ਹੋਏ ਆ ਮੈਂਟਲੀ ਤੌਰ ਤੇ ਨਾ ਬਸ ਪਾਗਲ, ਇਹਨਾਂ ਨੂੰ ਦਿਮਾਗ ਨਾਲ ਕੰਮ ਲੈਂਦੇ ਹੀ ਨਹੀਂ ਹੈਗੇ। ਉਹ ਨਾ ਇੱਕ ਸਾਇੰਸਦਾਨ ਸੀ ਤੇ ਉਹਦੇ ਬਾਰੇ 'ਚ ਲਿਖਿਆ ਸੀ, ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ ਹੈ, ਕਿ ਉਹਦਾ ਉਹਨਾਂ ਦਿਮਾਗ ਚੈੱਕ ਕੀਤਾ ਸੀ
ਤੇ 10% ਯੂਜ਼ ਹੋਇਆ ਸੀ ਤੇ ਬਾਕੀ ਮੇਰੇ ਚ ਯੂਜ਼ ਨਹੀਂ ਹੋਇਆ, ਤੇ ਉਹ ਬੰਦਾ ਦੁਨੀਆ ਦਾ ਸਭ ਤੋਂ ਜ਼ਹੀਨ ਔਰ ਉਹਨੇ ਜ਼ਿਆਦਾ ਦੁਨੀਆ ਦੇ ਵਿੱਚ ਇਲਮ ਫੈਲਾਇਆ ਸੀ। ਠੀਕ, ਆਈ ਥਿੰਕ ਉਹ ਨਿਊਟਨ ਦੇ ਬਾਰੇ ਚ ਮੈਂ ਰੋਂਗ ਨਹੀਂ ਤੇ ਐਨੀਵੇ ਮੇਰਾ ਨਹੀਂ ਖਿਆਲ ਕਿ ਕਾਦੀਆਨੀ ਮਲੰਗਾਂ ਨੇ ਦਿਮਾਗ ਸਟਾਰਟ ਵੀ ਕੀਤੇ ਨੇ। ਇਹਨਾਂ ਨੇ ਵਾਪਸ ਰੱਬ ਨੂੰ ਜਾ ਫੜਾਣੇ ਨੇ ਭਈ ਆ ਜਿਵੇਂ ਦਾ ਸਾਨੂੰ ਦਿੱਤਾ ਹੈ ਸਾਨੂੰ ਇਹ ਕੀ 2-3 ਕਿਲੋ ਭਾਰ ਚਕਾਈ ਰੱਖਿਆ ਜੀ। ਤੁਸੀਂ ਦੇਖੋ ਮਿਰਜ਼ਾ ਮਸਰੂਰ ਸਾਹਿਬ ਦੀ ਆਈਡੀਓ ਆਈ ਹੈ, ਅਗਲੇ ਦਿਨ ਸਿਰ ਉਹਨੇ ਨੀਵਾ ਕਰਨਾ ਸੀ ਕਿ ਇਹਨਾਂ ਕਰਨਾ ਸੀ। ਉਹ ਚੌਧਰੀ ਫਿਰ ਸਾਹਿਬ ਉਹਨੂੰ ਉਹ ਕਹਿੰਦੇ ਦੀ ਇੱਕ ਪੱਗ ਬੰਨ ਮਿਸਾਲ ਚੱਲਦੀ ਆ ਨਾ, ਇੱਕ ਮਿਸਾਲ ਆ ਸਾਡੇ ਇਲਾਕੇ ਦੇ ਨਾ, ਉਹ ਕਹਿੰਦੇ ਆ ਕਿ ਇਹਦੀ ਅਕਲ ਗਿੱਟਿਆਂ 'ਚ ਆ, ਲੇਕਿਨ ਇਹਨਾਂ ਦਾ ਹਿਸਾਬ ਲਾਓ ਤੇ ਇਹਨਾਂ ਦੀ ਗਿੱਟਿਆਂ ਵਿੱਚ ਵੀ ਕੋਈ ਨਹੀਂ ਹੈਗੀ। ਹਾਂ ਪੰਜਾਬੀ ਉਹ ਅਗਲੇ ਪੰਜਾਬੀ ਦਿਨ ਸਮਝਦੇ ਆ ਨਾ, ਉਹ ਕਹਿੰਦੇ ਆ ਇਹਦੀ ਅਕਲ ਗਿੱਟਿਆਂ 'ਚ ਆ, ਇਹਨਾਂ ਦੇ ਗਿੱਟੇ ਗੁੱਟਿਆਂ 'ਚ ਵੀ ਚੈੱਕ ਕਰੋ ਤੇ ਉੱਥੇ ਵੀ ਕੋਈ ਨਹੀਂ ਹੈਗੀ। ਇਹ ਚਾਹੁੰਦੇ ਨੇ ਅਸੀਂ ਦੁਨੀਆ ਦੇ ਵਿੱਚ, ਮੇਰਾ ਮਤਲਬ ਦਲਾਲ ਨਾਲ ਮੂੰਹ ਬੰਦ ਕਰ, ਪਤਾ ਨਹੀਂ ਕਿਹੜੀ ਦਲੀਲ ਦਿੰਦੇ ਨੇ। ਲਓ ਫਿਰ ਜ਼ਮੀਰ ਭਾਈ ਵੀ ਆ ਗਏ ਨੇ ਤੇ ਸ਼ਹਜ਼ਾਦ ਖਾਨ ਸਾਹਿਬ ਵੀ ਆ ਗਏ ਨੇ, ਫਿਰ ਉਹਨਾਂ ਦੇ ਨਾਲ ਨਾ ਗੱਲ ਕਰੀਏ ਜੇ ਹੋਰ ਕੋਈ ਪ੍ਰੋਗਰਾਮ ਨਹੀਂ ਤੁਹਾਡਾ ਤੇ। ਨਹੀਂ ਤੁਸੀਂ ਕਰੋ ਗੱਲ ਜੀ, ਮੈਂ ਲੀਵ ਹੋ ਜਾਣਾ। ਓਕੇ ਜੀ, ਅੱਲਾ ਹਾਫਿਜ਼, ਅੱਲਾ ਤੁਹਾਨੂੰ ਹਿਫਜ਼ੋ ਅਮਾਨ 'ਚ ਰੱਖੇ। ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਸ਼ਾਮਿਲ ਹੋਣ ਦਾ। अस्सलाम वालेकुम वरहमतुल्लाह। ज़मीर कियानी भाई जी वालेकुम सलाम। चोर साहब आप कैसे हैं? ਵਧੀਆ ਜੀ, ਮੌਜਾਂ ਲੱਗੀਆਂ ਕਿ ਖਾਂਸੀ ਆਈ ਹੈ ਮੈਨੂੰ ਤੇ ਅਸੀਂ ਮਿਰਜ਼ਾ ਪੈ ਗਿਆ ਗੱਲ ਨੂੰ। ਮੈਂ ਦੋ ਵਾਰੀ ਖੰਘਿਆ ਮਿਰਜ਼ਾ ਤੇ ਮਿਰਜ਼ੇ ਕੋ ਫਿਰ ਮੇਰੀ ਧੌਣ ਛੁੱਟ ਗਈ ਹੈ। बस ये है कि कोई थोड़ा अपना कोई नाल कोई रखा करो पानी वगैरह, ताकि गला खुश्क हो जाए ना। वैसे भी आजकल करे गर्मी करे सर्दी, मौसम ਨਹੀਂ भी अजीब ही है। ਨਹੀਂ ਨਹੀਂ, ਇਹ ਜਿਹੜੀ ਖਾਂਸੀ ਆਈ ਹੈ ਕਿਤੇ ਮਿਰਜ਼ੇ ਦਾ ਅਜ਼ਾਬ ਤੇ ਨਹੀਂ ਆ ਗਿਆ, ਜਿਹੜਾ ਕਾਦੀਆਨੀ ਆਂਦੇ ਨੇ ਅਜ਼ਾਬ ਆ ਜਾਣਾ ਤੇਰੇ ਤੇ। ਇਹ ਸੱਚੀ ਪੁੱਛੋ ਤੇ ਬਸ ਇਹਨਾਂ ਦਾ ਅਜ਼ਾਬ ਕੀ ਹੈ, ਇਹ ਬਸ ਮਤ ਮਾਰੀ ਗਈ ਇਹਨਾਂ ਦੀ ਹੈ ਜੀ। ਕਿ ਤੱਕੋ ਨਾ ਕਿ ਮਿਰਜ਼ਾ ਕਾਦੀਆਨੀ ਸੀ ਜਦੋਂ ਉੱਥੇ ਆਪਣਾ ਕਾਦੀਆਨ ਵਿੱਚ, ਤੇ ਉਹ ਬੜੀਆਂ ਉੱਥੇ ਬੁੱਢੀਆਂ ਆਉਂਦੀਆਂ ਸਨ, ਜ਼ਿਆਦਾਤਰ ਉਹ ਹੀ ਆਉਂਦੀਆਂ ਸਨ ਜਿਹਦੇ ਘਰ ਵਾਲੇ ਮਰ ਜਾਂਦੇ ਸਨ, ਤੇ ਪੀਰਾਂ ਦੇ ਚਲੇ ਆ, ਨਾਂਗਿਆਂ ਦੇ ਆ ਜੀ। ਇਹ ਨਾਂਗਾ ਸਨ ਜੀ, ਚੋਈ ਸਾਹਿਬ, ਇਹ ਨਾਂਗਾ ਸੀ ਨਾ। ਇਦਾਂ ਹੀ ਆ ਜੀ। ਨਾਂਗੇ ਦਾ ਸਰ ਮੈਨੂੰ ਪੰਜਾਬੀ ਆਉਂਦੀ ਹੈ ਮਾੜੀ ਚੰਗੀ, ਪਰ ਨਾਂਗੇ ਦਾ ਨਹੀਂ ਪਤਾ, ਇਹ ਥੋੜੀ ਤੁਸੀਂ ਤਸ਼ਰੀਹ ਕਰੋ। ਚਲੋ ਜੀ, ਨਾਂਗਾ ਤੁਹਾਨੂੰ ਅੱਜ ਦੱਸਦੇ ਆ। ਇਹ ਆਪਣਾ ਨਾਂਗਾ ਉਹ ਹੁੰਦਾ ਜੇ ਕਿ ਉਹ ਯਾਨੀ ਕਿ ਉਹ ਇਤਨਾ ਕੁਝ ਉਹ ਧੁਰਾ ਪੀ ਲੈਂਦਾ, ਇਤਨਾ ਹੀ ਕੁਝ ਉਹ ਚਰਚ ਫੀਮ ਪੰਗ ਪੀ ਲੈਂਦਾ ਕਿ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨੇ ਵਜੂਦ ਤੇ ਕੋਈ ਕੱਪੜਾ ਚੀਲਾ ਵੀ ਪਿਆ ਦਾ ਕਿ ਨਹੀਂ। ਤੇ ਬਿਲਕੁਲ ਸਹੀ, ਬਿਲਕੁਲ ਜ਼ਿਆਦਾਤਰ ਉਹ ਧੂਏ ਦੇ ਵਿੱਚ ਹੀ ਰਹਿੰਦਾ, ਇਤਨਾ ਕੁਝ ਉਹ ਧੂਆਂ ਸੁੱਟੇ ਮਾਰਦਾ ਪਿਆ। ਤੇ ਮੋਸਟਲੀ ਕਈ ਦਫਾ ਮੈਂ ਹਿੰਦੂ ਦੇਖੇ ਨੇ ਕਿ ਉਹ ਇਸ ਤਰ੍ਹਾਂ ਕਰਨੇ ਨੇ। ਤੇ ਇਹ ਜਿਹੜਾ ਮਿਰਜ਼ਾ ਕਾਦੀਆਨੀ ਸੀ, ਇਹ ਵੀ ਪੱਕਾ ਨਾਂਗਾ ਸੀ, ਪੱਕੇ ਦਾ ਪੱਕਾ। ਔਰ ਤੁਸੀਂ ਇਹ ਦੇਖੋ ਚੋਈ ਸਾਹਿਬ ਕਿ ਰੱਬ ਨੇ ਇਹਨੂੰ ਕਿਹੋ ਜੀ ਮਾਰ ਦਿੱਤੀ, ਕਿ ਕਿਹੋ ਜੀ ਨੂੰ ਬਿਮਾਰੀਆਂ ਲੱਗੀਆਂ ਜੇ। ਉਹ ਇਹਨਾਂ ਇੱਥੇ ਬਣਿਆ ਇੱਕ ਦਫ਼ਤਰ, ਉਹਦਾ ਨਾਂ ਇਹਨਾਂ ਰੱਖਿਆ ਪਿਆ ਔਰ ਨੈਸ਼ਨਲ ਇੰਸਟੀਚਿਊਟ ਆਫ ਸਿਹਤ ਯਾਨੀ ਕਿ ਹੈਲਥ। ਉਹ ਮੈਂ ਕਹਿਣਾ ਆ ਕਿਹੜੀ ਲੋੜ ਇਹਨਾਂ ਨੂੰ ਇੰਸਟੀਚਿਊਟ ਬਣਾਉਣ ਦੀ। ਉਹ ਮਿਰਜ਼ੇ ਦੀਆਂ ਕਿਤਾਬਾਂ ਪੜ੍ਹਨ ਜਨਾਬ, ਦੁਨੀਆ ਜਾਣ ਦੀ, ਉਹਦੇ ਵਿੱਚ ਬਿਮਾਰੀ ਦਾ ਜ਼ਿਕਰ ਹੈ ਜੀ। ਤੇ ਉਹ ਇਹ ਹੋਇਆ ਹਾਲ, ਆਪਣੇ ਮਲੰਗ ਮਲੰਗਣੀਆਂ ਸੁਣ ਰਹੇ ਹੋਣਗੇ ਕਿ ਮਿਰਜ਼ੇ ਦਾ ਹਿਸਾਬ ਸੀ। ਉਹ ਤੁਸੀਂ ਦੇਖਿਆ ਹੋਣਾ ਚੋਈ ਸਾਹਿਬ ਕਿ ਜਦੋਂ ਤੂੰ ਕਦੇ ਗੱਡੀ ਚਲਾਣੇ ਹੋ ਪਏ ਜਾਂ ਟੁਰਦੇ ਹੋ ਪਏ ਕਰੇ ਜੰਗਲ ਦੇ ਵਿੱਚ ਕਰੇ, ਤੇ ਅਚਾਨਕ ਹੀ ਸਿਰ ਤੇ ਜਾਂ ਜਿਸਮ ਤੇ ਉਹ ਕੋਈ ਨਾ ਕੋਈ ਸ਼ਾਇਦ ਡਿੱਗਦੀ ਨਾ, ਤਾਂ ਬੰਦਾ ਕਹਿਣਾ ਪਤਾ ਨਹੀਂ ਇਹ ਮੇਰੇ ਤੇ ਨਾ ਕਿ ਸ਼ਾਇਦ ਟੱਠੀ ਤੋਂ ਦੇਖੋ ਤਾਂ ਕਿਸੇ ਪਰਿੰਦੇ ਦੀ ਨਾ ਉਹ ਹੋਣੀ, ਉਹ ਯਾਨੀ ਕਿ ਜਿਸਨੂੰ ਕਹਿਣੇ ਹੋ ਤੁਸੀਂ ਵੇਠ ਸਮਝ ਲਓ, ਵੇਠੀ ਪੰਜਾਬੀ ਚਾਹੁੰਦੇ। ਆਹੋ ਜੀ ਜੀ। ਤੇ ਮਿਰਜ਼ੇ ਦਾ ਹਿਸਾਬ ਉਹ ਹੋਈ ਸੀ, ਉਹਦੇ ਤੋਂ ਵੀ ਵੱਧ ਕੇ ਸੀ ਕਿ ਉਹਦੇ ਘਰ ਵਾਲੇ ਮਜਬੂਰ ਹੋ ਗਏ ਨੇ ਕਿ ਕਰੀਏ ਤੇ ਕਰੀਏ ਕਿ। ਇੱਕ ਤੇ ਕਹਿੰਦਾ ਮੈਂ ਨਾਗਾ ਆ, ਦੂਆ ਬੰਦੇ ਵੀ ਵਾਹ ਆਉਂਦੇ ਨੇ, ਕੋਈ ਜਨਾਬ ਪਤਾਸੇ ਲਿਆਂਦਾ ਜੇ, ਤੇ ਕੋਈ ਜਨਾਬ ਮਠਿਆਈਆਂ, ਤੇ ਕੋਈ ਪਕੌੜੇ, ਤੇ ਕੋਈ ਚਾਂਦੀ, ਤੇ ਕੋਈ ਸੋਨਾ। ਤੇ ਦੂਜੀ ਗੱਲ ਇਹ ਹੈ ਕਿ ਇਹਨੇ ਇਤਨਾ ਕੁਝ ਗੰਦ ਪਿਆ ਦਾ ਕਿ ਟੁਰਦਿਆਂ ਟੁਰਦਿਆਂ ਠਾ ਹੋ ਗਿਆ ਜੇ, ਕਿ ਹਰ ਤਰਫ ਘਰਾਂ ਦੇ ਵਿੱਚ ਜਿਹੜਾ ਕੁੱਕੜ ਤੁਸੀਂ ਕਾਫੀ ਰੱਖੇ ਹੋਣ ਨਾ,
ਤਾਂ ਸਵੇਰ ਉਠੋ ਨਾ ਖੋਲ ਉਹਨਾਂ ਨੂੰ, ਤਾਂ ਉਹ ਸਾਰੇ ਹਰ ਪਾਸੇ ਨਾ ਉਹ ਜਨਾਬ ਗੰਦ ਪਾ ਦਿੰਦੇ। ਉਹ ਹਿਸਾਬ ਸੀ ਮਿਰਜ਼ੇ ਕਾਦੀਆਨੀ ਦਾ। ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਨਾਂਗੇ ਦਾ ਕੋਈ ਇਲਾਜ ਤੇ ਕਰਨਾ ਹੀ ਪਊਗਾ। ਤੇ ਉਹਨਾਂ ਨੇ ਨਾ ਉਹਨੂੰ ਉਹ ਜਿਹੜੀ ਉਹ ਲਾਣਾ ਸੀ ਪਿਆ ਆਪਣੀ ਸੁਥਣੀ, ਤੇ ਉਹਦੇ ਵਿੱਚ ਉਹਨਾਂ ਨੇ ਨਾਲਾ ਥੋੜਾ ਜਿਹਾ ਢਿੱਲਾ ਕਰਕੇ ਬੱਧਿਆ ਤਾਂ ਕਿ ਨਾ ਇਹ ਦੌੜ ਲਾ ਕੇ ਨਾ ਜਲਦੀ ਪਹੁੰਚ ਜਾਇਆ ਕਰੇ। ਤੇ ਇਹਨੇ ਦੌੜ ਲਾਣੀ ਤੇ ਫਿਰ ਰਾਹ ਦੇ ਵਿੱਚ ਹੀ ਨਾ ਇਹਨੇ ਜਨਾਬੇ ਵਾਲੀ ਉੱਥੇ ਗੰਦ ਪਾ ਦੇਣਾ। ਉਹ ਸਲਵਾਰ ਵੀ ਗੰਦੀ ਹੋ ਗਈ, ਹਰ ਸ਼ੈ ਗੰਦੀ ਹੋ ਗਈ। ਤੇ ਉਹ ਜਿਹੜੀ ਇਹਨਾਂ ਦੀ ਅੰਮਾ ਜਾਨ ਸੀ ਨਾ, ਅੰਮਾ ਜਾਨ ਚੌਕ ਵਾਲੀ ਨੱਛੋ ਬਾਂਦਰੀ, ਤੇ ਉਹ ਦੂਜੀਆਂ ਜਿਹੜੀਆਂ ਉੱਥੇ ਆਈਆਂ ਹੋਣੀਆਂ ਸਨ ਆਪਣੀਆਂ, ਜ਼ਿਆਦਾਤਰ ਜ਼ਨਾਨੀਆਂ ਹੀ ਰਹੀਆਂ ਜੇ ਇਹਦੀਆਂ ਖਿਦਮਤਗਾਰਾਂ। ਦੇਖੋ ਜਨਾਨੀਆਂ ਜਿਹੜੀਆਂ ਸਨ ਨਾ, ਜਿਹੜੇ ਪੀਰ ਸਨ ਨਾ ਜਾਲੀ ਕਿਸਮ ਦੇ, ਉਹਨਾਂ ਦੇ ਘਰਾਂ ਦੇ ਵਿੱਚ, ਅੱਛਾ ਪਹਿਲੀ ਗੱਲ ਤੇ ਇਹ ਕਾਦੀਆਨੀ ਜਿਹੜੇ ਭੈਣ ਭਰਾ ਜਿਹੜੇ ਇਹ ਜ਼ਮੀਰ ਬਾਈ ਦੀ ਗੱਲ ਸੁਣਦੇ ਨੇ, ਹੋ ਸਕਦਾ ਕਈਆਂ ਨੂੰ ਇਤਰਾਜ਼ ਹੋਏ, ਉਹ ਸਿਰਤੁਲ ਮਹਿਦੀ ਜਾ ਕੇ ਪੜ੍ਹ ਲਓ। ਆਪਣੀ ਤੁਸੀਂ ਕਿਤਾਬ ਨਹੀਂ ਪੜ੍ਹਦੇ, ਉਹਦੇ 'ਚ ਮਿਰਜ਼ੇ ਦੀ ਜ਼ਨਾਨੀ ਜਿਹੜੀ ਅੰਮਾ, ਤੁਸੀਂ ਉਹਨੂੰ ਅੰਮਾ ਕਹਿੰਦੇ ਹੋ, ਹੈ ਤੇ ਉਹ ਸਾਰਿਆਂ ਦੀ ਸਹੇਲੀ ਸੀ। ਉਹਦੀ ਅੰਮਾ ਜਾਨ ਸੀ ਨਾ, ਉਹਨੇ ਲਿਖਿਆ ਹੈ, ਉਹਨੇ ਦੱਸਿਆ ਹੈ, ਤੇ ਲਿਖਣ ਵਾਲਾ ਬਸ਼ੀਰ ਦਾ ਮੁੰਡਾ ਮਿਰਜ਼ੇ ਦਾ। ਉਹ ਆਂਦਾ ਕਿ ਅੰਮਾ ਜਾਨ ਆਂਦੀ ਸੀ ਕਿ ਮਿਰਜ਼ੇ ਰੇਸ਼ਮੀ ਨਾਲਾ ਪਾਇਆ ਹੁੰਦਾ ਸੀ, ਹਜ਼ਾਰ ਬੰਦ, ਉਹ ਛੇਤੀ ਖੁੱਲ ਜਾਂਦਾ ਸੀ। ਤੇ ਜੇ ਗੰਢ ਵੱਜ ਜਾਂਦੀ ਸੀ ਤੇ ਮਿਰਜ਼ੇ ਨੇ ਵਾਸ਼ਰੂਮ ਜਾਣਾ ਹੁੰਦਾ ਸੀ ਤੇ ਮਿਰਜ਼ੇ ਨੂੰ ਤਕਲੀਫ ਬੜੀ ਹੁੰਦੀ ਸੀ। ਉਹ ਤਕਲੀਫ ਇਹ ਸੀ ਕਿ ਵਿੱਚੇ ਨਿਕਲ ਜਾਂਦਾ ਸੀ। ਤੇ ਮਿਰਜ਼ਾ ਆਪਣੀ ਕਿਤਾਬ 'ਚ ਲਿਖਦਾ ਹੈ, ਸਿਰਤੁਲ ਮਹਿਦੀ ਦੇ ਵਿੱਚ ਉਹਦਾ ਮੁੰਡਾ ਲਿਖਦਾ ਹੈ ਕਿ ਪਿਓ ਮੇਰੇ ਦੀ ਇਹ ਹਾਲਤ ਸੀ ਮਿਰਜ਼ੇ ਦੀ ਕਿ 100 ਦਫਾ, ਨਹੀਂ ਇਹ ਤੇ ਮਿਰਜ਼ੇ ਆਪ ਲਿਖ ਗਿਆ ਨਾ, ਕਿ 100 ਦਫਾ ਮੈਨੂੰ ਟੱਟੀ ਮੁੱਤਰ ਆਉਂਦਾ ਸੀ। ਇਸ ਵਾਸਤੇ ਜਿਨ੍ਹਾਂ ਨੂੰ ਇਹ ਵੇ ਕਿ ਸ਼ਾਇਦ ਅਸੀਂ ਕੋਈ ਗੱਲ ਗਲਤ ਕਰ ਰਹੇ ਹਾਂ, ਗੁੱਸਾ ਚੜ੍ਹਦਾ ਮਲੰਗਣੀਆਂ ਨੂੰ, ਉਹ ਆਪਣੀ ਕਿਤਾਬ ਪੜ੍ਹ ਲਓ ਜੀ। ਜ਼ਮੀਰ ਭਾਈ ਜੀ ਚੌਧਰੀ ਸਾਹਿਬ, ਤੇ ਉਹ ਫਿਰ ਆਪਣਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਥੋੜੀ ਜਿਹੀ ਨਾੜਾ ਏਦਾਂ ਢਿੱਲਾ ਰੱਖੀਏ, ਇੱਕ ਹੀ ਗੰਢ ਮਾਰੀਏ, ਜ਼ਿਆਦਾ ਨਾ ਮਾਰੀਏ, ਤਾਂ ਕਿ ਇਹ ਜਿਹੜਾ ਨਾ ਸਫਾਈ ਸੁਥਰਾਈ ਦਾ ਖਿਆਲ ਰਵੇ। ਬੜਾ ਮਾਮਲਾ ਬਣ ਗਿਆ। ਇਹ ਲੋਕ ਬੜੇ ਬੜੇ ਦੂਰੋਂ ਆਉਂਦੇ ਨੇ, ਸਿਆਲਕੋਟ ਤੋਂ ਵੀ ਆਉਂਦੇ ਨੇ, ਸਮੜਿਆਲ ਤੋਂ ਵੀ ਆਉਂਦੇ ਨੇ, ਉਹ ਮਰਾੜੀਆਂ ਤੋਂ ਵੀ ਆਉਂਦੇ ਨੇ, ਤੇ ਉਧਰੋਂ ਗੁਜਰਾਂਵਾਲਾ ਤੇ ਹਾਫਜ਼ਾਬਾਦ ਸਾਰੇ ਆਉਂਦੇ ਨੇ। ਤੇ ਦੂਜੀ ਗੱਲ ਇਹ ਹੈ ਕਿ ਵਾਹ ਇਹਨਾਂ ਜਨਾਬ ਪੜਨਾ ਚਾਹੀਦੀਆਂ ਹੋਣੀਆਂ, ਤੇ ਫਿਰ ਇਹ ਬੰਦੇ ਆਣੇ ਬੰਦ ਹੋ ਜਾ ਸਨ, ਕਿਉਂਕਿ ਬਹੁਤ ਬੜੀ ਹੈ ਕਾਰ ਦੇ ਵਿੱਚ। ਫਿਰ ਉਹਨਾਂ ਨੇ ਇਹ ਕਿਹਾ ਕਿ ਚਲੋ ਬਈ ਇਸ ਤਰ੍ਹਾਂ ਕਰਨੇ ਆ। ਉਹਨਾਂ ਆਪਣੀ ਮੀਟਿੰਗ ਬੁਲਾਈ, ਜਿਹੜੇ ਆਪਣੇ ਮਲੰਗਣੀਆਂ ਸੇ ਜਿਹੜੇ ਉੱਥੇ ਮਰੀਦ ਆਏ ਪਏ ਸਨ, ਖਿਦਮਤਗਾਰ। ਤੇ ਉਹਨਾਂ ਕਿਹਾ ਲਓ ਬਈ ਇਸ ਤਰ੍ਹਾਂ ਕਰਨੇ ਆ ਕਿ ਇਸ ਨੂੰ ਨਾ ਰੇਸ਼ਮੀ ਨਾੜਾ ਪਾਣੀ, ਕਿਉਂਕਿ ਸੂਤਰੀ ਨਾੜਾ ਜਿਹੜਾ ਹੋਣਾ ਉਹ ਥੋੜਾ ਗੰਢ ਪੈ ਜਾਣੀ, ਤੋਂ ਗੰਢ ਖੁੱਲੀ ਨਹੀਂ ਚੌਧਰੀ ਸਾਹਿਬ। ਤੇ ਫਿਰ ਚੌਧਰੀ ਸਾਹਿਬ ਉਹਨਾਂ ਨੇ ਰੇਸ਼ਮੀ ਨਾੜਾ ਪਾਇਆ। ਉਹਨਾਂ ਕਿਹਾ ਲੈ ਬਈ ਚਲੋ ਹੁਣ ਇਹ ਮੁਸੀਬਤ ਜਿਹੜੀ ਟਾਲੀ ਜਾਸੀ। ਉਹ ਫਿਰ ਜਨਾਬੇ ਵਾਲੀ ਜੋ ਹੀ ਦੌੜ ਲਾਣੀ ਨਾ, ਮਿਰਜ਼ੇ ਨੇ ਰਾਹ ਦੇ ਵਿੱਚ ਹੀ ਫੜਕ ਹੋ ਗਿਆ ਜਨਾਬੇ ਵਾਲੀ, ਔਰ ਫਿਰ ਇਤਨਾ ਕੁਝ ਉਹਨੇ ਗੰਦ ਪਾਉਣਾ ਕਿ ਨਾ ਹੀ ਪੁੱਛੋ, ਤੇ ਉਹ ਵੀ ਨਾਕਾਮ ਹੋ ਗਿਆ। ਫਿਰ ਉਹਨਾਂ ਕਿਹਾ ਕਿ ਇਹ ਕਰੀਏ ਕਿ ਇਹਨੂੰ ਨਾ ਛੋਟਾ ਜਿਹਾ ਉਹ ਲਗੋਟੜੀ ਜੀ ਹੋਣੀ ਇੱਕ ਚੌਧਰੀ ਸਾਹਿਬ, ਗੁੱਠਿਆਂ ਤੋਂ ਉੱਤੇ ਆਪਣਾ ਅੰਗਰੇਜ਼ਾਂ ਦੀ ਜ਼ੁਬਾਨਾਂ 'ਚ ਉਸकी ਸਕਰਟ ਆਖਣੇ, ਕਿਸੇ ਵੀ ਰੰਗ ਦੀ ਵੈ, ਫੁੱਲਦਾਰ ਵੈ, ਸੂਏ ਰੰਗ ਦੀ ਵੈ, ਜਿਹੜੀ ਯਾਨੀ ਕਿ ਮਿਰਜ਼ੇ ਕਾਦੀਆਨੀ ਆਪਣੇ ਦਜਾਲ ਕਜ਼ਾਬ ਨੂੰ ਜਿਹੜੀ ਪਸੰਦ ਹੋਇਆ। ਤੇ ਉਹਨਾਂ ਨੇ ਫਿਰ ਉਸ ਸਕਰਟਾਂ ਦੀਆਂ ਬਣਵਾਈ ਕਿੰਨੀਆਂ ਕੋਈ ਜੀ, ਜਿਹੜੀ ਆਪਣਾ ਜ਼ਮੀਰ ਭਾਈ ਜਿਹੜਾ ਆਪਣਾ ਉਹ ਮਿਰਜ਼ਾ ਗਰਾਰਾ ਪਾਉਂਦਾ ਸੀ, ਤੁਸੀਂ ਉਹਦੀ ਗੱਲ ਕਰ ਰਹੇ ਹੋ ਜੀ? ਜੀ ਬਿਲਕੁਲ। ਉਹ ਗਰਾਰਾ ਕਿਹੜੇ ਨੇ, ਲੇਕਿਨ ਬੜਿਆ ਬੰਦੇ ਨੂੰ ਗਰਾਰਾ ਕੇ ਸੋਚਣੇ ਨੇ ਕਿ ਉਹ ਬੰਦਾ ਕਰੇ ਯਾਦ ਹੋ ਸੀ ਵਿੱਚ ਚੌਧਰੀ ਸਾਹਿਬ ਕਰੇ ਬੰਦੇ ਨੇ ਗਲਾ ਖਰਾਬ ਹੋ ਜਾਏ ਤਾਂ ਪਾਣੀਆਂ ਵਿੱਚ ਲੂਣ ਪਾਏ ਤਾਂ ਉਸ ਗਰਾਰੇ ਕਰਨੇ ਆ, ਤਾਂ ਬੰਦੇ ਉਧਰ ਟੁਰ ਜਾਣੇ। ਉਹ ਕਹਿਣੇ ਸ਼ਾਇਦ ਉਹ ਗੜ ਕਰਦਾ ਹੋਇਆ ਤਾਂ ਉਸਨੂੰ ਗਰਾਰਾ ਕਹਿਣੇ। ਉਹ ਨਹੀਂ, ਉਹ ਵੀ ਗੜ ਵੀ ਉਹਨੂੰ ਹੋਇਆ ਜੇ ਬਾਅਦ ਵਿੱਚ, ਉਹ ਵੀ ਬਾਅਦ ਵਿੱਚ ਚੌਧਰੀ ਸਾਹਿਬ ਸਾਨੂੰ ਦੱਸਣਗੇ ਕਿ ਗੜ ਕਦੋਂ ਕਿਹੜੇ ਲੈ ਹੋਇਆ ਉਹਨੂੰ, ਪਰ ਇਹੋ ਜਿਹੀ ਗੜ ਹੋਈ ਉਹ ਦੂਜੇ ਸ਼ਹਿਰ ਜਾ ਕੇ ਧੋਈ ਸੀ। ਤੇ ਫਿਰ ਉਹ ਸਕਰਟ ਜੀ ਲਾਈ ਜਨਾਬੇ ਵਾਲੀ, ਤੇ ਫਿਰ ਉਹ ਬਸ ਇਹ ਸੀ ਕਿ ਉਹ ਦਿਹਾੜੀ ਉਹ ਜਿਹੜੀ ਔੜੀ ਸੀ ਨਾ, ਉਹ ਨਿੱਕੀ ਜੀ ਉਹ ਲੰਗੋਟੜੀ ਜੀ, ਉਹ ਜਨਾਬ ਉਹਨੇ ਬੱਦੀ ਦੀ ਲੱਕੇ ਨਾਲ, ਤੇ ਰਾਤੀ ਉਹ ਲਾਈ ਤਾਂ ਆਪਣੇ ਸਿਰ ਹੇਠ ਜਨਾਬੇ ਅਲੀ ਮਿਰਜ਼ਾ ਦਜਾਲ ਕਜ਼ਾਬ ਕਾਦੀਆਨੀ ਉਹ ਰੱਖੀ ਕਿੰਨਾ ਸੀ, ਤੇ ਉਹ
ਦਰਵਾਜ਼ੇ ਦੇ ਨਾਲ ਉਹਨੇ ਉਹ ਟੰਗੀ ਸੀ ਸਲਵਾਰ ਆਪਣੀ, ਉਹ ਮੋਹਤਰਮਾ ਮੁਹੰਮਦੀ ਬੇਗਮ ਦੀ ਜਨਾਬੇ ਵਾਲੀ, ਕਰੇ ਉਹਨੂੰ ਸੁੰਘਦਾ ਸੀ, ਕਰੇ ਉਹ ਜਿਹੜੀ ਆਪਣੀ ਸੀ ਲੰਗੋਟੀ ਉਸਨੂੰ ਸੁੰਘਦਾ ਸੀ। ਤਾਂ ਇਹ ਜਿਹੜੇ ਮਲੰਗ ਨੇ ਨਾ, ਮਲੰਗ ਤੇ ਮਲੰਗਣੀਆਂ, ਇਹਨਾਂ ਦੀ ਹਾਲਤ ਅੱਜ ਦੇਖੋ ਤੁਸੀਂ ਕਿ ਇਹਨਾਂ ਨੇ ਨਾ ਆਪਣਾ ਬਟਵੇ ਦੇ ਵਿੱਚ ਕੋਈ ਸ਼ੈ ਪਾਈ ਦੀ। ਬਟਵਾ ਚੋਏ ਸਾਹਿਬ, ਬਟਵਾ ਤੁਸੀਂ ਕਿੱਥੇ ਪਾਉਂਦੇ ਜੇ, ਜ਼ਰਾ ਦੱਸਿਆ ਜੇ। ਬਟਵਾ ਮੈਂ ਤਾਂ ਜ਼ਿਆਦਾ ਹੱਥ 'ਚ ਫੜਿਆ ਹੁੰਦਾ, ਕਈ ਦਫਾ ਇੱਥੇ ਗੱਡੀ 'ਚ ਰੱਖ ਲਈਦਾ। ਨਹੀਂ, ਜਦੋਂ ਤੁਸੀਂ ਬਾਹਰ ਜਾਣੇ ਹੋ ਕਰੇ ਤਾਂ ਬਟਵਾ ਤੁਸੀਂ ਕਿੱਥੇ ਪਿਆ ਦਾ ਹੋਣਾ? ਪਿੰਡ ਦੇ ਵਿੱਚ ਪਿਆ ਦਾ ਹੋਣਾ, ਕਿੱਥੇ ਪਿਆ ਦਾ ਹੋਣਾ? ਇਹ ਬਟਵਾ ਨਿਕਲ ਗਿਆ ਤੇ ਮਿਰਜ਼ਾ ਇਹਨਾਂ ਕਾਦੀਆਂ ਦੀਆਂ ਅੱਖਾਂ ਨਿਸ਼ਾਨ ਹੋ ਗਿਆ। ਮੇਰੇ ਤਾਂ ਜ਼ਿਆਦਾਤਰ ਹੱਥ 'ਚ ਹੁੰਦਾ, ਮੈਂ ਇੱਕ ਹੱਥ 'ਚ ਫੋਨ ਹੁੰਦਾ, ਕਈ ਵਾਰੀ ਬਟਵਾ ਫੋਨ ਇਕੱਠੇ ਹੁੰਦੇ ਦੋਵੇਂ। ਆਹੋ, ਲੇਕਿਨ ਵੈਸੇ ਕਿੱਥੇ ਪਾਣੇ ਹੋ ਮੋਸਟਲੀ? ਮੈਂ ਬਟਵਾ ਪਿੱਛੇ ਪਾਇਆ ਦਾ ਹੋਣਾ। ਅੱਛਾ, ਪੈਂਟ ਦੇ ਤੁਸੀਂ ਜੀਨ ਦੀ ਪੈਂਟ 'ਚ ਯੂਜ਼ ਕਰਦੇ ਹੋਣੇ ਹੋ? ਜੀ ਜੀ, ਪਿੱਛੇ ਪੈਂਟ ਦੇ ਵਿੱਚ। ਪੈਂਟ ਦੇ ਨਾਲ ਤੁਹਾਨੂੰ ਪਤਾ ਹੈ ਕਿ ਉਹ ਦੂਜੀ ਸ਼ਾਇਦ ਜਿੱਥੋਂ ਸਾਰਾ ਯਾਨੀ ਕਿ ਮਾਲ ਨਿਕਲਾ। ਤੇ ਇਹ ਮਿਰਜ਼ਿਆਂ ਨੇ, ਮਲੰਗਾਂ ਨੇ, ਇਹਨਾਂ ਮਿਰਜ਼ੈਣਾ ਨੇ ਇਹਨਾਂ ਮਿਰਜ਼ੇ ਦੀ ਤਸਵੀਰ ਉਸ ਬਟਵੇ ਦੇ ਵਿੱਚ ਪਾਈ ਦੀ, ਔਰ ਉਹ ਜਿਹੜੀ ਸ਼ੈ ਇਹਨਾਂ ਦੀ ਜਿੱਥੇ ਵਿੱਚੋਂ ਗੰਦ ਨਿਕਲਾ ਉਹਦੇ ਬਿਲਕੁਲ ਨਾਲ ਟੱਚ ਕੀਤੀ ਨੇ, ਤਾਂ ਕਿ ਉਹ ਯਾਦਗਾਰ ਜਿਹੜੀ ਹੈ ਨਾ ਉਹ ਅੱਜ ਵੀ ਬਾਕੀ ਰਹਿ ਜਾਏ। ਤੇ ਇਹ ਸੂਰਤ ਹਾਲ ਹੈ ਜੀ। ਮਿਰਜ਼ਾ ਕਾਦੀਆਨੀ ਜਨਾਬ ਸਾਰੀ ਜ਼ਿੰਦਗੀ ਵਿੱਚ ਕੱਟ ਹੀ ਨਾ ਆ ਜੀ। ਉਹ ਨਾਣਾ ਸ਼ਾਣਾ ਨਹੀਂ ਸੀ। ਜ਼ਮੀਰ ਭਾਈ ਬਾਤ ਗੱਲ ਅਸਲ 'ਚ ਇਹ ਵੇ ਕਿ ਦੇਖੋ, ਇਹ ਸਿਰਫ ਮਿਰਜ਼ਾ ਨਹੀਂ ਸੀ ਉਸ ਦੌਰ ਦੇ ਵਿੱਚ, ਬਲਕਿ ਉਸ ਤੋਂ ਬਾਅਦ ਵੀ ਕਾਫੀ ਦੇਰ ਤੱਕ ਲੋਕੀ ਨੰਗੇ ਸ਼ਾਹ ਨੂੰ, ਬੋ ਵਾਲੇ ਸ਼ਾਹ ਨੂੰ, ਜੂਆਂ ਵਾਲੇ ਸ਼ਾਹ ਨੂੰ, ਜਿਹੜਾ ਨਹੀਂ ਸੀ ਨਹਾਉਂਦਾ ਉਸ ਸ਼ਾਹ ਨੂੰ ਲੋਕੀ ਮੰਨਦੇ ਸਨ। ਵਕਤ ਦੇ ਨਾਲ ਰੋਸ਼ਨੀ ਆ ਗਈ, ਮਿਰਜ਼ੇ ਨੂੰ ਨਵਾਉਂਦੇ ਜਾਂ ਨਾ ਨਵਾਉਂਦੇ, ਮਿਰਜ਼ਾ ਉਹ ਟੱਟੀ ਮੂਤਰ ਕਰਦਾ ਸੀ, ਭਾਵੇਂ ਉਹਦਾ ਵਿੱਚੇ ਵਗ ਜਾਂਦਾ ਸੀ ਜਾਂ ਨਹੀਂ ਸੀ ਵਗਦਾ। ਸਾਡੇ ਕੋਲ ਇੱਕ ਪਿੰਡ ਸੀ, ਸ਼ਹਿਰ ਛੋਟਾ ਜਿਹਾ, ਉੱਥੇ ਸਾਡਾ ਤਾਇਆ ਦੱਸਦਾ ਕਿ ਉੱਥੇ ਇੱਕ ਮਾਈ ਸੀ, ਲੋਕੀ ਮੰਨਦੇ ਸਨ। ਤੇ ਉਹ ਮਾਈ ਜਿਹੜੀ ਹੈ ਉਹ ਗੰਦੀ ਜਿਹੀ ਰਜ਼ਾਈ ਲੈ ਕੇ ਨਾ ਤੇ ਸਾਰਾ ਦਿਨ ਪੈ ਰਹਿੰਦੀ ਸੀ। ਜਦੋਂ ਉੱਠਦੀ ਸੀ ਕੋਈ ਪਾਣੀ ਦਾ ਗਲਾਸ, ਹੁਣ ਉਹ ਵਿਚਾਰੀ ਨੂੰ ਆਪਣੀ ਆਪਦੀ ਹੋਸ਼ ਨਹੀਂ ਸੀ, ਤੇ ਦੁਨੀਆ ਜਾ ਕੇ ਉਸ ਮਾਈ ਦੇ ਪੈਰ ਚੁੰਮਦੀ ਸੀ। ਇਹ ਗਲੀ ਗਲੀ ਇਹ ਤਮਾਸ਼ਾ ਸੀ, ਲੇਕਿਨ ਲੋਕਾਂ ਦੀ ਵਕਤ ਦੇ ਨਾਲ ਸਮਝ ਆ ਗਈ, ਜਾਨ ਛੁੱਟ ਗਈ। ਇਹ ਕਾਦੀਆਨੀ ਇਹਨੂੰ ਮੰਨ ਬੈਠੇ ਨੇ, ਇਹਨਾਂ ਨੂੰ ਸਮਝ ਵੀ ਆ ਗਈ ਏ। ਐਸਾ ਕੋਈ ਕਾਦੀਆਨੀ ਮੈਂ ਨਹੀਂ ਸਮਝਦਾ, ਅਨਲੈਸ ਕਿ ਉਹਦੇ ਤੇ ਖੁਦਾ ਦਾ ਅਜ਼ਾਬ ਹੋਏ, ਫਿਰ ਹੋ ਸਕਦਾ ਹੈ ਕਿ ਉਹਨੂੰ ਨਾ ਸਮਝ ਆਏ। ਜਿਹਨੂੰ ਖੁਦਾ ਦਾ ਜਿੱਤੇ ਅਜ਼ਾਬ ਨਹੀਂ ਨਾ ਖਾਸ, ਹੋ ਹੀ ਨਹੀਂ ਸਕਦਾ। ਮੈਂ ਕਾਦੀਆਨੀਆਂ ਨੂੰ ਜਾਣਨਾ, ਹੋ ਹੀ ਨਹੀਂ ਸਕਦਾ ਕਿ ਕੋਈ ਕਾਦੀਆਨੀ ਨਿਦਾ ਤੇ ਮਸਰੂਰੇ ਜਾਹਲ ਦੀ ਆਈਡੀਓ ਸੁਣਨ ਤੋਂ ਬਾਅਦ ਇਹਨਾਂ ਮਿਰਜ਼ੇ ਨੂੰ ਮੰਨ ਜੇ, ਹੋ ਹੀ ਨਹੀਂ ਸਕਦਾ। ਇਸ ਵਾਸਤੇ ਇਹ ਉਸ ਦੌਰ ਦੇ ਵਿੱਚ ਉਹ ਮਿਰਜ਼ੇ ਨੂੰ ਨਵਾਉਂਦੇ ਜਾਂ ਨਾ ਨਵਾਉਂਦੇ, ਉਦੋਂ ਕੰਮ ਚੱਲਦਾ ਸੀ। ਹੁਣ ਦੁਨੀਆ 'ਚ ਹੋਸ਼ ਆ ਗਈ ਹੈ, ਲੋਕ ਉਹ ਜਿਹੇ ਬਲਡੋਜ਼ਰ ਸ਼ਾਹ ਨੂੰ ਛੱਡ ਗਏ ਨੇ। ਕਾਦੀਆਨੀ ਜਿਹੜੇ ਨੇ ਅਜੇ ਵੀ ਡਰਦੇ ਨੇ ਕਿ ਮਿਰਜ਼ੇ ਮਸਰੂਰ ਦੇ ਖਿਲਾਫ ਬੋਲਿਆ ਖੁਦਾ ਨੇ ਧੌਣੋਂ ਫੜ ਲੈਣਾ। ਉਹ ਬਸ਼ਰਮੋ, ਉਹ ਮਿਰਜ਼ਾ ਮਸਰੂਰ ਤੁਸੀਂ ਵੇਖਿਆ ਨਹੀਂ? ਓਏ ਉਹਦੀ ਆਵਾਜ਼ ਨਹੀਂ ਜੇ ਸੁਣੀ? ਉਹ ਆਪਣੀ ਕੁੜੀ ਦੇ ਨਾਲ ਜਿਹੜੀ ਉਹਨੇ 44 ਮਿੰਟ ਗੱਲਾਂ ਕੀਤੀਆਂ ਨੇ ਨਿਦਾ ਨਾਲ, ਉਹ ਤੁਹਾਂ ਨਹੀਂ ਸੁਣੀ ਬਦਕਾਰੋ? ਜੇ ਤੁਸੀਂ ਸੁਣੀ ਹੈ ਤਾਂ ਹੁਣ ਤੁਹਾਨੂੰ ਸ਼ੱਕ ਕਾਹਦਾ ਰਹਿ ਗਿਆ? ਉਹ ਮਿਰਜ਼ਿਆਂ ਦੇ ਘਰ ਦੀ ਬੋਲੀ ਵੀ ਤੁਸੀਂ ਸੁਣ ਲਈ ਹੈ, ਜਿਹੜਾ ਤੁਹਾਨੂੰ ਆਂਦੇ ਹੁੰਦੇ ਨੇ ਮੁਕਰਮ ਮੁਹਤਰਮ ਲੁਕਮਾਨ ਅਹਿਮਦ ਸਾਹਿਬ, ਉੱਥੇ ਸੁਣਿਆ ਨਹੀਂ ਜੇ? ਲੁੱਚਾ, ਲਫੰਗਾ, ਖੋਤਾ, ਕੰਜਰ, ਕੁੱਤਾ, ਕੋਈ ਲਫ਼ਜ਼ ਛੱਡਿਆ ਉੱਥੇ? ਜ਼ਨਾ ਦੀਆਂ ਕਿਸਮਾਂ ਜਿਹੜੀਆਂ ਉਹਨਾਂ ਦੱਸੀਆਂ ਨੇ, ਦੁਨੀਆ ਕੰਨਾਂ ਨੂੰ ਹੱਥ ਲਾ ਗਈਆਂ ਨੇ। ਐਨੀਵੇ ਜ਼ਮੀਰ ਭਾਈ, ਜੇ ਤੁਸੀਂ ਇਜਾਜ਼ਤ ਦਿਓ ਤੇ ਸ਼ਹਜ਼ਾਦ ਭਾਈ ਨਾਲ ਥੋੜੀ ਜਿਹੀ ਗੱਲ ਨਾ ਕਰੀਏ। ਸ਼ਹਜ਼ਾਦ ਖਾਨ ਸਾਹਿਬ ਸਾਡੇ ਨਾਲ ਨੇ। ਜੀ ਜੀ, ਬਿਲਕੁਲ ਬਿਲਕੁਲ। ਬਸ ਮੈਂ ਇਹੀ ਚਾਹਣਾ ਸਾਂ ਕਿ ਆਪਣਾ ਨਿਦਾ ਨਸਰ ਨੇ ਹਰ ਚੀਜ਼ ਖੋਲ ਕੇ ਰੱਖ ਦਿੱਤੀ, ਲੇਕਿਨ ਚੋਏ ਸਾਹਿਬ ਅਦੂ ਜਿਹੜੇ ਲੋਕ ਨੰਗਿਆਂ ਕੋਲ ਜਾਣੇ ਸਨ, ਬਾਅਦ ਵਿੱਚ ਉਹਨਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੇ ਲਿੱਤਰ ਮਾਰੇ ਉਹਨਾਂ ਨੰਗਿਆਂ ਨੂੰ। ਇਹ ਅਜੇ ਡਰਦੇ ਨੇ ਜਨਾਬ, ਇਹ ਰੌਲਾ ਆ ਨਾ। ਇਹ ਮੈਂ ਤਾਂ ਹੀ ਕਿਹਾ, ਮੈਨੂੰ 2 ਵਾਰੀ ਅੱਗੇ ਖੰਗ ਆਈ ਏ। ਇਹ ਅੱਧੇ ਮਲੰਗ ਤੇ ਉਦੋਂ ਹੀ ਧੋਤੀ ਲਾ ਕੇ ਨੱਚਣ ਡੈ ਪਏ ਹੋਣਗੇ ਕਿ ਲਓ ਬਈ ਮਿਰਜ਼ੇ ਦਾ ਅਜ਼ਾਬ ਆ ਗਿਆ। ਠੀਕ ਹੈ ਨਾ ਜੀ? ਇਹ ਅਜੇ ਵੀ ਮਲੰਗ ਡਰਦੇ ਨੇ। ਪਰ ਐਨੀਵੇ ਸ਼ਹਜ਼ਾਦ ਭਾਈ ਨੂੰ ਪੁੱਛਣੇ, ਸ਼ਾਇਦ ਇਹ ਕੋਈ ਦੱਸਣ ਗੱਲ ਇਸ ਬਾਰੇ 'ਚ। जी अस्सलाम वालेकुम शहजाद भाई। जी वालेकुम सलाम, क्या हाल है चौधरी साहब?
ਹਾਲ ਤੇ ਠੀਕ ਹੈ, ਮੈਂ ਨਾ ਇਹ ਹੁਣ ਕੀ ਮਲੰਗ ਸੋਚਦੇ ਨੇ। ਮਲੰਗ ਬੜੇ ਡਰਦੇ ਨੇ, ਮਿਰਜ਼ਾ ਕਾਦੀਆਨੀ ਦਾ ਨਾਂ ਲੈ ਲਓ ਬੰਦੇ ਉਹ ਕੱਢ ਦਿੰਦੇ ਨੇ ਚੈਨਲ ਤੋਂ ਵੀ। ਕਿੱਥੋਂ ਕੱਢ ਦਿੰਦੇ ਨੇ? ਮਿਰਜ਼ਾ ਕਾਦੀਆਨੀ ਦਾ ਨਾਂ ਸੁਣਨ ਨਾ ਮਲੰਗ ਸਟ੍ਰੀਮ ਵਿੱਚ ਵੀ ਕੱਢ ਦਿੰਦੇ ਨੇ, ਕਹਿੰਦੇ ਨੇ ਤੁਸੀਂ ਹੋਰ ਗੱਲ ਕਰੋ, ਇਹਦਾ ਨਾਂ ਕਿਉਂ ਲੈਂਦੇ ਹੋ ਮੁਰਦਾਰ ਦਾ ਨਾਂ। ਐਨੀਵੇ ਜੀ, ਅੱਛਾ ਤੁਹਾਡੇ ਨਾ ਤੁਹਾਡੇ ਮਾਈਕ 'ਚ ਥੋੜਾ ਜਿਹਾ ਸ਼ੋਰ ਆ ਰਿਹਾ। आवाज ਹਾਂਜੀ ਹੁਣ ठीक है, ਪਹਿਲਾਂ ਤੁਹਾਡੇ ਨਾਲ ਮੇਰੇ ਹਾਲ 'ਚ थोड़ी जी आवाज। हाँ जी अच्छा, वो उर्दू में बात करते हैं, इधर थोड़ा नीचे मैसेज भी आ रहे हैं। वो इनकी जी स्ट्रीम में गया, मैं वो ऐसे शोर कर रहे थे कि भाई खत्म नबूवत के ऊपर कोई बात नहीं करता है और कोई पैरा नहीं दे रहा है। जिया भाई को तो ये आने नहीं देते ना, उसमें स्ट्रीम में ब्लॉक किया हुआ है। तो मैं चला गया, मैंने बोला वो उसने इसको पाकिस्तान को एटमी बम बनाया डॉक्टर अब्दुल सलाम ने। मैंने बोला वो उसने बनाया तो आपको उसने क्या दिया है। मैंने बिल्कुल बोला सही। इसको जिसने पाकिस्तान को एटमी बम बनाया वो तो बोल के गया, बोला उसने पाकिस्तान के लिए काम किया। मैंने बोला पाकिस्तान के लिए काम ही किया तो वो मुसलमान ही तो है, डॉक्टर अब्दुल कदीर। वो फिर उसने बोला खत्म नबूवत के ऊपर बात करते हैं। मैंने बोला सही है, पहले अल्लाह के ऊपर आते हैं कि आप ये बताओ कि आपके मिर्जा कादियानी जो है उसने वो तुम्हारी वेबसाइट के ऊपर उसने वो मलका विक्टोरिया है, विक्टोरिया जो इनकी विक्टोरिया, उसकी शान में उसने अल्लाह से भी बढ़ा दी है कि अल्लाह के जैसा एक नूर है ये। अंग्रेजों को मैंने बोला उसने अल्लाह के बराबर मिला दिया है, तुम्हें शर्म आती है। उसने फौरन निकाल दिया। मेरे को बोला ये बात नहीं करो, ये खत्म नबूवत के ऊपर थोड़ी बात हो रही है। मैंने बोला पहले अल्लाह के ऊपर आते हैं, उसके बाद मोहम्मद सल्लल्लाहु अलैहि वसल्लम के ऊपर आते हैं हम लोग। ਇਹਨਾਂ ਨੇ ਨਾ ਇਹਨਾਂ ਮਿਰਜ਼ਿਆਂ ਨੇ जी ਇਹਨਾਂ जी ਕਾਦੀਆਨੀ ਮਲੰਗਣੀਆਂ ਨੂੰ ਕਿਹਾ ਭਈ ਹਜ਼ਰਤ ਈਸਾ ਅਲੈਹਿਸਲਾਮ ਦੀ ਕਬਰ ਮਿਲ ਗਈ ਹੈ ਕਸ਼ਮੀਰ 'ਚ, ਤੇ ਸਾਰੇ ਉਸ ਕਬਰ ਦੇ ਵੱਲ ਨੂੰ ਦੌੜ ਲਾ ਲਓ। ਉਹਨਾਂ ਸਾਰਿਆਂ ਇਹਨਾਂ ਮਲੰਗਾਂ ਨੇ ਅੱਖਾਂ ਬੰਦ ਕਰਕੇ ਦੌੜ ਲਾ ਲਈ, ਹਾਲਾਂਕਿ ਉਹ ਕਬਰ ਵੀ ਸਾਰਾ ਝੂਠ ਸਾਬਤ ਹੋ ਗਿਆ। ਉਹ ਇਹ ਸਾਰੇ ਉਧਰ ਨੱਸ ਗਏ ਨੇ, ਪਿੱਛੋਂ ਮਲੰਗਾਂ ਨੇ ਇਹਨਾਂ ਦੀਆਂ ਜਨਾਨੀਆਂ ਵੀ ਲੁੱਟ ਲਈਆਂ ਨੇ ਤੇ ਇਹਨਾਂ ਦੇ ਪੈਸੇ ਵੀ ਲੁੱਟ ਲਏ ਨੇ ਉਧਰ ਧਿਆਨੇ ਲਾ ਕੇ। मेरा ख्याल है जमीर भाई इजाजत ना लिए दोस्तों को। जी अपना बस एक आखिरी बात करते हैं चोर साहब कि अभी ये बात हो गई है कि ये हालात ऐसे नगरगू हो गए इनके मरजवटों के कि अभी एक किताब है, बल्कि वो एक हकीकत है, उसका नाम है एक गलती का इजाला। जी जी। तो विक्टोरिया से बस एक ही गलती हुई है जो इसने ये मिर्जा कादियानी पैदा कर दिया। तो अभी ये कोई नहीं मान रहे उसको, कहते हैं कि ये 1901 से पहले जो भी उसने कहा वो सब गलत है। 1901 से पहले जो मिर्जा साहब ने जो भी लिखा जो भी कहा वो सब गलत है, सब गलत है जी। तो जो ने कीता वो, हाँ बस ये भी पूछना बाकी है। लेकिन वो कहते हैं वो जो भी लिखा है ना उस यानी कि जेड़ा भी उसने लिखिया वो सब कूड़ कपाड़ है। 1901 की उसनों पता चलिया वही मैं शह केड़ी हाँ। नहीं जेड़ा मुस्लिम है उदों ने जम्मिया, मैं ਉਹਦਾ ਮੁੰਡਾ ਤੇ ਨਹੀਂ ਸੀ, ਮੁੰਡਾ ਤਾਂ ਚਲੋ ਸੱਜੇ ਖੱਬੇ ਸੀ, ਲੇਕਿਨ ਇਹ ਵੇ ਕਿ ਉਹ ਵੀ ਤੇ 1901 ਤੋਂ ਪਹਿਲਾਂ ਦਾ ਹੀ ਹੈ। ਇਹਦਾ ਮਤਲਬ ਉਹਦਾ ਵੀ ਉਹਦੇ ਬਾਰੇ ਚ ਵੀ ਇਹੀ ਹੈ ਕਿ ਜੋ ਉਹਨੇ ਕੀਤਾ ਸਹੀ ਨਹੀਂ ਕੀਤਾ। ਬਿਲਕੁਲ ਉਹ ਵੀ ਬੇਸ਼ੱਕ ਉਹ ਤੇ ਸੀ ਨਾ ਕਿ ਜਦੋਂ ਉਹ ਬਰਾਤ ਗਈ ਸੀ ਕੱਲਾ ਹੀ ਸੀ ਤੇ ਨਾਲ ਇੱਕ ਮਰੀਦ ਸੀ ਸੋ ਤੇ ਜੀ ਦੇਖੋ ਨਾ ਨੱਛੋ ਬਾਂਦਰੀ ਦਾ ਵੀ ਮਾਮਲਾ। ਮੈਂ ਕਹਿਣਾ ਨਾ ਮਰਜ਼ੀਆਂ ਨੂੰ ਅਸੀਂ ਕਿਹੜੀ ਗੱਲ ਇਹਨਾਂ ਮਲੰਗਾਂ ਨੂੰ ਜਨਾਬ ਸੁਣਾਈਆ ਹੈ। ਇਹ ਯਕੀਨ ਕਰੋ ਏਡੀ ਲੰਮੀ ਕਹਾਣੀ ਹੈ ਨਾ ਚੋਈ ਸਾਹਿਬ ਕਿ ਸ਼ਾਇਦ ਅਸੀਂ ਗੁਜ਼ਰ ਜਾਈਏ, ਕਹਾਣੀ ਨਹੀਂ ਮੁੱਕਣੀ ਜਿੰਨੀ ਬੜੀ ਇਹ ਕਹਾਣੀ ਹੈ। ਕਰੀਏ ਕਿ ਕੋਈ ਐਸੀ ਗੱਲ ਨਹੀਂ, ਕਹਾਣੀ ਇਹਨਾਂ ਦੀ ਮੁੱਕ ਗਈ ਹੈ ਹੁਣ। ਆਹਾ ਹਾ ਅੱਲਾ ਦੇ ਫਜ਼ਲ ਸਹੀ ਗੱਲ ਮੁੱਕ ਗਈ ਹੈ। ਆਹਾ ਮੈਂ ਅੱਗੇ ਵੀ ਅਰਜ਼ ਕੀਤੀ ਹੈ, ਮੈਂ ਦੁਬਾਰਾ ਅਰਜ਼ ਕਰਨਾ, ਕਾਦੀਆਨੀਓ ਖੁਦਾ ਦਾ ਵਾਸਤਾ ਹੈ, ਜੇ ਤੁਸੀਂ ਸਵਾਲ ਕਰਨਾ ਸ਼ੁਰੂ ਕਰ ਦੋ, ਜਿਹੜੇ ਆਮ ਕਾਦੀਆਨੀ ਭੈਣ ਭਰਾ ਜਿਹੜੇ ਨਹੀਂ ਜ਼ਿਆਦਾ ਪੜ੍ਹੇ, ਉਹ ਇੰਨਾ ਹੀ ਸਵਾਲ ਕਰੋ ਭਈ 14ਵੀਂ ਸਦੀ ਵਾਲੀ ਹਦੀਸ ਕਿੱਥੇ ਵੇ ਜਿਹੜੀ ਆਂਦੇ ਸੋ 14ਵੀਂ ਸਦੀ ਚ ਇਮਾਮ ਮਹਿਦੀ ਆਉਣਾ।
ਕੋਈ ਹਦੀਸ ਪੇਸ਼ ਨਹੀਂ ਜੇ। ਕੋਈ ਨਹੀਂ। ਦੂਜਾ, ਜਿਹੜੇ ਕੈਨੇਡਾ, ਅਮਰੀਕਾ, ਜਰਮਨੀ ਦੇ ਵਿੱਚ ਜਿਹੜੇ ਮਲੰਗ ਮਲੰਗਣੀਆਂ ਅੰਗੂਠਾ ਛਾਪ ਨੇ, ਜਿਨ੍ਹਾਂ ਨੂੰ ਨਹੀਂ ਕੋਈ ਐਡਾ ਪਤਾ, ਜਿਨ੍ਹਾਂ ਨੂੰ ਪਤਾ ਉਹ ਵੀ ਕਿਹੜੇ ਐਡੇ ਆਲਮ ਨੇ, ਸਾਰੇ ਹੈ ਤੇ ਜ਼ਿਆਦਾ ਜਾਹਲ ਨੇ। ਦੂਸਰਾ, ਉਹ ਤੁਸੀਂ ਇਹ ਸਵਾਲ ਕਰੋ ਕਿ ਮਿਰਜ਼ਾ ਸਾਹਿਬ ਜਿਹੜੀਆਂ ਕਰੋੜਾਂ ਬੈਤਾਂ ਸਨ, ਸਵਾਏ ਗੁਜਰਾਂ ਵਾਲਾ, ਸਿਆਲਕੋਟ, ਹਾਫਸਾਬਾ ਤੇ ਬਦਨਸੀਬਾਂ ਦੇ, ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ। ਕਿੱਥੇ ਨੇ ਕਰੋੜਾਂ ਬੈਤਾਂ? ਜਦੋਂ ਜਵਾਬ ਨਾ ਦੇਣਗੇ ਤੇ ਤੁਸੀਂ ਸੋਚ ਲਿਓ। ਫੇਰ ਤੁਹਾਡੇ ਮਿਰਜ਼ੇ ਮਸਰੂਰ ਦੀ ਆਈਡੀ ਹੋ ਜੇ ਤੇ ਤੁਹਾਡੀ ਨਿਦਾ ਤੁਹਾਡੇ ਮਿਰਜ਼ੇ ਦੀ ਧੀ ਬੋਲਦੀ ਏ, ਜਿਹਨੂੰ ਤੁਸੀਂ ਆਂਦੇ ਸੋ ਸ਼ੇਰ ਬੋਲਦਾ ਸਾਡਾ ਮਿਰਜ਼ਾ ਤਾਹਰ, ਉਹਦੀਆਂ ਕੁੜੀਆਂ ਦਾ ਛੱਡਿਆ ਤੁਸਾਂ ਕੱਖ ਨਹੀਂ। ਓਏ ਉਹਨਾਂ ਦੀਆਂ ਕੁੜੀਆਂ ਨਾਲ ਜ਼ਨਾ ਮੌਲਵੀਆਂ ਕੀਤਾ ਹੈ ਕਿ ਤੁਸਾਂ ਆਪ ਕੀਤਾ ਹੈ? ਬੇਸ਼ੱਕ ਐਵੇਂ ਪੁੱਛੋ ਜਾ ਕੇ ਬਦਨਾਮ ਇਹਨਾਂ ਕਰੀ ਨੂੰ। ਜਾਣੇ ਮੌਲਵੀਆਂ ਨੂੰ। ਉਹ ਮੌਲਵੀ ਤੇ ਹੈਂ? ਤੁਹਾਡਾ ਭਲਾ ਸੋਚਦੇ ਨੇ, ਝੱਲਿਓ। ਉਹਨਾਂ ਕੁੜੀਆਂ ਦੇ ਨਾਲ, ਤੁਹਾਡੇ ਉਹ ਮਿਰਜ਼ਿਆਂ ਦੀਆਂ ਕੁੜੀਆਂ ਨਾਲ ਜ਼ਨਾ ਕਿੰਨੇ ਕੀਤਾ? ਆਂਦੇ ਸੋ ਮੌਲਵੀ ਭੈੜੇ ਨੇ, ਮੌਲਵੀਆਂ ਕੀਤਾ ਹੈ। ਹਾਂ। ਮੌਲਵੀਆਂ ਨੇ ਤੁਸਾਂ ਹੱਥ ਨਹੀਂ ਲੱਗਣ ਦਿੱਤੀਆਂ, ਤੁਸਾਂ ਹਾਂ। ਦੇ ਆਪ ਹੀ ਛੱਡਿਆ ਕੱਖ ਨਹੀਂ ਹੈ। ਉਹ ਪਿੱਟਦੀਆਂ ਨੇ, ਆਂਦੀਆਂ ਨੇ ਸਾਨੂੰ। ਫਿਰ ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਕੇ ਖਤਮ ਕਰਨੇ ਆ। ਦੇਖੋ ਕਾਦੀਆਨੀ ਭੈਣ ਭਰਾਓ, ਇਸ ਗੱਲ ਤੇ ਗੌਰ ਕਰੋ। ਮੈਂ ਇੱਕ ਦਿਨ ਸਫ਼ਰ ਪਿਆ ਕਰਦਾ ਸਾਂ ਤੇ ਬਾਹਰ ਖੁੱਲੇ ਏਰੀਆ ਦੇ ਵਿੱਚ ਮੈਂ ਵੇਖਿਆ ਜੰਗਲ 'ਚ, ਤੇ ਅਸੀਂ ਤੇ ਉਹ ਨੱਥ ਪਾਈ ਹੁੰਦੀ ਹੈ ਨਾ ਗਾਈਆਂ ਗੂਈਆਂ ਨੂੰ ਜਾਂ ਮੱਝਾਂ ਨੂੰ, ਨੱਥਾਂ ਪਾ ਕੇ ਜ਼ਿਆਦਾਤਰ ਉੱਥੇ ਪਾਕਿਸਤਾਨ 'ਚ ਬੰਨੀਆਂ ਹੁੰਦੀਆਂ ਨੇ। ਇੱਥੇ ਮੈਂ ਜੰਗਲ 'ਚ ਵੇਖੀਆਂ 2 ਗਾਈਆਂ, ਬੇਸ਼ੁਮਾਰ ਗਾਈਆਂ ਹੁੰਦੀਆਂ ਨੇ ਜੱਟਾਂ ਰੱਖੀਆਂ, ਲੇਕਿਨ ਮੈਂ ਵੇਖਿਆ ਕਿ ਜੰਗਲ 'ਚ ਨਾ 1-2 ਗਾਈਆਂ ਉਹ ਦਰਖਤ ਥੱਲੇ ਬੈਠੀਆਂ। ਖੁੱਲ੍ਹਮ ਖੁੱਲ੍ਹਾ ਜੰਗਲ, ਜ਼ਿਆਦਾਤਰ ਇੱਥੇ ਮੈਂ ਨਹੀਂ ਕੋਈ ਵੇਖਿਆ ਕਿ ਸੰਗਲ ਪਾ ਕੇ ਬੰਨਿਆ ਹੋਇਆ ਜਾਨਵਰ। ਉਹ ਜਿਹੜਾ ਜਾਨਵਰ ਰੇ, ਜਿਹੜਾ ਆਜ਼ਾਦ ਜੰਗਲ 'ਚ ਸਾਫ਼ ਫਜ਼ਾ ਹੈ, ਕੋਈ ਪੋਲੂਸ਼ਨ ਨਹੀਂ, ਕੋਈ ਆਲੂਦਗੀ ਨਹੀਂ, ਉੱਥੇ ਪਲਿਆ ਜਿਹੜਾ ਜਾਨਵਰ ਹੈ, ਉਹਦਾ ਤੁਸੀਂ ਗੋਸ਼ਤ ਦਾ ਹਿਸਾਬ ਲਾ ਲਓ, ਉਹਦੀ ਆਜ਼ਾਦੀ ਦਾ ਹਿਸਾਬ ਲਾ ਲਓ ਕਿ ਉਹ ਐਸੇ ਜਾਨਵਰ ਦਾ ਗੋਸ਼ਤ, ਹਾਲਾਂਕਿ ਜਿਹੜੇ ਸੂਬੇ 'ਚ ਮੈਂ ਰਹਿਣਾ ਅਲਬਰਟਾ 'ਚ, ਇਹਦਾ ਜਿਹੜਾ ਗੋਸ਼ਤ ਹੈ ਇੱਥੋਂ ਦਾ ਗਾਈਆਂ ਦਾ, ਉਹ ਦੁਨੀਆ ਦਾ ਟਾਪ ਦਾ ਗੋਸ਼ਤ ਗਿਣਿਆ ਜਾਂਦਾ। ਇਸ ਤਰ੍ਹਾਂ ਹੀ ਤੁਸੀਂ ਇਹ ਦੇਖੋ ਕਿ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਪਲੇ ਬੱਚੇ ਨੇ, ਇਹਨਾਂ ਮੁਲਕਾਂ ਦੇ ਵਿੱਚ ਗੱਲ ਕਿਵੇਂ ਕਰਨੀ ਹੈ, ਬਹਿਣਾ ਕਿਸ ਤਰ੍ਹਾਂ ਹੈ। ਮੈਂ ਜਦੋਂ ਆਇਆ ਸੀ, ਮੈਂ ਤੇ ਪਿੰਡ 'ਚੋਂ ਆਇਆ ਸੀ, ਮੈਨੂੰ ਨਹੀਂ ਸੀ ਪਤਾ ਵੀ ਜਨਾਨੀਆਂ ਵਾਲਾ ਪਰਫਿਊਮ ਹੋਰ ਹੁੰਦਾ ਤੇ ਬੰਦਿਆਂ ਵਾਲਾ ਹੋਰ ਹੁੰਦਾ। ਉਹ ਮੈਨੂੰ ਗੋਰਾ ਆਖਣ ਲੱਗਾ, ਵਾਲੇ ਤੂੰ ਪਰਫਿਊਮ ਲਾਈ ਏ, ਬੀਬੀਆਂ ਵਾਲੀ ਏ ਬੰਦਿਆਂ ਵਾਲੀ ਏ? ਮੈਂ ਕਿਹਾ ਬੰਦਿਆਂ ਵਾਲੀ ਏ। ਉਹ ਬੰਦਿਆਂ ਵਾਲੀ ਮੈਂ ਇਸ ਮਾਰੇ ਆਖਿਆ, ਮੈਨੂੰ ਕਿਹੜਾ ਪਤਾ ਸੀ। ਮੈਂ ਕਿਹਾ ਵੀ ਮੈਂ ਬੀਬੀਆਂ ਵਾਲੀ ਤਾਂ ਹੁਣ ਕਹਿ ਹੀ ਨਹੀਂ ਸਕਦਾ। ਉਹ ਮੈਂ ਆਣ ਕੇ ਕਿਸੇ ਨੂੰ ਪੁੱਛਿਆ, ਮੈਂ ਯਾਰ ਬੀਬੀਆਂ ਤੇ ਬੰਦਿਆਂ ਦੀ ਅਲੱਗ-ਅਲੱਗ ਪਰਫਿਊਮ ਹੁੰਦੀ ਹੈ? ਉਹ ਆਖਾਂਗਾ ਅਲੱਗ ਹੁੰਦੀ ਹੈ, ਤੇ ਸਾਨੂੰ ਤੇ ਪਤਾ ਹੀ ਨਹੀਂ ਸੀ। ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਬਦਨਸੀਬੋ, ਮੇਰੀ ਗੱਲ ਸੁਣ ਲਓ। ਤੁਹਾਨੂੰ ਇਹਨਾਂ ਦੱਸਿਆ ਕਿ ਮਿਰਜ਼ਾ ਖਲੀਫੇ ਨੂੰ ਫੜ ਲਓ, ਖਲੀਫਾ ਖਿਲਾਫਤ ਨਾਲ ਜੁੜ ਜਾਓ, ਖਲੀਫੇ ਨੂੰ ਅੱਗੋਂ ਜੱਫਾ ਮਾਰ ਲਓ, ਖਲੀਫੇ ਨੂੰ ਮਗਰੋਂ ਜੱਫਾ ਮਾਰ ਲਓ, ਤੇ ਖਲੀਫਾ ਤਾਂ ਹੈ ਹੀ ਕੋਈ ਨਹੀਂ, ਉਹ ਵੀ ਝੂਠ। ਝੂਠ ਹੈ। ਜਿਵੇਂ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦਾ ਕੋਈ ਮਲੰਗ ਬਦਨਸੀਬ ਜਰਮਨੀ 'ਚ ਬੈਠਾ ਹੈ, ਐਵੇਂ ਮਸੂਰਾ ਜਾਹਲ ਇੱਥੇ ਬੈਠਾ ਹੈ। ਇਹ ਤੋਂ ਬਾਅਦ ਉਹਦੀ ਹਸੀਅਤ ਕੋਈ ਨਹੀਂ। ਲੇਕਿਨ ਖਿਲਾਫਤ ਨੂੰ ਫੜ ਲਓ, ਖਿਲਾਫਤ ਨੂੰ ਛੱਡਿਆ ਤੁਹਾਡਾ ਰਹਿਣਾ ਕੱਖ ਨਹੀਂ। ਤੁਸਾਂ ਇਸ ਗੱਲ ਨੂੰ ਐਸਾ ਪੱਲੇ ਬੰਨਿਆ ਕਿ ਮਾਰ-ਮਾਰ ਜੁੱਤੀਆਂ ਖਰਾਜ ਦੀਆਂ ਮਿਰਜ਼ਿਆਂ ਤੁਹਾਡੇ ਵਾਲ ਵੀ ਡਾਹੜੇ ਨੇ। ਤੁਸਾਂ ਜੱਫੀ ਨਹੀਂ ਛੱਡੀ ਖਿਲਾਫਤ ਨਾਲ। ਲੇਕਿਨ ਹੁਣ ਤੁਹਾਨੂੰ ਇਹ ਦੱਸਦੇ ਨੇ ਕਿ ਆਪਣੇ ਬੱਚਿਆਂ ਨੂੰ ਖਿਲਾਫਤ ਦੇ ਨਾਲ ਜੋੜੀ ਰੱਖੋ। ਮਤਲਬ ਕੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਸ ਜੰਗਲ ਦਾ ਖੁੱਲਾ ਪਲਣ ਵਾਲਾ ਜਿਹੜਾ ਜਾਨਵਰ ਹੈ, ਉਹਨੂੰ ਰੱਸਾ ਪਾਓ। ਇੱਥੋਂ ਦੇ ਮਾਹੌਲ ਦੇ ਜਿਹੜੇ ਬੱਚੇ ਪਲੇ ਨੇ ਆਜ਼ਾਦ ਮਾਹੌਲ 'ਚ, ਜਿਨ੍ਹਾਂ ਦੇ ਦਿਮਾਗ ਕੰਮ ਕਰਦੇ ਨੇ, ਉਹਨਾਂ ਦੇ ਮਾਂ ਪਿਓ ਮਲੰਗ ਮਲੰਗਣੀਆਂ ਨੂੰ ਇਹ ਜ਼ਾਨੀ ਬਦਕਾਰ ਲੌਂਡੇਬਾਜ਼ ਸਬਕ ਕੀ ਦਿੰਦੇ ਨੇ? ਖਿਲਾਫਤ ਨਾਲ ਬੱਚਿਆਂ ਨੂੰ ਜੋੜੋ। ਮਤਲਬ ਕੀ ਹੈ ਕਿ ਸਾਡੇ ਕੋਲ ਨਹੀਂ ਕੰਟਰੋਲ ਹੋਣੇ, ਅਸਾਂ ਤੁਹਾਡਾ ਤੇ ਬੇੜਾ ਗਰਕ ਕਰ ਲਿਆ। ਨਾ ਤੂੰ ਅਖਰਾਜ ਦੀਆਂ ਜੁੱਤੀਆਂ ਮਾਰੀਏ ਤੁਸੀਂ ਬੋਲਦੇ ਹੋ, ਨਾ ਤੁਹਾਡੇ ਪੈਸਿਆਂ ਨਾਲ ਜ਼ਨਾਹ ਕਰੀਏ, ਘੋੜੇ ਲਈਏ ਤੁਸੀਂ ਬੋਲਦੇ ਹੋ, ਨਾ ਤੁਸੀਂ ਤੁਹਾਡੀਆਂ ਕੁੜੀਆਂ ਤੇ ਪਾਬੰਦੀ ਲਾ ਖੜੀਏ ਪਏ ਤੁਹਾਂ ਵਿਆਹ ਨਹੀਂ ਕਰਨ ਦੇਣਾ, ਨਾ ਤੁਸੀਂ ਬੋਲਦੇ ਹੋ। ਇਹ ਤੇ ਮਲੰਗ ਲੱਭ ਲੇ, ਪਰ ਇੱਥੇ ਕੈਨੇਡਾ 'ਚ ਪਲਣ ਵਾਲੇ ਮਲੰਗਾਂ ਦੇ ਬੱਚਿਆਂ ਨੂੰ ਕਿਵੇਂ ਇਸੇ ਰਾਹ ਚਾੜੀਏ?
ਰੋਜ਼ ਸਬਕ ਮਿਲਦਾ, ਖਿਲਾਫਤ ਨੂੰ ਅੱਗੋਂ ਫੜ ਲਓ, ਖਿਲਾਫਤ ਨੂੰ ਪਿੱਛੋਂ ਫੜ ਲਓ। ਮਤਲਬ ਕੀ ਹੈ, ਆਪਣੇ ਘਰਾਂ 'ਚ ਮਾਵਾਂ ਤੇ ਪਿਓ ਐਸੀ ਪਟੌਸੀ ਪਾਓ, ਐਸਾ ਰੋਣਾ ਪਿੱਟਣਾ ਪਾਓ ਕਿ ਪੁੱਤਰ ਤੇਰਾ ਕੱਖ ਨਹੀਂ ਰਹਿਣਾ ਜੇ ਤੂੰ ਤਨਖਾਹ ਜੋ ਪਹਿਲੋਂ ਮਿਰਜ਼ੇ ਨੂੰ ਪੈਸੇ ਨਾ ਦਿੱਤੇ, ਤੇਰਾ ਕੱਖ ਨਹੀਂ ਰਹਿਣਾ ਜੇ ਤੂੰ MTA ਨਾ ਸੁਣਿਆ, ਤੇਰਾ ਕੱਖ ਨਹੀਂ ਰਹਿਣਾ ਜੇ ਹਜ਼ੂਰ ਨਾਲ ਤੂੰ ਨਾ ਖਤ ਲਿਖਿਆ। ਪਿੱਟ ਪਿੱਟ ਕੇ ਉਹਨਾਂ ਜਾਣਿਆਂ ਦਾ ਬੇੜਾ ਗਰਕ ਕਰ ਛੜੋ। ਤੇ ਸਾਡੇ ਕੋਲ ਨਹੀਂ ਉਹ ਬੱਚੇ ਕੰਟਰੋਲ ਹੁੰਦੇ, ਸਾਨੂੰ ਤੁਸੀਂ ਮਲੰਗ ਬਣਾ ਕੇ ਦਿਓ ਮਲੰਗੋ। ਇਹ ਆ ਖਿਲਾਫਤ ਨਾਲ ਜੁੜਨਾ। ਅੱਗੋਂ ਜਿਹੜੇ ਖਿਲਾਫਤ ਨਾਲ ਜੁੜੇ ਨੇ ਉਹਨਾਂ ਦਾ ਹਾਲ ਮੇਰੇ ਕੋਲ ਸੁਣ ਲਓ। ਨਿਦਾ ਖਲੀਫਿਆਂ ਦੇ ਘਰ ਪੁੱਤਰ ਜੰਮੀ ਹੈ, ਖਲੀਫੇ ਦੇ ਮੁੰਡੇ ਵੱਲ ਜੰਮੀ ਹੈ, ਤੇ ਜਦੋਂ ਉਹਨੇ ਅੱਖ ਖੋਲੀ ਤੇ ਅੱਗੇ ਨਾਨਾ ਵੀ ਖਲੀਫਾ ਖਲੋਤਾ ਸੀ, ਤੇ ਜਿਹਦੇ ਮੂੰਹ ਬੋਲੀ ਬੇਟੀ ਆ ਮਸੂਰੇ ਜਾਹਲ ਨੇ ਬਣਾਈ ਹੈ, ਅੱਗੇ ਇਹ ਖਲੋਤਾ ਸੀ, ਖਲੀਫਾ ਹੀ ਅੱਗੇ ਖਲੋਤਾ। ਖਲੀਫੇ ਦੇ ਘਰ ਜੰਮੀ, ਖਲੀਫੇ ਦੀ ਉਂਗਲੀ ਫੜ ਕੇ ਟੁਰੀ, ਖਲੀਫੇ ਦੀ ਝੋਲੀ 'ਚ ਖੇਡੀ, ਤੇ ਫਾਇਜ਼ਾ ਵੀ ਇੰਜੀ ਹੈ। ਉਹਨਾਂ ਨੂੰ ਖਲੀਫਤ ਨਾਲ ਜੁੜਨਾ ਸਵਾਏ ਜ਼ਨਾ ਤੋਂ ਕੱਖ ਨਹੀਂ ਲੱਭਾ। ਉਹ ਕਹਿੰਦੀਆਂ ਨੇ ਕਰ ਕਰਕੇ ਜ਼ਨਾ ਇਹਨਾਂ ਖਲੀਫਿਆਂ ਸਾਡਾ ਛੱਡੇ ਕੱਖ ਨਹੀਂ, ਤੇ ਤੁਸੀਂ ਤੁਹਾਨੂੰ ਆਂਦੇ ਨੇ ਮਾਣੇ ਨਾਲ ਜੋੜ ਲਓ। ਉਹ ਤੁਸਾਂ ਨਿਦਾ ਨਾਲੋਂ ਜ਼ਿਆਦਾ ਤਾਂ ਨਹੀਂ ਜੁੜ ਜਾਣਾ, ਉਹ ਤਾਂ ਉਹਨਾਂ ਦੇ ਢਿੱਡ ਦੀ ਜੰਮੀ ਹੈ। ਕੋਈ ਗੈਰਤ ਸ਼ਰਮ ਹਯਾ ਤੁਹਾਡੇ 'ਚ ਹੈ? ਸ਼ੁਕਰ ਕਰੋ ਤੁਸੀਂ ਇਹਨਾਂ ਤੋਂ ਦੂਰ ਹੋ, ਤਾਂ ਕਦੀ ਤੁਸੀਂ ਵੀ ਨਿਦਾ ਵਾਂਗੂ ਜੁੜੇ ਹੁੰਦੇ ਤੇ ਤੁਹਾਡੇ ਨਾਲ ਸਾਰੇ ਖਲੀਫੇ ਜੁੜੇ ਹੋਣੇ ਸਨ। ਸ਼ਰਮ ਕਰੋ ਕੁਝ। मेरा ख्याल है जमीर भाई जांच लीजिए ना को। जी बिल्कुल चौधरी साहब, बिल्कुल। बस बाकी इतनी बात है कि ये कुरान करीम का इन्होंने गलत तर्जमा किया हुआ है अपने मलंग ਇਹਨਾਂ ਦਾ ਕੁਰਾਨ ਨਾਲ ਕੀ ਤਲਕ ਹੈ? ਐਵੇਂ ਤਾਂ ਸਿਰ ਖਾਣਾ ਇਹਨਾਂ ਦਾ ਕੁਰਾਨ ਨਾਲ ਕੀ ਤਲਕ ਹੈ? जी जी, लेकिन चौधरी साहब ये पढ़ते तो है ना, वो गलत तर्जमे वाला पढ़ते हैं। जी चौधरी साहब, हाँ जी, ਇਹਨਾਂ ਦਾ ਕੁਰਾਨ ਨਾਲ ਕੀ ਤਲਕ ਹੈ? ਮਿਰਜ਼ਾ ਤਾਹਰ ਆਂਦਾ ਹੈ ਸਾਡੇ ਕੋਲ ਆਈਡੀਓ ਹੈ, ਅਸਾਂ ਨੂੰ ਵਹਾਈ ਹੈ। ਮਿਰਜ਼ਾ ਤਾਹਰ ਆਂਦਾ ਹੈ ਕਿ ਜਿਹੜਾ ਤਜ਼ਕਰਾ ਮਿਰਜ਼ੇ ਕਲਾਮ ਕਾਦੀਆਨੀ ਲਿਖਿਆ ਉਹ ਕੁਰਾਨ ਹੈ। ਅੰਦਾਜ਼ਾ लो, ला हौला वला कुव्वत। ਤੁਹਾਨੂੰ ਭਾਈ ਨਹੀਂ ਸੀ तो जमीर भाई तुहाने देखी वीडियो? जी मैं नहीं देखी। वो वीडियो है जी बिल्कुल, ये गल है। इन्हां दा कुरान तज़करा है और इन्हां दा खुदा जेड़ा काला कालू और ये लाश ते पता नहीं केड़े केड़े 4-5 ते खुदा ने इन्हां दे, इन्हां गरीबां नूं पता ही नहीं। मिर्जे ताहर ने उस वीडियो च किया है, आइडियो भी नहीं। जी जी, ਉਹਨੇ ਕਿਹਾ ਤਜ਼ਕਰਾ ਵੀ ਕੁਰਾਨ ਹੈ, ਜਿਹਦੇ 'ਚ ਲਿਖਿਆ ਹੈ ਨਾ ਤਾਰ ਆਈ ਤਾਈ ਆਈ, ਸਾਡੀ ਤਾਈ ਕੋਈ ਨਹੀਂ, ਤਾਈ ਸਾਨੂੰ ਆਈ। ਨਹੀਂ ਆਈ। जी जी, ताई आई। ਪੇੜ ਫਟ ਗਿਆ ਤੇ ਮੂੰਹ ਕਾਲੇ ਤੇ ਲਾਹੌਰ ਵੀ ਕੋਈ ਸ਼ਹਿਰ था। ਇਹ ਇਹਨਾਂ ਦਾ ਕੁਰਾਨ ਹੈ। ਉਹ ਕੁਰਾਨ ਪੜ੍ਹਨਾ, ਇਸ ਕੁਰਾਨ ਨਾਲ ਕੀ ਤਲਕ ਹੈ? नहीं ये आ कि अगर एक सुनना चाहन तो असा वो भी पेश करी सकड़े, इन्हें कि सुनाई सकड़े हैं। चौधरी साहब साबित रखिया सी। हाँ चलो, जे ना सुनना तो ना सुना देंगे। अच्छा सलाद भाई ने कोई गल करनी है, फिर जाते चाहेंगे जमीर भाई। ठीक हो गया भाई इधर ये कराची में हम लोग रहते हैं ना जी, तो इधर एक लियारी की साइड पे वो कादियानी, मुझे वो मेरे दोस्त को मिला तो उसने बोला कि हम लोग आपस में बात करते हैं कि तुम लोग क्यों नहीं मान रहे हो इसको, मिर्जा कादियानी को। तो वो आपस में बैठे हुए थे, उससे बात कर रहे थे कि हदीस में तुम हदीस दिखाओ कि 14वीं सदी में आना था, ये दिखाओ। तो हम लोग बैठे हुए थे, उससे बात कर रहे थे। वो एक बंदा आ गया तो उसने बोला कि आप क्या कर रहे हो? तो मैंने बोला कि हम लोग, ये एक बंदा है जिसको मट्टी के ढेले और गुड़ के ढेले का पता नहीं है हिसाब का, और ये हदीसों की छानबीन करने आया है। टट्टी के ढेले का पता नहीं है और गुड़ के ढेले का पता नहीं है, और वो हदीसों की छानबीन करने आया है, ये उसको माना इन्होंने। मैंने उसके ऊपर बात हो रही है। उसने बोला यार कुरान मजीद का जिसको पता नहीं है और मट्टी के ढेले का भी पता नहीं है और उसको नबी बना दे इन लोगों ने, ये पागल है क्या है इनको? मैंने बोला ये ऐसे चौधरी साहब है एक, वो इनको कहते हैं मलंग। मैंने बोला ये वही मलंग है, इनके कुछ समझ ही नहीं आ रही। वो बोले तुम लोग बेइज्जती कर रहे हो इसकी। मैंने बोला नहीं, आपकी किताब में लिखा हुआ है कि उसको मट्टी का ढेला और गुड़ के ढेले का फर्क ही पता नहीं था, और वो तुम्हारे को समझाने आया कुरान और हदीस की बातें। अबे मैंने बोला करता था ना, तो बात यह है मेरे प्यारे शहजाद के सूरत अज़ाब में लिखा हुआ है, अल्लाह सुब्हानहू तआला ने फरमा दिया है कि हमारे नबी करीम अल्लाह के आखिरी रसूल है, आपके बाद कोई नबी नहीं है। और नबी करीम सल्लल्लाहु अलैहि वसल्लम ने खुद फरमा दिया है कि अना खातमुन नबीन ला नबी आबादी, कि मैं अल्लाह का आखिरी नबी हूँ, मेरे बाद कोई नबी है नहीं है। तो मुसलमान के लिए तो ये बात करना भी बहुत बड़ा गुनाह है मेरे प्यारे।
नहीं, मैंने उनको बोला कि इन्होंने जिसको माना हुआ है उसको मट्टी के ढेले का और गुड़ के ढेले का पता भी नहीं है, जो मट्टी भी टट्टी वाली मट्टी जो उसका भी पता नहीं है, और ये उसको बोले हैं कि ये दोनों की छानबीन करने आए हैं। मैंने बोला तुम लोग उसकी किताबें पढ़ो, तुम्हें पता चलेगा कि क्या चीज है। वो बोला शहजाद भाई, नहीं। जी शहजाद भाई, जी ये जो किताबें हैं ना, ये जी छानबीन जी के बाद में लिखी हैं। मुझे ये बताएं, एक बंदा जो नहाता नहीं है, 100 दफ़ा पेशाब कर रहा है और पखाना कर रहा है, ठीक है, और उसकी हालत हमने पहले बयान की थी, आज का ये प्रोग्राम नहीं है मसलन, फिर दूसरी साइड पे चला जाएगा। ऐसा बंदा जो है उसको अपनी होश नहीं है, मिर्गी के दौरे उसको पा रही हैं। इनकी किताबों में लिखा हुआ है ठा करके वो मिर्ज़ा साहब गिर जाते थे चीख मार के, जब दौरा पड़ता था टांगें खुल जाती थी, पेशाब निकलना शुरू हो जाता था। फिर वे ये भी लिखा है कि वो जो इसका जो बेटा था, एक दफ़ा ये गिरा तो टांगें खुल गई, इसी तरह तो इसके बेटे फजल ने वो टांगें उसकी बांधी। तो ये हालत, इस तरह का जो नंगा पीर जिसको अपनी होश नहीं है, उसको ये बाद में कांट छांट करके किताबें लिखी हुई हैं, जैसे इन्होंने किताबें बार बार तब्दील की हैं। अजमीर भाई, अगर आप दोस्त इजाजत दें तो फिर से इंशाल्लाह। बहुत शुक्रिया, बहुत शुक्रिया, बहुत हाँ जी, शुक्रिया आपका। अल्लाह आप जज़ाकल्लाह। सबको तमाम वो हामी और नासर हो। जी तमाम वो दोस्त जो प्रोग्राम सुन रहे थे, देख रहे थे, जो बाद में सुनेंगे देखेंगे, अल्लाह ताला तमाम को सेहत दे, जज़ा दे, कादियानी बहन भाइयों को सोचन दी तौफीक दे। अल्लाह हाफिज़। अस्सलामु अलैकुम वरहमतुल्लाहि वबरकातुहू। वालेकुम सलाम।